ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਇਹ ਲਾਈਨਾਂ ਤੁਸੀਂ ਬਹੁਤ ਵਾਰੀ ਸੁਣੀਆਂ ਹੋਣੀਆਂ ਕਿ ਦਮਾਮੇ ਮਾਰਦਾ ਕੌਣ ਮੇਲਿਆਂ ਦੇ ਵਿੱਚ ਜਾਂਦਾ ਹੈ, ਫਸਲ ਕਦੋਂ ਵੱਢੀ ਜਾਂਦੀ ਹੈ, ਦਾਤੀ ਨੂੰ ਲਵਾ ਦੇ ਘੁੰਗਰੂ, ਹਾੜੀ ਵੱਢੂਗੀ ਬਰੋਬਰ ਤੇਰੇ। ਬਹੁਤ ਸਾਰੀਆਂ ਗੱਲਾਂ ਪੰਜਾਬ 'ਚ ਚੱਲਦੀਆਂ ਰਹੀਆਂ, ਪਰ ਜਿਹੜੇ ਦਮਾਮੇ ਮਾਰਦੇ ਮੇਲਿਆਂ 'ਚ ਜਾਂਦੇ ਹੁੰਦੇ ਸੀ, ਜਿਨ੍ਹਾਂ ਦੇ ਵੱਲ ਆਸ ਦੇ ਨਾਲ ਸਾਰੀ ਦੁਨੀਆ ਦੇਖਦੀ ਹੁੰਦੀ ਸੀ ਕਿ ਭਾਈ ਇਹ ਲੋਕਾਂ ਦਾ ਢਿੱਡ ਭਰਨ ਵਾਲੇ ਲੋਕ ਨੇ, ਜਾਣੀ ਕਿ ਕਿਸਾਨ। ਅੱਜ ਉਹ ਪੰਜਾਬ ਦਾ ਕਿਸਾਨ ਦੁਕਾਨਦਾਰ ਦੇ ਸਹਿਯੋਗ ਨਾਲ, ਮਜ਼ਦੂਰ ਦੇ ਸਹਿਯੋਗ ਨਾਲ, ਆੜ੍ਹਤੀਏ ਦੇ ਸਹਿਯੋਗ ਨਾਲ, ਪੱਲੇਦਾਰ ਦੇ ਸਹਿਯੋਗ ਦੇ ਨਾਲ ਬੈਠਾ ਹੋਇਆ ਰੇਲਵੇ ਸਟੇਸ਼ਨ ਤੇ, ਸ਼ਾਪਿੰਗ ਮਾਲਸ ਦੇ ਕੋਲ, ਪੈਟਰੋਲ ਪੰਪਾਂ ਦੇ ਕੋਲ ਦਿਨ ਰਾਤ ਦੇ ਧਰਨੇ ਚੱਲ ਰਹੇ ਨੇ। ਗਰਮੀਆਂ ਤੋਂ ਸ਼ੁਰੂ ਹੋਇਆ ਕੰਮ ਸਿਆਲਾਂ ਤੱਕ ਆ ਪੁੱਜਿਆ, ਪਰ ਪਤਾ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਖੇਤੀਬਾੜੀ ਦੀ ਹੋਂਦ, ਪੰਜਾਬ ਦੇ ਖੇਤਾਂ ਦੀ ਹੋਂਦ, ਉੱਥੋਂ ਦੀਆਂ ਫਸਲਾਂ ਦੀ ਹੋਂਦ ਬਚ ਸਕੇਗੀ ਕਿ ਨਹੀਂ। ਤੌਖਲੇ ਬਹੁਤ ਨੇ। ਕੇਂਦਰ ਸਰਕਾਰ ਦੇ 3 ਕਾਨੂੰਨਾਂ ਦਾ ਮੁੱਦਾ ਦੁਨੀਆ ਭਰ ਦੇ ਪੰਜਾਬੀਆਂ 'ਚ ਛਾਇਆ ਪਿਆ। ਇਸ ਵੇਲੇ ਅਸੀਂ ਖੜੇ ਹਾਂ ਓਸੋਈਅਸ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਇੱਕ ਸੂਬਾ ਹੈ, ਤੇ ਉਸ ਸੂਬੇ ਦਾ ਬਹੁਤ ਖੂਬਸੂਰਤ ਪ੍ਰੋਵਿੰਸ ਪੰਜਾਬੀਆਂ ਦੇ ਨਾਲ ਲਬਾਲਬ ਭਰਿਆ ਹੋਇਆ ਹੈ। ਹਜ਼ਾਰਾਂ ਪੰਜਾਬੀ ਇੱਥੇ ਵਸਦੇ ਨੇ, ਤੇ ਉਹਨਾਂ ਦੇ ਵਿੱਚੋਂ ਬਹੁਤੇ ਕਰਦੇ ਆ ਖੇਤੀਬਾੜੀ, ਬਾਗਬਾਨੀ, ਫਰੂਟ ਦਾ ਕੰਮ ਬਹੁਤ ਹੁੰਦਾ ਹੈ। ਇੱਥੋਂ ਦੇ ਖੇਤੀਬਾੜੀ ਦੇ ਸਿਸਟਮ ਦੀਆਂ ਗੱਲਾਂ ਕਰਾਂਗੇ, ਨਾਲ ਪੰਜਾਬ ਦੇ ਕਿਸਾਨਾਂ ਦੇ ਹੱਕ ਦੀਆਂ ਬਾਤਾਂ ਜਿਹੜੀਆਂ ਪੈਣਗੀਆਂ। ਇਲਾਕਾ ਬਹੁਤ ਖੂਬਸੂਰਤ ਹੈ, ਕੁਦਰਤ ਦੀ ਖੂਬਸੂਰਤੀ ਨਾਲ ਲਬਰੇਜ਼ ਹੈ, ਲਬਾਲਬ ਭਰਿਆ ਹੋਇਆ। ਉੱਪਰੋਂ ਜਦੋਂ ਕਦੇ ਬੀਬੀਆਂ ਕੌਲੇ ਦੇ ਵਿੱਚ ਪਾ ਕੇ ਮੱਖਣ ਐਨ ਉੱਪਰ ਤੱਕ ਭਰ ਕੇ ਹੱਥ ਫੇਰ ਦਿੰਦੀਆਂ ਸੀ, ਠੱਪ ਠੱਪ ਠੱਪ, ਉੱਦਾਂ ਦੀ ਕੁਦਰਤ ਦੀ ਖੂਬਸੂਰਤੀ ਦੇ ਨਾਲ ਭਰਿਆ ਹੋਇਆ ਇਲਾਕਾ। ਤੇ ਪੰਜਾਬੀ ਕਿਸਾਨਾਂ ਨੇ ਇੱਥੋਂ ਪੂਰੀ ਵਾਹ-ਵਾਹ ਖੱਟੀ ਹੈ। ਬਹੁਤੀ ਖੇਤੀਬਾੜੀ, ਬਹੁਤੀ ਬਾਗਬਾਨੀ ਇੱਥੋਂ ਦੇ ਪੰਜਾਬੀ ਕਿਸਾਨ ਕਰਦੇ ਨੇ। ਤੇ ਇਸ ਵੇਲੇ ਆਪਾਂ ਓਸੋਈਅਸ ਦੇ ਪੰਜਾਬੀ ਕਿਸਾਨ ਭਾਈਚਾਰੇ ਦੇ ਨਾਲ ਖੜੇ ਹਾਂ। ਪਿਛਲੇ ਲੰਬੇ ਸਮੇਂ ਤੋਂ, ਕੋਈ 10 ਸਾਲ ਤੋਂ ਖੇਤੀ ਕਰਦੇ ਆ, ਕੋਈ 20 ਸਾਲ ਤੋਂ, ਕੋਈ 30 ਸਾਲ ਤੋਂ। ਕੈਨੇਡਾ ਦਾ ਸਿਸਟਮ ਕੀ ਕਹਿੰਦਾ ਹੈ? ਉਦਾਹਰਨਾਂ ਸਾਨੂੰ ਦਿੱਤੀਆਂ ਜਾਂਦੀਆਂ ਜੀ, ਉੱਥੇ ਵੀ ਸਾਰਾ ਕੁਝ ਪ੍ਰਾਈਵੇਟ ਹੈ, ਉੱਥੇ ਵੀ ਸਾਰਾ ਕੁਝ ਨਿੱਜੀ ਕਰਨਾ ਹੈ। ਪਰ ਕੀ ਜੋ ਸਿਸਟਮ ਪੰਜਾਬ ਦੇ ਵਿੱਚ ਆ ਰਿਹਾ ਖੇਤੀਬਾੜੀ ਦਾ, ਉਹ ਸਿਸਟਮ ਪੰਜਾਬ ਦੇ ਕਿਸਾਨ ਨੂੰ, ਖੇਤ ਮਜ਼ਦੂਰ ਨੂੰ, ਆੜ੍ਹਤੀਏ ਨੂੰ, ਪੱਲੇਦਾਰ ਨੂੰ ਉੱਪਰਲੇ ਪਾਸੇ ਲੈ ਕੇ ਜਾਏਗਾ, ਜਾਂ ਸੱਚੀ ਮੁੱਚੀ ਖਤਰੇ ਹੈ? ਕਿ ਇੱਥੋਂ ਦੀਆਂ ਸਰਕਾਰਾਂ ਨੇ ਵੀ ਖੇਤੀਬਾੜੀ ਦੇ ਪੱਖੋਂ ਹੱਥ ਪਿਛਾਂਹ ਖਿੱਚ ਲਏ ਆ, ਜਾਂ ਫਿਰ ਸਰਕਾਰਾਂ ਐਨ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਆਂ? ਅੱਜ ਸਾਰੀਆਂ ਗੱਲਾਂ ਬਾਤਾਂ ਇੱਥੋਂ ਦੇ ਪੰਜਾਬੀ ਕਿਸਾਨ ਭਾਈਚਾਰੇ ਦੇ ਨਾਲ ਆਪਾਂ ਕਰਦੇ ਹਾਂ ਕਿ ਹਾਲਾਤ ਕੀ ਨੇ, ਤਬਦੀਲੀਆਂ ਕੀ ਨੇ, ਤੁਲਨਾ ਕੀ ਹੈ, ਕੀ ਘਾਟਾਂ, ਕੀ ਵਾਧਾਂ, ਕੀ ਪੰਜਾਬ ਦੇ ਵੱਟ ਬੰਨਿਆਂ ਤੇ ਜੋ ਮੂਲੀਆਂ ਅਸੀਂ ਪੱਟ ਕੇ ਖਾ ਲੈਂਦੇ ਸੀ, ਜਿਹੜਾ ਸਾਗ ਤੋੜ ਲੈਂਦੇ ਸੀ, ਜੋ ਬਾਜਰਾ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀ, ਕਦੇ ਚਰੀ ਦੀਆਂ ਗੱਲਾਂ, ਕਦੇ ਗੁਆਰੇ ਦੀਆਂ ਗੱਲਾਂ, ਕਦੇ ਫਲੀਆਂ ਦੀਆਂ ਗੱਲਾਂ, ਉਹ ਸਾਰਾ ਕੁਝ ਕਿੱਥੇ ਕਿਵੇਂ ਚੱਲਦਾ ਰਿਹਾ ਤੇ ਘਾਟਾਂ ਕੀ ਆਈਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਐਜੀਟੇਸ਼ਨ ਬਹੁਤ ਵੱਡੀ ਚੱਲਦੀ ਹੈ। ਅੱਜ ਤੁਸੀਂ ਕੈਨੇਡਾ ਦੀ ਧਰਤੀ ਤੇ ਖੇਤੀਬਾੜੀ ਕਰਦੇ ਹੋ, ਬਾਗਬਾਨੀ ਕਰਦੇ ਹੋ, ਬਹੁਤ ਸਾਰੇ ਮੇਰੇ ਮਨ ਦੇ ਵਿੱਚ ਸਵਾਲ ਨੇ। ਮੈਂ ਉਹ ਸਵਾਲ ਤੁਹਾਡੇ ਕੋਲੋਂ ਪੁੱਛਣੇ ਆ ਕਿ ਇੱਥੇ ਸਿਸਟਮ ਕਿੱਦਾਂ ਚੱਲਦਾ। ਨਾਲ ਦੀ ਨਾਲ ਆਪਾਂ ਪੰਜਾਬ ਦੇ ਨਾਲ ਉਹਨਾਂ ਦੀ ਤੁਲਨਾ ਵੀ ਕਰੀ ਜਾਣੀ ਹੈ ਕਿ ਘਾਟਾਂ ਵਾਧਾਂ ਜਿਹੜੀਆਂ ਕੀ ਨੇ, ਕਿੱਧਰਲੇ ਪਾਸਿਓਂ ਗੱਲ ਚੱਲਦੀ ਹੈ। ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਵਾਲੇ ਪਾਸੇ ਆਉਣਾ ਜੀ। ਸਭ ਤੋਂ ਪਹਿਲਾਂ ਤੇ ਦੱਸਿਓ, ਖੇਤੀਬਾੜੀ ਕਦੋਂ ਦੇ ਕਰਦੇ ਹੋ ਇੱਥੇ? ਮੈਂ ਜੀ 1991 ਦਾ ਕਰਦਾ। 91 ਦੇ ਕਰਦੇ ਹੋ। ਮਾਈਕ ਥੋੜਾ ਜਿਹਾ ਨੇੜੇ ਕਰ ਲਓ ਜੀ ਇੱਥੇ। ਹਾਂਜੀ, 1991 ਦੇ ਕਰਦੇ ਹੋ। ਹਾਂਜੀ। ਕੀ ਕੀ ਖੇਤੀ 'ਚ ਕਰਦੇ ਹੋ ਇੱਥੇ? ਇੱਥੇ ਜੀ ਗ੍ਰੇਪਸ ਤੇ ਚੈਰੀ ਕਰਦੇ। ਗ੍ਰੇਪਸ ਤੇ ਚੈਰੀ, ਐਪਲ, ਠੀਕ ਹੈ ਜੀ। ਤੇ ਸਭ ਤੋਂ ਪਹਿਲਾ ਸਵਾਲ ਮੇਰਾ ਸਾਰਿਆਂ ਨੂੰ ਇਹੀ ਹੋਣਾ, ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੇ ਇਸ ਵੇਲੇ ਸੰਘਰਸ਼ ਚੱਲ ਰਿਹਾ, ਕਿਸਾਨ ਇਸ ਵੇਲੇ ਥੋੜਾ ਜਿਹਾ ਡਰ ਮਹਿਸੂਸ ਕਰ ਰਿਹਾ ਕਿ ਭਵਿੱਖ ਪਤਾ ਨਹੀਂ ਕਿੱਦਾਂ ਦਾ ਹੋਣਾ, ਕੀ ਮਹਿਸੂਸ ਕਰਦੇ ਹੋ ਇੱਥੇ ਬੈਠੇ ਆਪਣੇ ਉਸ ਪੰਜਾਬ ਦੇ ਲਈ? ਇੱਥੇ ਕਿਉਂਕਿ ਮੈਂ ਬਹੁਤ ਛੋਟਾ ਹੁੰਦਾ ਆਇਆ ਜੀ, ਤੇ ਪਰ ਉੱਥੇ ਜਿਹੜਾ ਮੋਸਟਲੀ ਕਿਸਾਨ ਆ ਬਹੁਤ ਛੋਟਾ ਵਾ ਜੀ, ਤੇ ਉਸ ਨੂੰ ਜੇ ਕੋਈ ਸਾਈਡ ਸਪੋਰਟ ਨਾ ਹੋਵੇ, ਉਹਦੇ ਲਈ ਸਰਵਾਈਵ ਹੋਣਾ ਬਹੁਤ ਔਖਾ ਜੀ। ਸਾਨੂੰ ਨਾ ਉੱਥੇ ਬੈਠਿਆਂ ਨੂੰ ਇਹ ਆਖਿਆ ਜਾਂਦਾ, ਕਿਹਾ ਜਾਂਦਾ ਕਿ ਉੱਥੇ ਵੀ ਤਾਂ ਸਾਰਾ ਕੁਝ ਕਿਸਾਨ ਆਪ ਹੀ ਕਰਦੇ ਆ, ਪ੍ਰਾਈਵੇਟ ਹੀ ਆ ਸਾਰਾ ਕੁਝ, ਫਸਲਾਂ ਵੀ ਆਪ ਹੀ ਬੀਜਦੇ ਆ, ਆਪ ਹੀ ਵੇਚਦੇ ਆ, ਕਿਹੜਾ ਸਰਕਾਰ ਕੁਝ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਖਰੀਦਦੀ ਹੈ? ਕਿ ਉੱਥੋਂ ਦੇ ਕਿਸਾਨ ਵੀ ਤਾਂ ਵਧੀਆ ਨੇ, ਤੁਸੀਂ ਵੀ ਪੰਜਾਬ ਵਾਲਿਓ ਵਧੀਆ ਹੋ ਜਾਣਾ। ਕੀ ਸਰਕਾਰ ਤੁਹਾਨੂੰ ਖੇਤੀਬਾੜੀ ਕਰਦਿਆਂ ਕੋਈ ਸਪੋਰਟ ਇੱਥੇ ਕਰਦੀ ਹੈ ਕੁਛ ਕਿਸੇ ਤਰ੍ਹਾਂ ਦੀ? ਹਾਂਜੀ, ਇੱਥੇ ਇੰਸ਼ੋਰੈਂਸ ਦੀ ਪ੍ਰੋਟੈਕਸ਼ਨ ਹੈਗੀ ਆ। ਜੇ ਸਾਡੇ ਕੋਈ ਹਮੀ ਕਮੀ ਹੋ ਜੇ, ਮੀਂਹ ਪੈ ਜੇ, ਗੜੇ ਪੈ ਜਾਣ ਜ਼ਿਆਦਾ, ਤਬਾਹੀ, ਠੰਡ ਆ ਜੇ ਜੀ, ਤੇ ਇਹ ਸਾਰਾ ਕੁਝ ਕਵਰ ਹੈਗਾ। ਹਾਂਜੀ, ਬਿਲਕੁਲ ਠੀਕ ਹੈ ਜੀ। ਤੇ ਦੂਜਾ ਜਿਹੜੀ ਗੱਲ ਰਹਿ ਗਈ ਰੇਟ ਦੀ, ਹੁਣ ਅਸੀਂ ਮੋਸਟਲੀ ਗ੍ਰੇਪ ਗਰੋ ਕਰਦੇ ਹਾਂ, ਤੇ
ਚੈਰੀ ਕਿਉਂਕਿ ਉਹ ਇੱਥੋਂ ਦਾ ਐਕਸਪੋਰਟ ਸਿਸਟਮ ਬਹੁਤ ਗੁੱਡ ਆ ਤੇ ਗ੍ਰੇਪਾਂ ਦਾ ਵੀ ਮਾਰਕੀਟ ਗੁੱਡ ਆ ਵੀ ਹੁਣ ਜਾਣੀ ਦੀ ਗ੍ਰੇਪਸ ਤਾਂ ਹੈਗੇ ਸਾਡੇ ਜਿਵੇਂ ਪੱਕੇ ਰੇਟ ਵਾਂਗੂ ਆ ਜੀ, ਜਿਹੜਾ ਉਹਨਾਂ ਨੇ ਸਾਨੂੰ ਪਹਿਲੋਂ ਫਿਕਸ ਕੀਤਾ ਵਾ ਤੇ ਸਾਡੇ ਨਾਲ ਉਹ ਉਸ ਤਰੀਕ ਨੂੰ ਤੇ ਜਿਹੜੀ ਚੈਰੀ ਆ ਜੀ, ਉਹ ਐਕਸਪੋਰਟ ਮਾਰਕੀਟ ਬਹੁਤ ਸਟਰੋਂਗ ਆ। ਬਿਲਕੁਲ ਠੀਕ ਹੈ ਜੀ। ਤੇ ਉਹ ਇਸ ਕਰਕੇ ਅਸੀਂ ਤਾਂ ਇਹ ਦੋ ਚੀਜ਼ਾਂ ਗਰੋ ਕਰਦੇ ਆ ਜੀ, ਤੇ ਇਹਨਾਂ ਦੋਹਾਂ ਦਾ ਹੀ ਸਾਡਾ ਹੈਗਾ ਬਹੁਤ ਵਧੀਆ ਵਧੀਆ ਹੈ ਕੰਮ। ਪਰ ਜਿਹੜਾ ਆਪਣੇ ਇੰਡੀਆ ਦਾ ਜੀ, ਉਹ ਕਿਸਾਨ ਛੋਟਾ ਕਰਕੇ ਤੇ ਉਹਨੂੰ ਨਾਲ ਸਪੋਰਟ ਦੀ ਬਹੁਤ ਲੋੜ ਆ ਜਿਹੜੀ ਨਹੀਂ ਮਿਲਦੀ, ਜਿਹੜੀ ਮਿਲਦੀ ਨਹੀਂ ਉੱਥੇ। ਹਾਂਜੀ, ਉਹ ਨਾ ਤਾਂ ਆਪ ਚੱਕ ਕੇ ਕਿਤੇ ਲਿਜਾ ਸਕਦਾ, ਕਿੱਥੋਂ ਟਰੱਕ ਹਾਇਰ ਕਰੂ, ਕਿੱਥੇ ਕੀ ਕਰੂ, ਨਾ ਆਪ ਉਹ ਵੱਡੇ ਵੇਅਰ ਹਾਊਸ ਬਣਾ ਸਕਦਾ, ਕਿਸੇ ਚੀਜ਼ ਨੂੰ ਪ੍ਰਾਈਵੇਟ ਸੇਲ ਕਰ ਸਕਦਾ ਜੀ, ਵੀ ਉੱਥੇ ਉਹਨੂੰ ਬਹੁਤ ਸਪੋਰਟ ਦੀ ਲੋੜ ਆ ਤੇ ਉਹ ਸਪੋਰਟ ਗਵਰਨਮੈਂਟ ਕਰ ਸਕਦੀ ਆ ਜੀ, ਨਾ ਕਿ ਵੀ ਪ੍ਰਾਈਵੇਟ। ਬਿਲਕੁਲ ਠੀਕ ਹੈ ਜੀ। ਸ਼ੁਕਰੀਆ ਜੀ, ਤੁਸੀਂ ਕੁਝ ਗੱਲਾਂ ਬਾਤ ਦੱਸੀਆਂ। ਮੈਂ ਦੁਬਾਰਾ ਤੁਹਾਡੇ ਕੋਲੇ ਆਉਣਾ, ਮਾੜਾ ਜਿਹਾ ਸਪਰੇਅ ਕਰ ਦਿਓ ਜੀ ਇਧਰਲੇ ਪਾਸੇ ਜੀ। ਆ ਲਓ ਜੀ, ਇਹਨੂੰ ਮਾਈਕ ਨੂੰ ਬਿਲਕੁਲ ਕੋਲ ਰੱਖਿਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਗਿਆਨ ਸਿੰਘ ਹੈ ਜੀ, ਮੈਂ ਇੰਡੀਆ ਤੋਂ ਮੁਕਤਸਰ ਨੂੰ ਬਿਲੋਂਗ ਕਰਦਾ। ਅੱਛਾ, ਸ਼੍ਰੀ ਮੁਕਤਸਰ ਸਾਹਿਬ ਨੂੰ ਬਿਲੋਂਗ ਕਰਦੇ ਹੋ। ਗਿਆਨ ਸਿੰਘ ਜੀ, ਕਿੰਨਾ ਚਿਰ ਹੋ ਗਿਆ ਆਇਆਂ ਨੂੰ? ਮੈਨੂੰ ਤਕਰੀਬਨ 27 ਸਾਲ ਹੋ ਗਏ ਜੀ। 27 ਸਾਲ ਹੋ ਗਏ। ਹਾਂਜੀ। ਪੰਜਾਬ 'ਚ ਜੋ ਕੁਝ ਚੱਲ ਰਿਹਾ, ਕਿਉਂਕਿ ਸਵਾਲ ਮੇਰਾ ਸਾਰਿਆਂ ਨੂੰ ਸਾਂਝਾ ਹੋਣਾ, ਆਪਾਂ ਸਾਰੇ ਚਿੰਤਤ ਆ। ਮਸਲਾ ਇਹ ਨਹੀਂ ਕਿ ਸਰਕਾਰ ਦੀ ਵਿਰੋਧਤਾ, ਪੋਲੀਟੀਕਲ ਪਾਰਟੀ ਦੀ ਵਿਰੋਧ, ਇਦਾਂ ਦਾ ਮਸਲਾ ਕੋਈ ਨਹੀਂ। ਮਸਲਾ ਆਮ ਲੋਕਾਂ ਦੇ ਦਰਦ ਦੀ ਗੱਲ ਹੈ। ਕੀ ਲੱਗਦਾ ਜੀ, ਉਹ ਜਿਹੜੇ ਸਾਰੇ ਕੁਝ ਕਾਨੂੰਨ ਆ ਜਾਂ ਕੁਝ ਵੀ ਆ, ਵੀ ਉਹ ਕਿਸਾਨ ਦੇ ਪੱਖੀ ਨੇ ਜਾਂ ਕਿਤੇ ਨਾ ਕਿਤੇ ਖਦਸ਼ਾ ਕੋਈ ਹੈਗਾ? ਜਿਹੜਾ ਉੱਥੇ ਦਾ ਕਾਨੂੰਨ ਹੈ ਜੀ, ਉਹ ਕਿਸਾਨ ਤੋਂ ਬਹੁਤ ਦੂਰ ਹੈ ਜੀ। ਕਿਸਾਨ ਨੂੰ ਸਾਰਾ ਘਾਟੇ ਬੰਦਾ ਹੈ। ਕਿਸਾਨ ਦੇ ਕੋਲੇ, ਮੈਂ ਵੀ ਇੰਡੀਆ ਦੇ ਵਿੱਚ ਖੇਤੀਬਾੜੀ ਕਰਦਾ ਸੀ, ਜਿਵੇਂ ਹੁਣ ਦੇਖ ਲਓ ਜਿਹਦੇ ਕੋਲ 20 ਏਕੜ ਜਾਂ 15 ਏਕੜ 10 ਏਕੜ ਵੀ ਕਣਕ ਦੇ ਹੈ ਜੀ। 10 ਏਕੜ ਦੇ ਵਿੱਚ ਆਲਮੋਸਟ 9-10 ਟਰਾਲੀਆਂ ਕਣਕ ਦੀਆਂ ਨਿਕਲਣੀਆਂ। ਤੁਸੀਂ ਉਹਨੂੰ ਕਿੱਥੇ ਰੱਖੋਗੇ ਜੀ? 10 ਟਰਾਲੀਆਂ ਨੂੰ ਤੁਹਾਡਾ ਐਡਾ ਘਰ ਵੀ ਨਹੀਂ ਹੈਗਾ ਜੀ। ਜੇ ਤੁਸੀਂ ਉਹੀ ਰਾਈਟ ਵੇ ਮੰਡੀ 'ਚ ਲੈ ਜਾਂਦੇ ਆ, ਨੈਕਸਟ ਡੇ ਉਹਦੀ ਸਾਰਾ ਕੁਝ ਹੋ ਜਾਂਦਾ ਜੀ, ਤੇ ਉੱਥੇ ਵਿਕ ਜਾਂਦੀ ਹੈ। ਹੁਣ ਇਹ ਵੱਡੀ ਪ੍ਰੋਬਲਮ ਹੈ ਸਟੋਰੇਜ ਦੀ, ਸਟੋਰੇਜ ਵਾਸਤੇ। ਬਿਲਕੁਲ ਠੀਕ। ਬਾਕੀ ਜਿਹੜਾ ਬਾਹਰੋਂ ਆਊਗਾ ਕੋਈ ਖਰੀਦਣ ਵਾਸਤੇ, ਉਹਨੂੰ ਹੁਣ ਕੀ ਪਤਾ ਵੀ ਆਪਾਂ ਅੱਜ ਕਣਕ ਵੱਢ ਲਈ, ਵੀ ਆਪਣੇ ਘਰੇ ਸਿੱਧਾ ਹੀ ਆ ਜਾਊ ਜਦੋਂ ਆਪਾਂ ਵੱਢੀ ਜੀ। ਫਿਰ ਉਹਦੇ ਲਈ 10-20 ਦਿਨ ਦਾ ਜੋ ਟਾਈਮ ਪੈਂਦਾ, ਜੇ ਮੀਂਹ ਪੈ ਗਿਆ ਤੁਹਾਡੀ ਕਣਕ ਦੇਖੋ ਕਿੱਥੇ ਜਾਊਗੀ। ਹਾਂਜੀ, ਇਹਦੇ ਕਰਕੇ ਮੈਂ ਕਹਿੰਦਾ ਵੀ ਜਿਹੜਾ ਇੰਡੀਆ ਦਾ ਫਾਰਮਰ ਹੈ ਉਹ ਬਿਲਕੁਲ ਮਾਰਿਆ ਗਿਆ ਜੀ, ਉਹਦੇ ਪੱਲੇ ਕੁਝ ਨਹੀਂ ਹੈਗਾ। ਇੱਥੋਂ ਵੀ ਦੱਸੋ। ਹਾਂਜੀ ਹਾਂਜੀ ਪਲੀਜ਼। ਹਾਂਜੀ, ਅੱਛਾ, ਇੱਥੇ ਅਸੀਂ ਗਰੋ ਕਰਦੇ ਆ ਫਰੂਟ। ਮੇਰੇ ਕੋਲ ਚੈਰੀ ਫਾਰਮ ਹੈ, ਪੀਚਸ ਆ, ਨੈਕਟਰੀਨ ਹੈ ਜੀ। ਇਹ ਫਰੂਟ ਕਰਕੇ ਅਸੀਂ ਇਹਨਾਂ ਨੂੰ ਫਰੈਸ਼ ਫਾਰਮ ਮਾਰਕੀਟ ਦੇ ਵਿੱਚ ਵੇਚਦੇ ਹਾਂ। ਬਾਕੀ ਜਿਹੜਾ ਫਰੂਟ ਹੈ ਅਸੀਂ ਕੋਆਪ ਬਣੀ ਹੋਈ ਹੈ ਇੱਥੇ, ਅਸੀਂ ਉਹਨਾਂ ਨੂੰ ਦੇ ਦਿੰਦੇ ਹਾਂ, ਉਹ ਕੁਝ ਤਾਂ ਐਕਸਪੋਰਟ ਕਰਦੇ ਆ। ਸਹਿਕਾਰੀ ਸਭਾ। ਹਾਂਜੀ ਹਾਂ, ਕੋਆਪ ਜਿਵੇਂ ਇੰਡੀਆ ਦੇ ਵਿੱਚ ਬਣੀਆਂ ਹੋਈਆਂ ਕੋਆਪ, ਉਸ ਤੱਕ ਉੱਥੇ ਫਰੂਟ ਉਹਨੂੰ ਸਾਰਾ ਦੇਈਦਾ। ਪਰ ਉਹਦੇ ਵਿੱਚ ਇੱਕ ਇਹ ਆ ਵੀ ਉਹਦੇ ਸਾਨੂੰ ਪ੍ਰਾਈਸ ਦਾ ਕੋਈ ਪਤਾ ਨਹੀਂ ਜੀ। ਇੱਥੇ ਇਮਾਨਦਾਰੀ ਹੈਗੀ, ਇਹ ਗੱਲ ਮੈਂ ਮੰਨਦਾ ਵੀ ਇੱਥੇ ਇਮਾਨਦਾਰੀ ਆ। ਸਾਨੂੰ ਫਰੂਟ ਦਾ ਪ੍ਰਾਈਸ ਦਾ ਕੋਈ ਪਤਾ ਨਹੀਂ। ਜਦੋਂ ਅਸੀਂ ਛੱਡ ਗਏ ਜੀ, ਅਖੀਰ ਨੂੰ ਉਹਨਾਂ ਨੇ ਸਾਨੂੰ ਪੈਸੇ ਦੇਣੇ ਹੀ ਦੇਣੇ ਆ। ਐਡੀ ਇਮਾਨਦਾਰੀ ਹੈ ਇੱਥੇ ਵੀ ਜਦ ਭਾਅ ਵੱਧ ਘੱਟ ਹੋ ਸਕਦਾ, ਪਰ ਉਹ ਐਂ ਵੀ ਮਾਰਦਾ ਨਹੀਂ ਹੈਗਾ ਉਹ। ਮੇਰਾ ਸਵਾਲ ਤੁਹਾਨੂੰ ਇਹ ਆ ਕਿ ਕਿਉਂਕਿ ਇੱਥੇ ਓਸੋਈਅਸ ਦੇ ਵਿੱਚ ਜਿੰਨਾ ਕਿ ਮੈਂ ਤੁਹਾਡੇ ਤੋਂ ਪਹਿਲਾਂ ਪੁੱਛਿਆ ਜਾਣਿਆ, ਕੋਈ ਬਹੁਤ ਵੱਡੀ ਖੇਤੀਬਾੜੀ ਨਹੀਂ ਹੈਗੀ। ਨਹੀਂ ਜੀ, ਬਹੁਤ ਛੋਟੇ ਫਾਰਮਰ, ਛੋਟੇ ਕਿਸਾਨ ਆ। ਹਾਂਜੀ, ਜੇ 2 ਲਾਈਨਾਂ ਦੇ ਵਿੱਚ ਪੁੱਛਣਾ ਹੋਵੇ ਕਿ ਸਰਕਾਰ ਜਿਹੜੀ ਆ, ਕਿਉਂਕਿ ਜੇ ਉੱਥੇ ਵੱਡੀਆਂ ਕੰਪਨੀਆਂ ਦਾ ਖਦਸ਼ਾ, ਤੇ ਇੱਥੇ ਕਿਹੜਾ ਉਹ ਕੰਪਨੀਆਂ ਹੈ ਨਹੀਂ। ਸਰਕਾਰ ਜਦੋਂ ਸੋਚਦੀ ਆ, ਤੁਹਾਨੂੰ ਕੀ ਲੱਗਦਾ ਕਿਸੇ ਵੀ ਪਾਰਟੀ ਦੀ ਇੱਥੇ ਸਰਕਾਰ ਹੋਵੇ, ਉਹ ਵੱਡੀ ਕੰਪਨੀ ਦੀ ਸੋਚਦੀ ਹੈ ਜਾਂ ਕਿਸਾਨ ਦੇ ਪੱਖ ਤੋਂ ਸੋਚਦੀ ਹੈ? ਜਿਹੜੀ ਉੱਥੋਂ ਦੀ ਸਰਕਾਰ ਹੈ ਹਾਂਜੀ, ਉਹ ਤਾਂ ਕੰਪਨੀਆਂ ਨੂੰ ਪੈਂਦੀ ਹੈ ਕਿ ਕੰਪਨੀਆਂ ਤੋਂ ਫੰਡ ਮਿਲਦੇ ਆ, ਉਹ ਵੋਟਾਂ ਜਿੱਤਦੇ ਆ, ਉੱਥੇ ਜਾਂਦੇ ਆ ਜੀ। ਇੱਥੇ ਸਰਕਾਰ ਸਾਡੀ ਹੈਲਪ ਕਰਦੀ ਹੈ, ਜੇ ਕੋਈ ਪ੍ਰੋਬਲਮ ਪੈ ਜਾਂਦੀ ਸਾਨੂੰ, ਕੋਈ ਸਾਡੇ ਲਈ ਸਟੋਰਮ ਆ ਗਿਆ, ਕੁਝ ਵੀ ਫਰੂਟ ਦੇ ਵਿੱਚ ਕੋਈ ਚੀਜ਼ ਹੋ ਗਈ, ਉਹ ਅਸੀਂ ਇੰਸ਼ੋਰੈਂਸ ਕਰਾਉਣੇ ਆ ਜੀ। ਇੰਸ਼ੋਰੈਂਸ ਦੇ ਵਿੱਚ ਉਹਦੀ ਕਵਰੇਜ ਹੁੰਦੀ ਹੈ। ਜਿੰਨੇ % ਤੁਸੀਂ ਕਵਰੇਜ ਲੈ ਲਈ, ਉਨੇ % ਤੁਹਾਨੂੰ ਮਿਲਣੀ ਹੈ। ਤੁਸੀਂ ਸਿਰਫ ਫੋਨ ਕਾਲ ਕਰਨੀ ਹੈ। ਉਸ ਫੋਨ ਕਾਲ ਤੇ ਤੁਹਾਨੂੰ ਕਿਸੇ ਨੂੰ ਸਿਫਾਰਿਸ਼ ਕਰਨ ਦੀ ਲੋੜ ਨਹੀਂ, ਨਾ ਉਹਨਾਂ ਨੇ ਤੁਹਾਨੂੰ ਵੱਧ ਕਹਿਣਾ ਨਾ ਘੱਟ ਕਹਿਣਾ। ਆਪੇ ਚੈੱਕ ਕਰਕੇ ਤੁਹਾਡੇ ਘਰੇ ਆਲਮੋਸਟ ਮਹੀਨੇ ਦੇ ਵਿੱਚ ਚੈੱਕ ਆ ਜਾਂਦਾ। ਕੋਈ ਡਿਸਪਿਊਟ ਹੋ ਜਾਏ, ਹਾਂਜੀ, ਕੋਈ ਡਿਸਪਿਊਟ ਹੋ ਜਾਏ ਤਾਂ ਅਫਸਰ ਤੁਹਾਡੀ ਗੱਲ ਸੁਣਦਾ? ਹਾਂਜੀ, ਇੱਥੇ ਸਾਰੇ ਸੁਣਦੇ ਆ। ਇੱਥੇ ਸਾਡਾ ਰੌਲਾ ਹੀ ਨਹੀਂ ਪੈਂਦਾ ਕਿਸੇ ਨਾਲ। ਠੀਕ ਹੈ, ਇੱਥੇ ਸਾਡਾ ਰੌਲਾ ਹੀ ਨਹੀਂ ਹੈਗਾ। ਜਿੱਥੇ ਤੁਸੀਂ ਜਾਓਗੇ ਉੱਥੇ ਤੁਹਾਨੂੰ ਜਿਹੜੇ ਵੀ ਆਫਿਸ ਦੇ ਵਿੱਚ ਤੁਸੀਂ ਜਾਣਾ, ਜੇ ਬੰਦਾ ਉੱਥੇ ਚੇਅਰ ਤੇ ਬੈਠਾ ਹੈ ਤਾਂ ਉੱਠ ਕੇ ਤੁਹਾਡੇ ਕੋਲੇ ਆਊਗਾ ਜੀ। ਬਿਲਕੁਲ ਠੀਕ ਹੈ ਜੀ, ਸ਼ੁਕਰੀਆ ਜੀ। ਤੁਹਾਡੇ ਦੁਬਾਰਾ ਆਉਣਾ ਮੈਂ। ਮਿੱਟੂ ਭਾਜੀ, ਤੁਸੀਂ ਆ ਕੇ ਨਾ ਮਾੜੇ ਜਿਹਾ ਹੱਥ ਸਾਫ਼ ਕਰਾ ਦਿਓ ਜੀ। ਲਓ ਜੀ, ਸ਼ੁਕਰੀਆ। ਮੇਰੇ ਨਾ ਸਭ ਤੋਂ ਪਹਿਲਾਂ ਨਾਂ ਦੱਸਿਓ ਜੀ ਆਪਣਾ। ਸ਼ਮਸ਼ੇਰ ਸਿੰਘ ਜੀ। ਸਰ ਸ਼ਮਸ਼ੇਰ ਸਿੰਘ ਜੀ, ਕਿਉਂਕਿ ਜਦੋਂ ਜੀ ਕਰਦਾ ਹੁੰਦਾ ਕਿ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰੀਏ, ਪੁੱਛੀਏ, ਦਸੀਏ, ਉਹਦੇ ਵਿੱਚ ਖੁਸ਼ੀ ਹੋਵੇ, ਉਹਦੇ ਵਿੱਚ ਸਾਰਾ ਕੁਝ ਹੋਵੇ, ਪਰ ਜਦੋਂ ਮਾਹੌਲ ਇਦਾਂ ਦਾ ਬਣ ਜਾਂਦਾ ਨਾ, ਤਾਂ ਫਿਰ ਕੁਝ ਗੰਭੀਰ ਗੱਲਾਂ ਪੁੱਛਣੀਆਂ, ਦੱਸਣੀਆਂ ਬਣਦੀਆਂ। ਕਿੰਨਾ ਚਿਰ ਹੋ ਗਿਆ ਇੱਥੇ ਖੇਤੀ ਕਰਦਿਆਂ ਨੂੰ? 30 ਸਾਲ ਹੋ ਗਏ ਜੀ। 30 ਸਾਲ ਹੋ ਗਏ। ਹਾਂਜੀ। ਸਰਕਾਰ ਦਾ ਹੱਥ ਰਹਿੰਦਾ ਕਿਸਾਨ ਦੇ ਉੱਤੇ?
ਸਦਾ ਹੀ ਰਹਿੰਦਾ। ਹਾਂਜੀ। ਪਰ ਇਹ ਕੀ ਕਾਰਨ ਆ ਵੀ ਜਾਨੀ ਵੱਡੀਆਂ ਕੰਪਨੀਆਂ ਇੱਥੇ ਵੀ ਤਾਂ ਪਾਰਟੀਆਂ ਨੂੰ ਫੰਡਾਂ ਦੀ ਲੋੜ ਹੁੰਦੀ ਆ, ਇੱਥੇ ਵੀ ਉਹ ਵੱਡੀਆਂ ਕੰਪਨੀਆਂ ਨਾਲ ਰਲ ਸਕਦੇ ਆ ਕਿ ਭਾਈ ਕੋਈ ਗੱਲ ਨਹੀਂ ਇੱਥੇ ਕਿਸਾਨ 20 ਏਕੜ ਵਾਲੇ ਉਹਨਾਂ ਨੂੰ, ਪਰ ਫਿਰ ਵੀ ਰਹਿੰਦਾ ਹੱਥ ਗਵਰਨਮੈਂਟ ਦਾ ਆਲਵੇ ਰਹਿੰਦਾ ਹੈ। ਕਿਵੇਂ ਕੋਈ ਉਦਾਹਰਣ ਜਾਨੀ ਕਿਵੇਂ ਗਵਰਨਮੈਂਟ ਤੁਹਾਡੀ ਮਦਦ ਕਰਦੀ ਆ ਕਿਸਾਨ ਦੀ? ਸਬਸਿਡੀਜ਼ ਫਾਰਮ ਨੂੰ ਜੀ, ਡੀਜ਼ਲ ਤੇ ਸਬਸਿਡੀ, ਮਸ਼ੀਨਰੀ ਤੇ ਸਬਸਿਡੀਜ਼। ਮੈਂ ਇੱਕ ਸਬਸਿਡੀ ਦੀ ਗੱਲ ਕਰਦਾ ਜਾਨੀ ਕਿ ਇਹ ਉਹ ਦੇਸ਼ ਆ ਜਿੱਥੇ ਬਹੁਤੀਆਂ ਚੀਜ਼ਾਂ ਪ੍ਰਾਈਵੇਟ ਹੀ ਨੇ। ਡੀਜ਼ਲ ਦੇ ਉੱਤੇ ਸਬਸਿਡੀ ਮੰਨ ਲਓ ਕਿ ਮੈਂ ਆਪਣੀ ਕਾਰ ਦੇ ਵਿੱਚ ਡੀਜ਼ਲ ਪਵਾਉਣਾ ਤੇ ਉਹ ਤੇ ਜਦੋਂ ਇੱਕ ਖੇਤੀਬਾੜੀ ਲਈ ਡੀਜ਼ਲ ਲੈਣ ਜਾਣਾ ਤੇ ਤੁਹਾਨੂੰ ਕਿੰਨੇ ਰੁਪਈਆਂ ਦਾ ਫਰਕ ਆ ਜਾਂ ਡਾਲਰਾਂ ਦਾ? 20 ਸੈਂਟ ਦਾ ਲੀਟਰ ਨਾਲ ਫਰਕ ਹੈ। ਓਕੇ, ਜੇ ਜਾਨੀ ਇੱਕ ਫੋਰ ਐਗਜ਼ਾਮਪਲ ਜੇ 1 ਲੀਟਰ ਡੀਜ਼ਲ ਮੈਨੂੰ $1 ਦਾ ਮਿਲਦਾ, ਫਾਰਮਰ ਨੂੰ 80 ਸੈਂਟ ਦਾ 80 ਸੈਂਟ ਦਾ ਤਕਰੀਬਨ 20% ਸਸਤਾ ਮਿਲੂਗਾ। ਤੁਸੀਂ ਉੱਥੇ ਜਾ ਕੇ ਕੀ ਪੇਸ਼ ਕਰਦੇ ਹੋ ਉਹਨਾਂ ਨੂੰ ਜਿਹਨਾਂ ਨੂੰ ਪਤਾ ਲੱਗੇ ਵੀ ਤੁਸੀਂ ਟਰੈਕਟਰ ਤੇ ਜਾਣਾ ਤਾਂ ਦੇਣਾ ਉਹਨਾਂ ਨੇ? ਨਹੀਂ, ਇਹ ਕਾਰਡ ਬਣੇ ਆ। ਅੱਛਾ ਜੀ। ਜਿਹੜਾ ਫਾਰਮ ਵਾਲਾ ਗੈਸ ਹੈ ਇਹ ਕਲਰ ਹੈ। ਅੱਛਾ ਜੀ। ਇਹਦੇ ਵਿੱਚ ਰੰਗ ਪਾਇਆ, ਦੂਜਾ ਕਲੀਨ ਹੈ। ਕਲੀਨ ਹੈ, ਉਹਨਾਂ ਨੇ ਤੁਹਾਨੂੰ ਪੱਕਾ ਹੀ ਆ, ਉਹ ਸਰਕਾਰ ਨੇ 20% ਕੱਟ ਨੂੰ ਦੇਣਾ। ਹਾਂਜੀ, ਉਹ ਆਪਣਾ ਬਿੱਲ ਤੇ ਆ ਜਾਣਾ ਜਦੋਂ ਜੀ, ਆਪਣੇ ਟੈਕਸ ਭਰਿਆ ਜਾਣਾ। ਟੈਕਸ ਭਰਿਆ ਜਿਹੜਾ ਵਾਈਟ ਹੈ ਉਹ ਨਹੀਂ ਭਰਿਆ ਜਾਣਾ। ਠੀਕ ਹੈ, ਇਹ ਸਰਕਾਰ ਮਦਦ ਕਰਦੀ ਹੈ। ਤਾਂ ਮਸ਼ੀਨਰੀ ਖਰੀਦਣ ਵਾਲੀ ਵੀ ਸਰਕਾਰ ਮਦਦ ਮਸ਼ੀਨਰੀ ਦੀ ਕਰਦੀ ਹੈ। ਕਿੱਦਾਂ ਮਦਦ ਕਰਦੀ ਹੈ ਜੀ? ਕੋਈ ਇੱਕ ਮਸ਼ੀਨਰੀ ਦੀ ਉਦਾਹਰਨ ਦਿਓ ਜਿਹੜੀ ਤੁਸੀਂ ਲਈ ਹੋਵੇ ਪਿਛਲੇ ਸਾਲ। ਮੈਂ ਪਿਛਲੇ ਸਾਲ ਲਈ ਹੈ ਸਪਰੇਅਰ, ਉਹ ਲਈ 30,000 ਦੀ। ਠੀਕ ਹੈ ਜੀ। ਮੈਨੂੰ 10,000 ਸਬਸਿਡੀ ਮਿਲੀ ਉੱਤੇ। ਵਾਪਸ ਨਹੀਂ ਕਰਨੀ? ਉਹ ਨਹੀਂ, ਵਾਪਸ ਨਹੀਂ ਕਰਨੀ। ਤੁਹਾਡਾ 20,000 ਹੀ ਲੱਗਾ? ਮੈਨੂੰ 20,000 ਮਿਲ ਗਿਆ। ਯਾਨੀ ਇਹਦਾ ਮਤਲਬ ਹੈ ਕਿ 66% ਰੁਪਈਏ ਤੁਸੀਂ ਦਿੱਤੇ, 33% ਉਹਨਾਂ ਨੇ ਦਿੱਤੇ। ਅੱਛਾ, ਉਹਦੇ ਲਈ ਸਾਡੇ ਕੋਲ ਵੀ ਪੰਜਾਬ ਦੇ ਵਿੱਚ ਭਾਰਤ 'ਚ ਸਿਸਟਮ ਹੈਗਾ ਕਿ ਤੁਸੀਂ ਗ੍ਰੀਨ ਹਾਊਸ ਬਣਾਉਣਾ ਹੈ, ਉਹਦੇ ਲਈ ਵੀ ਸਰਕਾਰਾਂ ਸਬਸਿਡੀ ਦਿੰਦੀਆਂ। ਤੁਸੀਂ ਕੋਈ ਮੱਖੀ ਪਾਲਣ ਦਾ ਕੰਮ ਕਰਨਾ ਹੈ, ਤੁਸੀਂ ਕੋਈ ਮਸ਼ੀਨਰੀ ਖਰੀਦਣੀ, ਪਰ ਇੰਨੀ ਸੌਖੇ ਤਰੀਕੇ ਨਾਲ ਨਹੀਂ ਮਿਲਦੀ ਇੱਥੇ। ਜਾਨੀ ਤੁਹਾਨੂੰ ਕਿੰਨੀਆਂ ਸਿਫਾਰਸ਼ਾਂ ਲੜਾਉਣੀਆਂ ਪਈਆਂ? ਕੋਈ ਸਿਫਾਰਸ਼ ਨਹੀਂ। ਕੀ ਕੀਤਾ ਉਹਦੇ? ਪੇਪਰ ਵਰਕ ਆਪਣਾ ਜਿਵੇਂ ਉਹਨਾਂ ਦਾ ਰਿਕਮੈਂਡ ਕਰਦੇ ਆ ਉਹ ਫਾਈਲ ਕਰ ਦਿਓ ਤੇ ਕੁਝ ਚਿਰ ਬਾਅਦ ਤੈਨੂੰ ਚੈੱਕ ਕਰਿਆ ਜਾਊਗਾ। ਨਹੀਂ, ਤੁਸੀਂ ਦਫ਼ਤਰ 'ਚ ਜਾਂਦੇ ਹੋ, ਆਫਿਸ 'ਚ ਜਾਂਦੇ ਆ, ਉਹ ਤੁਹਾਨੂੰ ਸਮਝਾ ਦਿੰਦੇ ਵੀ ਐਂ ਕਰਨਾ? ਸਮਝਾ ਦਿੰਦੇ ਆ ਚੰਗੇ ਤਰੀਕੇ। ਬੰਦਾ ਘਰੇ ਵੀ ਆਉਂਦਾ ਹੈ। ਅੱਛਾ, ਆਫਿਸ ਵਾਲੇ ਬੰਦੇ ਜਿਹੜੇ ਆ ਘਰੇ ਆ ਕੇ ਤੁਹਾਡਾ ਪੇਪਰ ਵਰਕ ਕਰ ਜਾਂਦੇ ਆ। ਅੱਛਾ, ਜੇ ਤੁਸੀਂ ਕਰਨਾ ਤਾਂ ਹਾਂ, ਕੋਈ ਦਿੱਕਤ ਨਹੀਂ? ਕੋਈ ਦਿੱਕਤ ਨਹੀਂ। ਠੀਕ ਹੈ ਜੀ। ਤੇ ਜਿਹੜਾ ਉੱਥੇ ਪੰਜਾਬ 'ਚ ਮਾਹੌਲ ਚੱਲਦਾ ਉਹਦੇ ਬਾਰੇ ਕੀ ਸੋਚਦੇ ਹੋ? ਜਾਨੀ ਵੀ ਕੀ ਲੱਗਦਾ ਭਵਿੱਖ ਪੰਜਾਬ ਬਾਰੇ? ਬੜਾ ਔਖਾ ਕਹਿਣਾ, ਉੰਝਲਿਆ ਪਿਆ ਕੰਮ ਬਹੁਤ ਜ਼ਿਆਦਾ। ਇੱਕ ਨਾ ਹੁੰਦਾ ਆਮ ਤੌਰ ਦੇ ਉੱਤੇ ਕਲੰਬਾ ਜਿਹਾ ਹੁੰਦਾ ਸਾਡੇ ਪੰਜਾਬ ਵਾਲੇ ਲੋਕਾਂ ਦੇ ਨਾਲ ਕਿ ਯਾਰ ਤੁਸੀਂ ਕੰਮ ਨਹੀਂ ਕਰਦੇ, ਤੁਹਾਡਾ ਤਾਂ ਭੱਠਾ ਬੈਠਾ ਆ। ਪਰ ਇਸ ਲਈ ਕੀ ਲੱਗਦਾ ਵੀ ਜਾਨੀ ਨਹੀਂ, ਕੰਮ ਵਾਲੀ ਗੱਲ ਤਾਂ ਉਹ ਵੱਖਰੀ ਸਟੋਰੀ ਹੈ, ਕਿਉਂਕਿ ਅਸੀਂ ਜਦੋਂ ਦੇ ਆਏ ਹੁਣ ਤੱਕ ਕੰਮ ਕਰੀ ਜਾਂਦੇ ਆ, ਹੱਥੀਂ ਕੰਮ ਕਰਦੇ ਆ ਜੀ। ਉੱਥੇ ਹੀ ਜਾਂਦੇ ਆ ਬੈਕ, ਸਾਡੇ ਆਪਣੇ ਭਤੀਜੇ ਆ ਜਾਂ ਹੋਰ ਵੀ ਫੈਮਿਲੀ ਦੇ ਬੰਦੇ ਆ ਨੇੜੇ ਤੇੜੇ, ਕੋਈ ਹੱਥੀਂ ਕੰਮ ਨਹੀਂ ਕਰਦਾ। ਹੱਥੀਂ ਕੰਮ ਨਹੀਂ ਕਰਦਾ, ਇੱਕ ਤਾਂ ਉਹ ਸਮੱਸਿਆ ਆ, ਵੱਡੀ ਸਮੱਸਿਆ। ਤੇ ਦੂਜੀ ਸਰਕਾਰ ਵੱਲੋਂ ਸਿਸਟਮ ਵੱਲੋਂ ਵੀ ਸਮੱਸਿਆ। ਸਿਸਟਮ ਤਾਂ ਫੇਲ ਆ ਉੱਥੇ, ਸਿਸਟਮ ਨੇ ਫੇਲ ਕੀਤਾ। ਜਾਨੀ ਕੀ ਲੱਗਦਾ ਜੇ ਮੈਂ ਤੁਹਾਨੂੰ ਪੁੱਛਣਾ ਹੋਵੇ ਵੀ ਜੇ ਉੱਥੇ ਸਿਸਟਮ ਦਰੁਸਤ ਹੋ ਜਾਏ ਤਾਂ ਖੇਤੀਬਾੜੀ ਪੈਰੀ ਹੋ ਸਕਦੀ ਹੈ? ਹੋ ਸਕਦੀ ਹੈ, ਜ਼ਰੂਰ ਹੋ ਸਕਦੀ ਹੈ। ਠੀਕ ਹੈ ਜੀ, ਮੈਂ ਤੁਹਾਡੇ ਨਾਲ ਦੁਬਾਰਾ ਫਿਰ ਇੱਕ ਵਾਰੀ ਆਉਣਾ। ਮਿੱਠੂ ਭਾਈ ਜੀ, ਤੁਸੀਂ ਆਪ ਦੀ ਡਿਊਟੀ ਜਿਹੜੀ ਆ ਠੋਕ ਵਜਾ ਕਰਿਓ। ਇਹ ਅਸੀਂ ਇਸ ਕਰਕੇ ਆ ਸਾਰਾ ਕੁਝ ਕਰ ਰਹੇ ਹਾਂ ਕਿਉਂਕਿ ਕੋਵਿਡ ਦੇ ਕਰਕੇ ਕੁਝ ਸੀਮਾ ਰੇਖਾ ਨਿਰਧਾਰਿਤ ਕੀਤੀ ਹੋਈ ਹੈ ਸਰਕਾਰ ਨੇ, ਤੇ ਅੱਜ ਅਸੀਂ ਉਹ ਸੋਈਅਸ ਦੇ ਵਿੱਚ ਆ। ਸੋਈਅਸ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਉਹ ਇਲਾਕਾ ਜਿੱਥੇ ਪੰਜਾਬੀ ਭਾਈਚਾਰੇ ਦਾ ਖੇਤੀਬਾੜੀ ਦੇ ਉੱਤੇ ਪੂਰਾ ਦਬਦਬਾ, ਰੱਜ ਕੇ ਮਿਹਨਤ ਕਰਦੇ ਆ, ਪਰ ਪੰਜਾਬ ਦੇ ਕਿਸਾਨਾਂ ਦੇ ਲਈ ਚਿੰਤਾ ਹੈ। ਇਹ ਪ੍ਰੋਗਰਾਮ ਇਸ ਕਰਕੇ ਵੀ ਇੰਪੋਰਟੈਂਟ ਹੈ ਕਿਉਂਕਿ ਇੱਥੇ ਵੀ ਕੋਈ ਚੀਜ਼ ਜਿਹੜੀ ਹੈ ਸਰਕਾਰੀ ਪੱਖ ਤੋਂ ਨਹੀਂ ਖਰੀਦੀ ਜਾਂਦੀ, ਪਰ ਇਹਦੇ ਬਾਵਜੂਦ ਵੀ ਸਰਕਾਰ ਕਿੰਨੀ ਨਾਲ ਜਿਹੜੀ ਉਹ ਕਿਸਾਨਾਂ ਦੇ ਖੜੀ ਹੈ ਕਿ ਭਾਈ ਕਿਸਾਨ ਬਚਣੇ ਚਾਹੀਦੇ। ਕੋਈ ਬਹੁਤ ਵੱਡੇ ਕਿਸਾਨ ਨਹੀਂ ਹੈ ਕਿ ਸਰਕਾਰ ਨੂੰ ਪਲਟਾ ਦੇਣਗੇ ਜਾਂ ਸਰਕਾਰ ਬਣਾਉਣ ਦੇ ਵਿੱਚ ਵੱਡੀ ਹਿੱਸੇਦਾਰੀ ਹੋਏਗੀ, ਪਰ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਹਰਜੀਤ ਸਿੰਘ ਸਿੱਧੂ। ਪੰਜਾਬ 'ਚ ਪਿੱਛੋਂ ਕਿੱਥੋਂ? ਮੋਗੇ ਕੋਲੇ ਅਜੀਤਵਾਲ। ਅਜੀਤਵਾਲ, ਠੀਕ ਹੈ ਜੀ। ਕਿੰਨੇ ਸਾਲ ਹੋ ਗਏ ਇੱਥੇ ਆਇਆ ਨੂੰ? ਮੈਨੂੰ 30 ਸਾਲ ਹੋ ਗਏ ਜੀ। ਖੇਤੀ ਕਦੋਂ ਦੇ ਕਰਦੇ ਹੋ? 28 ਸਾਲ ਹੋ ਗਏ। ਕਦੀ ਸਰਕਾਰ ਤੇ ਗੁੱਸਾ ਰੁੱਸਾ ਆਇਆ ਹੋਵੇ ਇੱਥੋਂ ਵਾਲੀ ਤੇ ਕਿ ਬਾਈ ਬਾਂਹ ਨਹੀਂ ਫੜੀ? ਨਹੀਂ, ਕਦੇ ਵੀ ਨਹੀਂ। ਇਦਾਂ ਕਿਉਂ ਜੀ? ਸਰਕਾਰਾਂ ਵਧੀਆ ਜੀ। ਸਰਕਾਰਾਂ ਵਧੀਆ, ਚਾਹੇ ਕਿਸੇ ਪਾਰਟੀ ਦੀ ਹੋਵੇ? ਕਿਸੇ ਪਾਰਟੀ ਦੀ ਹੋਵੇ, ਕਦੇ ਆਈ ਨਹੀਂ ਪ੍ਰੋਬਲਮ। ਠੀਕ ਹੈ ਜੀ। ਮੈਨੂੰ ਇੱਕ ਗੱਲ ਦੱਸਿਓ ਕਿ ਇੱਥੇ ਕੋਈ ਕੀ ਬੀਜਦੇ ਹੋ? ਤਕਰੀਬਨ ਚੈਰੀ। ਹਾਂ, ਹੁਣ ਮੋਸਟਲੀ ਚੈਰੀ ਹੋਈ ਆ। ਚੈਰੀ ਹੋਈ ਆ। ਤਾਂ ਉਹ ਚੈਰੀ ਜਿਹੜੀ ਆ ਉਹ ਜਦੋਂ ਤੁਸੀਂ ਮੰਨ ਲਓ ਕਿ ਬੀਜ ਲਈ, ਉਹਦਾ ਕੰਟਰੈਕਟ ਹੁੰਦਾ ਕਿ ਖੁੱਲੀ ਮੰਡੀ 'ਚ ਵੇਚਦੇ ਹੋ? ਆਪਦੀ ਮਰਜ਼ੀ ਆ। ਆਪਦੀ ਮਰਜ਼ੀ। ਹਾਂਜੀ, ਕੰਟਰੈਕਟ ਕਰਨਾ ਉਹ ਵੀ ਕਰ ਸਕਦੇ ਆ। ਬੀਮਾ ਕਰਾਇਆ? ਹਾਂਜੀ। ਕਿੰਨਾ ਪੈਸੇ ਦੇਣੇ ਪੈਂਦੇ ਪ੍ਰੀਮੀਅਮ ਨੂੰ ਅੰਦਾਜ਼ਾ? ਜੇ ਬੇਸਿਕ ਹੈਗਾ ਫਿਰ ਤਾਂ $400-500 ਵਿੱਚ ਹੀ ਇੱਕ ਏਕੜ ਦਾ? ਨਹੀਂ, ਸਾਰੀ ਕ੍ਰੌਪ ਦਾ। ਸਾਰੀ ਕ੍ਰੌਪ ਦਾ। ਠੀਕ ਹੈ ਜੀ। ਬੇਸਿਕ ਦਾ ਜਿਵੇਂ ਮੇਰੇ ਕੋਲ 13 ਏਕੜ ਹੈਗੀ ਚੈਰੀ। ਹਾਂਜੀ। ਤੇ ਜਿਵੇਂ ਬੇਸਿਕ ਦਾ ਜਿਵੇਂ 28-30,000 ਜੀ ਮਿਲ ਜਾਂਦਾ ਬੇਸਿਕ ਦਾ, ਜਿਵੇਂ ਹੋਰ ਨਹੀਂ ਐਕਸਟਰਾ ਲੈਣਾ ਜੇ ਸਮੱਸਿਆ ਪੈਦਾ ਹੁੰਦੀ ਹੈ। ਤਾਂ ਠੀਕ ਹੈ ਜੀ। ਜੇ ਉਹ ਓਵਰ 50% ਡੈਮੇਜ ਹੁੰਦਾ ਹੈ ਫਿਰ ਇੰਨੇ ਕੁ ਮਿਲ ਜਾਂਦੇ ਆ। ਅਸੀਂ ਨਹੀਂ ਚਾਹੁੰਦੇ ਕਦੇ ਨੁਕਸਾਨ ਹੋਵੇ, ਪਰ ਮੈਂ ਸਿਰਫ ਇਹ ਪੁੱਛਣਾ ਕਿ ਉਹ ਜਿਹੜਾ ਬੀਮਾ ਆ, ਹਾਂਜੀ, ਉਹਦੇ ਵਿੱਚ ਸਰਕਾਰ ਵੀ ਕੋਈ ਹਿੱਸਾ ਪਾਉਂਦੀ ਆ ਜਾਂ ਜਿਹੜਾ 400-500 ਤੁਸੀਂ ਦੇਤਾ ਉਹੀ ਆ?
ਨਹੀਂ ਜਿਵੇਂ 4-500 ਅਸੀਂ ਦੇਣਾ ਉਹ ਚ ਓਵਰ 45% ਗਵਰਨਮੈਂਟ ਉਹਨਾਂ ਦਾ, ਜਾਣੀ ਕਿ ਇਹ ਵੱਡੀ ਗੱਲ ਹੈ ਜੀ। ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜੇ 100 ਰੁਪਏ ਦਾ ਬੀਮਾ ਤੇ ਉਹਦੇ ਵਿੱਚੋਂ 55 ਕਿਸਾਨ ਨੂੰ ਦੇਣੇ ਪੈਂਦੇ ਆ ਤਾਂ 45 ਤਕਰੀਬਨ ਸਰਕਾਰ ਦਿੰਦੀ ਹੈ। ਹਾਂਜੀ। ਕਦੇ ਅੱਜ ਤੱਕ ਬੀਮੇ ਦੇ ਪੈਸੇ ਲੈਣੇ ਤਾਂ ਨਹੀਂ ਪਏ? ਨਹੀਂ ਇੱਕ ਫੋਨ ਕਾਲ ਕਰਕੇ ਨਹੀਂ ਲਏ ਕਦੀ ਪੈਸੇ? ਖਰਾਬਾ ਹੋਇਆ ਕਦੀ? ਹਾਂਜੀ ਕਾਫੀ ਵਾਰੀ ਉਹ ਜਾਣੀ ਕੀ ਖਰਾਬਾ ਹੋਇਆ ਸੀ? ਸਮੱਸਿਆ ਕਿਉਂ ਆਈ ਸੀ? ਉਹ ਮੀਂਹ ਪੈ ਗਿਆ ਸੀ? ਗੜੇ ਪੈ ਜਾਂਦੇ ਹੈਗੇ ਆ, ਗੜੇ ਪੈ ਜਾਂਦੇ, ਜਿਆਦਾ ਮੀਂਹ ਪੈ ਕੇ ਸਪਲਿਟ ਹੋ ਜਾਂਦੀ ਹੈਗੀ ਆ। ਠੀਕ ਹੈ ਜੀ। ਹਾਂਜੀ, ਠੰਡ ਦੀ ਮਾਰ ਵੀ ਪੈ ਜਾਂਦੀ ਹੈ। ਅੱਛਾ, ਉਹਦੇ ਤੋਂ ਬਾਅਦ ਤੁਸੀਂ ਫਿਰ ਕੀ ਮੰਨ ਲਓ ਅੱਜ ਗੜੇ ਪੈ ਗਿਆ, ਫਿਰ ਤਾਂ ਇਹ ਹੋਣਾ ਕਿ ਭਾਈ ਨੁਕਸਾਨ ਬਹੁਤ ਹੋ ਗਿਆ ਤੇ ਟੈਲੀਫੋਨ ਕਰਕੇ ਪੈਸੇ ਮਿਲ ਜਾਂਦੇ ਆ? ਬਸ ਉਹਨਾਂ ਨੂੰ ਫੋਨ ਕਾਲ ਕਰਨੀ ਹੈਗੀ, ਉਹਨਾਂ ਨੇ ਆ ਕੇ ਚੈੱਕ ਕਰ ਜਾਣਾ ਜੀ। ਜੋ ਤੁਹਾਡਾ ਡੈਮੇਜ ਹੈਗਾ ਬਣਦਾ ਉਹ 2-3 ਵੀਕ ਦੇ ਵਿੱਚ ਤੁਹਾਡੇ ਘਰੇ ਚੈੱਕ ਆ ਜਾਣੀ ਹੈ। 2-3 ਹਫ਼ਤਿਆਂ 'ਚ ਘਰੇ ਆ ਜਾਣਾ। ਅੱਛਾ, ਮੈਨੂੰ ਇੱਕ ਗੱਲ ਦੱਸੋ, ਸਾਡੇ ਨਾਲ ਇੱਕ ਵਾਰੀ ਸਰਕਾਰ ਜਿਹੜੀ ਆ ਭਾਰਤ ਦੀ, ਆਪਾਂ ਨਿੰਦਿਆ ਕਿਸੇ ਦੀ ਨਹੀਂ ਕਰਦੇ, ਇਹ ਸਿਰਫ ਗੱਲਾਂ ਬਾਤਾਂ, ਸਕੀਮ ਇਹ ਬਣਾਈ ਗਈ ਸੀ ਕਿ ਆ ਭਾਈ ਫਸਲਾਂ ਦਾ ਬੀਮਾ ਹੋਣਾ, ਪੰਜਾਬ ਸਰਕਾਰ ਨੇ ਉਹ ਲਈ ਨਹੀਂ ਸੀ। ਉਹਦੇ ਵਿੱਚ ਇਹ ਸੀ ਕਿ ਜੇ ਤਾਂ ਸਾਰਾ ਪਿੰਡ ਬੀਮਾ ਕਰਾਉਂਦਾ ਫੇਰ ਤਾਂ ਮਿਲਣਾ, ਜੇ ਵਿੱਚੋਂ ਇੱਕ ਵੀ ਬੰਦੇ ਨੇ ਬੀਮਾ ਨਾ ਕਰਾਇਆ ਫਿਰ ਕਿਸੇ ਨੂੰ ਵੀ ਨਹੀਂ ਮਿਲਣਾ। ਇਦਾਂ ਦੀ ਗੱਲ ਤਾਂ ਨਹੀਂ ਕਿ ਜੇ ਮੰਨ ਲਓ ਤੁਹਾਡੇ ਗੁਆਂਢੀਆਂ ਦੇ ਨੁਕਸਾਨ ਨਹੀਂ ਹੋਇਆ, ਤੁਹਾਡੇ ਹੋ ਗਿਆ, ਤੁਹਾਨੂੰ ਇਕੱਲਿਆਂ ਨੂੰ ਮਿਲ ਜਾਣਾ? ਹਾਂਜੀ। ਸਰਕਾਰ ਖੜੀ ਰਹਿੰਦੀ ਹੈ, ਕਦੇ ਕੋਈ ਦਿੱਕਤ ਨਹੀਂ ਆਉਂਦੀ? ਕਦੇ ਵੀ ਨਹੀਂ। ਠੀਕ ਹੈ ਜੀ। ਹੋਰ ਕੋਈ ਪੰਜਾਬ ਦੇ ਲੋਕਾਂ ਨੂੰ ਕੋਈ ਸੁੱਖ ਸੁਨੇਹਾ ਸਲਾਹ ਕੋਈ ਕੀ ਲੱਗਦਾ ਜੀ? ਪੰਜਾਬ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਜੀ ਹੁਣ, ਬਹੁਤ ਜ਼ਿਆਦਾ ਹੋ ਰਿਹਾ ਜੀ। ਹਾਂਜੀ। ਸਰਕਾਰਾਂ ਨੂੰ ਥੋੜਾ ਸਮਝਣਾ ਚਾਹੀਦਾ ਨਾ, ਕਿਸਾਨ ਸਮਝਣਾ ਚਾਹੀਦਾ। ਹਾਂਜੀ। ਤੁਸੀਂ ਉੱਥੇ ਖੇਤੀ ਕਰਦੇ ਸੀ? ਹਾਂਜੀ, ਮੈਂ 8 ਸਾਲ ਖੇਤੀ ਕੀਤੀ ਉੱਥੇ। ਕੀ ਫਰਕ ਲੱਗਾ ਉੱਥੇ ਤੋਂ ਇੱਥੇ ਆ ਕੇ ਜਦੋਂ ਦੇਖਦੇ ਹੋ? ਉੱਥੇ ਹੁਣ ਜਿਵੇਂ ਉਸ ਟਾਈਮ ਦੇ ਨਾਲ ਖੇਤੀ ਦਾ ਹੁਣ ਉੱਥੇ ਵੀ ਫਰਕ ਪੈ ਗਿਆ। ਜਦੋਂ ਮੈਂ ਉੱਥੇ ਖੇਤੀ ਕਰਦਾ ਸੀਗਾ, ਅਸੀਂ ਆਲਮੋਸਟ ਜਿੰਨੇ ਕੁ ਵੀ ਫਾਰਮਰ ਸੀਗੇ 75% ਲੋਕ ਉੱਥੇ ਖੇਤ 'ਚ ਕੰਮ ਕਰਦੇ ਸੀ, ਖੇਤ ਹੀ ਰਹਿੰਦੇ ਸੀ ਰਾਤ ਨੂੰ। ਹੁਣ ਉੱਥੇ ਜਾਈਦਾ ਹੈਗਾ, ਉੱਥੇ ਦਿਨੇ ਕੋਈ ਫਾਰਮ ਦੇ ਵਿੱਚ ਕੋਈ ਬੰਦਾ ਦਿਖਦਾ ਨਹੀਂ, ਆਟੋਮੈਟਿਕ ਲੱਗੇ ਆ ਜੀ, ਤੇ ਉਹ ਵੀ ਫਰਕ ਪੈ ਗਿਆ। ਨਹੀਂ, ਠੀਕ ਹੈ ਜੀ। ਮੈਂ ਤੁਹਾਡੇ ਕੋਲੇ ਦੁਬਾਰਾ ਆਉਣਾ ਜੀ ਵਾਪਸ। ਹੁਣ ਤੱਕ ਦੀ ਇਸ ਗੱਲਬਾਤ ਦੇ ਵਿੱਚੋਂ 3 ਗੱਲਾਂ ਜਿਹੜੀਆਂ ਉਹ ਸਾਡੇ ਕੋਲੇ ਹੁਣ ਸਾਹਮਣੇ ਆ ਗਈਆਂ। ਪਹਿਲੀ ਗੱਲ ਇਹ ਹੈ ਕਿ ਡੀਜ਼ਲ ਦੇ ਉੱਤੇ ਜਾਂ ਤੇਲ ਦੇ ਉੱਤੇ ਜਿਹੜੀ ਉਹ ਸਬਸਿਡੀ ਮਿਲਦੀ ਹੈ, ਸਰਕਾਰ ਜਿਹੜੀ ਹੈ ਉਹ ਕਿਸਾਨ ਨੂੰ ਕਹਿੰਦੀ ਹੈ ਕਿ ਭਾਈ ਜੇ ਤੂੰ ਖੇਤੀਬਾੜੀ ਕਰਨੀ ਆ, ਤੇਰੇ ਨਾਲ ਖਲੋਤੇ ਆ 20% ਰੁਪਈਏ ਸਾਡੇ ਵੱਲੋਂ। ਦੂਸਰੀ ਗੱਲ ਜਿਹੜੀ ਸਾਂਝੀ ਸਾਹਮਣੇ ਆਈ ਹੈ ਉਹ ਇਹ ਆਈ ਹੈ ਕਿ ਬੀਮਾ ਬਹੁਤ ਇੰਪੋਰਟੈਂਟ ਚੀਜ਼ ਹੈ। ਬੀਮੇ ਦੇ ਵਿੱਚ ਤਕਰੀਬਨ 45% ਸ਼ੇਅਰ ਸਰਦਾਰ ਸਾਹਿਬ ਦੱਸਣ ਦੇ ਮੁਤਾਬਕ ਜਿਹੜਾ ਉਹ ਸਰਕਾਰ ਦਾ, ਕਿ 45% ਜਿਹੜਾ ਉਹ ਪ੍ਰੀਮੀਅਮ ਆ ਉਹ ਸਰਕਾਰ ਦਿੰਦੀ ਹੈ ਤੇ ਬੀਮੇ ਦੇ ਪੈਸੇ ਕੜਕ ਕਰਕੇ ਮਿਲਦੇ ਆ। ਇੱਦਾਂ ਨਹੀਂ ਕਿ ਤੁਹਾਨੂੰ ਮਿਹਨਤ ਤਰਲਾ ਕਰਨਾ ਪਊ, ਇੱਦਾਂ ਨਹੀਂ ਕਿ ਤੁਹਾਨੂੰ ਉਹਦੇ ਵਿੱਚੋਂ ਹਿੱਸੇਦਾਰੀ ਤੈਅ ਕਰਨੀ ਪਊ, ਇੱਦਾਂ ਨਹੀਂ ਕਿ ਉੱਥੇ ਕੋ ਆਣ ਕੇ ਪਹਿਲਾਂ ਸਰਕਾਰ ਦੇ ਕੋਈ ਮੰਤਰੀ ਸਾਹਿਬ ਆ ਕੇ ਚੈੱਕ ਵੰਡਣਗੇ। ਵੈਸੇ ਪੁੱਛ ਲੈਣੇ, ਹੋ ਸਕਦਾ ਭਾਈ ਵੰਡਦੇ ਹੁਣ, ਮੈਨੂੰ ਬਹੁਤਾ ਤਾਂ ਪਤਾ ਨਹੀਂ। ਇਹਦੇ ਤੋਂ ਇਲਾਵਾ ਵੀ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆ ਗਈਆਂ ਕਿ ਜੇ ਮਸ਼ੀਨਰੀ ਲੈਣੀ ਹੈ 33% ਪੈਸੇ ਜੇ ਸਰਕਾਰ ਮਸ਼ੀਨਰੀ ਦੇ ਉੱਤੇ ਵੀ ਦਿੰਦੀ ਹੈ, ਤੇ ਇਹਦਾ ਮਤਲਬ ਹੈ ਕਿ ਫਾਰਮ ਵੀ ਜੀ ਉਹ ਘਰੇ ਆ ਕੇ ਪਰ ਸਿਸਟਮ ਕ੍ਰੀਏਟ ਜਿਹੜਾ ਉਹ ਕੀਤਾ ਹੋਇਆ। ਲਓ ਜੀ, ਪ੍ਰਧਾਨ ਸਾਹਿਬ ਦੇ ਹੱਥ ਸਹੀ ਕਰਾਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੋਈ ਕਿਸਾਨਾਂ ਦੀ ਕੋਈ ਯੂਨੀਅਨ ਵੀ ਬਣੀ ਹੋ? ਹਾਂਜੀ, ਦੂਜਾ ਮੈਂ ਹੈਗਾ ਪ੍ਰੈਜ਼ੀਡੈਂਟ BC ਫਰੂਟ ਗਰੋਅਰਸ ਐਸੋਸੀਏਸ਼ਨ ਦਾ। ਓਕੇ ਜੀ। ਤੇ ਕਿਹੜਾ ਬ੍ਰਿਟਿਸ਼ ਕੋਲੰਬੀਆ, ਇਹਦੇ ਚ ਲਗਭਗ 30 ਐਸੋਸੀਏਸ਼ਨਸ ਅਲੱਗ-ਅਲੱਗ ਆ। ਕਿਹੜਾ ਹੈਗੇ ਗ੍ਰੇਪ ਗਰੋਅਰਸ, ਉਹਨਾਂ ਦੀ ਅੱਡ ਆ ਜੀ। ਕਿਹੜੇ ਹੈਗੇ ਫਲਾਵਰ ਗਰੋਅਰਸ, ਉਹਨਾਂ ਦੀ ਅਲੱਗ ਆ। ਕਿਹੜੇ ਹੈਗੇ ਡੇਅਰੀ ਚ, ਉਹ ਅੱਡ ਆ ਜੀ। ਤੇ ਦੂਜਾ ਕੈਟਲ, ਉਹਨਾਂ ਦੀ ਅਲੱਗ ਆ। ਤੇ ਅਸੀਂ ਰੈਪਰੈਜ਼ੈਂਟ ਕਰਦੇ ਆ ਟਰੀ ਫਰੂਟ ਇਸ਼ੂਜ਼। ਓਕੇ ਜੀ, ਜਿਹੜੇ ਜਾਨੀ ਫਰੂਟ ਦਰਖਤ ਤੇ ਲੱਗਦੇ ਆ। ਹਾਂਜੀ, ਐਵਰੀਥਿੰਗ ਕਿਹੜਾ ਫਰੂਟ ਆ। ਮੇਰਾ ਪਹਿਲਾ ਸਵਾਲ, ਤੁਹਾਡਾ ਨਾਂ ਕੀ ਹੈ ਜੀ? ਭੁਪਿੰਦਰ ਧਾਲੀਵਾਲ। ਤੁਸੀਂ ਪੰਜਾਬ ਤੋਂ ਕਿੱਥੋਂ? ਜੀ, ਉੱਥੇ ਪਿੰਡ ਹੈਗਾ ਲੱਖਾ, ਕਲੋਜ਼ ਟੂ ਜਗਰਾਉਂ ਦੇ ਨੇੜੇ। ਹਾਂਜੀ। ਸਵਾਲ ਮੇਰਾ ਇਹ ਹੈ ਕਿ ਕਿੰਨੇ ਸਾਲ ਹੋ ਗਏ ਖੇਤੀ ਕਰਦਿਆਂ ਨੂੰ? ਇੱਥੇ ਇਲਾਕੇ ਦੇ 77 ਚ ਆ ਗਏ ਸੀਗੇ। ਅੱਛਾ ਜੀ, 77 ਤੇ ਫਾਦਰ ਉਹ ਖੇਤੀ ਚ ਹੀ ਲੱਗੇ ਸੀ। ਅੱਛਾ, ਪਰਿਵਾਰ ਖੇਤੀ ਚ ਹੀ ਆ? ਖੇਤੀ ਚ ਹੀ ਆਏ ਆ। ਹੁਣ ਜਿਹੜੀ ਤੁਸੀਂ ਦੱਸੀ ਨਾ ਕਿ ਯੂਨੀਅਨ ਬਣਾਉਣੀ ਪੈਂਦੀ ਹੈ, ਇਹ ਤਾਂ ਫਿਰ ਪਿਛਲੀਆਂ ਸਾਰੀਆਂ ਗੱਲਾਂ ਤੁਸੀਂ ਢਾਤੀਆਂ। ਜਦ ਸਰਕਾਰ ਮਦਦ ਕਰਦੀ ਹੈ, ਕੋਈ ਰੌਲਾ ਹੀ ਨਹੀਂ, ਫਿਰ ਯੂਨੀਅਨ ਕਿਉਂ ਬਣਾਉਣੀ ਪੈਂਦੀ ਹੈ? ਨਹੀਂ, ਉਹੀ ਗੱਲ ਆ, ਕਿਹੜਾ ਗਵਰਨਮੈਂਟ ਆ ਉਹ ਵੀ ਪਾਲਿਸੀਆਂ ਚੇਂਜ ਕਰ ਦਿੰਦੀ, ਕਿਵੇਂ ਇੰਡੀਆ ਹੋ ਰਹੀਆਂ, ਰਾਈਟ। ਤੇ ਕਦੋਂ ਸਾਡੇ ਗਰੋਅਰਾਂ ਵੱਲੋਂ ਕਿਹੜੀਆਂ ਪਾਲਿਸੀਆਂ ਉਹ ਹੈਗੀਆਂ ਵੱਡੇ ਸ਼ਹਿਰਾਂ 'ਚ, ਬਿਲਡਿੰਗ 'ਚ, ਜਿਹੜਾ ਔਨ ਦਾ ਗਰਾਊਂਡ ਉਹ ਅੰਡਰਸਟੈਂਡ ਨਹੀਂ ਕਰਦੇ ਕੀ ਹੋ ਰਿਹਾ, ਫਿਰ ਦੱਸਣਾ ਪੈਂਦਾ। ਹਾਂਜੀ, ਦੱਸਣਾ ਪੈਂਦਾ। ਉਹ ਕਦੋਂ ਕਹਿੰਦੇ ਆ ਵੀ ਸਾਡੇ ਕੋਲ ਇੰਸ਼ੋਰੈਂਸ ਚਾਹੀਦੀ ਹੈ, ਗੱਡੀਆਂ ਤੇ ਇੰਸ਼ੋਰੈਂਸ ਮਿਲਦੀ ਆ, ਘਰਾਂ ਤੇ ਇੰਸ਼ੋਰੈਂਸ ਮਿਲਦੀ ਆ। ਫਰੂਟ ਤੇ ਉਹਦੇ ਨੁਕਸਾਨ ਤੁਸੀਂ ਸੁਣਿਆ, ਹਵਾ, ਗੜੇ, ਠੰਡ, ਫਰੋਸਟ ਸਾਰਾ ਨੁਕਸਾਨ ਕਰਦੀ ਹੈ। ਮਦਰ ਨੇਚਰ ਨੂੰ ਆਪਾਂ ਰੋਕ ਨਹੀਂ ਸਕਦੇ, ਨਾ ਚੇਂਜ ਕਰ ਸਕਦੇ ਹਾਂ। ਉਦੋਂ ਲੋਕ ਫਾਰਮਰ ਸਾਡੇ ਆਉਂਦੇ, ਉਹ ਕਹਿੰਦੇ ਵੀ ਇਹ ਕੰਮ ਨਹੀਂ ਕਰ ਰਹੀ ਜੀ, ਉਹ ਤੇ ਅਸੀਂ ਸਟੈਪ ਚੱਕਦੇ ਹਾਂ। ਮੀਟਿੰਗ ਸਾਡੀ ਹੁੰਦੀ ਹੈ ਗਵਰਨਮੈਂਟ ਨਾਲ। ਇਸ ਵਕਤ ਅੱਗੇ ਐਗਰੋ ਸਟੇਬਿਲਿਟੀ, ਜਿਹੜੀ ਖੇਤੀ ਨੂੰ ਸਟੇਬਿਲਿਟੀ ਕਰਦੀ ਹੈ ਇਨਕਮ, ਉਹ 85% ਤੇ ਸੀਗੀ। ਜੇ ਕਿਸਾਨ ਦੀ ਇਨਕਮ 15% ਡਿੱਗ ਪਈ, ਉਹ ਕਿਸਾਨ ਨੂੰ ਟ੍ਰਿਗਰ ਹੋ ਜਾਂਦੀ ਸੀਗੀ। ਉਹਨਾਂ ਨੇ ਚੱਕ ਕੇ ਕਰਤੀ ਹੁਣ 30% ਡਾਊਨ। ਜੇ 30% ਇਨਕਮ ਡਿੱਗੂ ਫਿਰ ਉਹਦੀ ਟ੍ਰਿਗਰ ਹੋਊ। ਅੱਛਾ ਜੀ। ਤੇ ਕਿਹੜੇ ਹੈਗੇ ਆ ਐਗਰੀਕਲਚਰ ਕਮਿਊਨਿਟੀ, ਉਹ ਕਹਿੰਦੇ ਵੀ
30% ਲਾਸ ਬਹੁਤ ਜ਼ਿਆਦਾ ਆ ਤੇ ਇਹ ਤੇ ਨੁਕਸਾਨ ਵੱਧਦਾ ਜਾਂਦਾ ਵੀ ਬੈਕ ਟੂ 85 ਜਾਓ ਜੀ। ਸੋ ਅਸੀਂ ਉਸ ਮਤੇ ਤੇ ਲੜਾਈ ਕਰਦੇ ਆ। ਅੱਛਾ, ਲੜਾਈ ਕਿੱਦਾਂ ਕਰਨੀ ਪੈਂਦੀ? ਧਰਨਾ ਲਾਉਣਾ ਪੈਂਦਾ ਕਿ ਸਰਕਾਰ ਤੁਹਾਡੀ ਗੱਲ ਵੈਸੇ ਹੀ ਸੁਣ ਲੈਂਦੀ ਆ? ਨਹੀਂ, ਮੀਟਿੰਗਾਂ ਕਰੀ ਦੀਆਂ ਗਵਰਨਮੈਂਟ ਨਾਲ, ਡਿਫਰੈਂਟ ਲੈਵਲਸ ਆ। ਕਿਵੇਂ ਤੁਹਾਨੂੰ ਦੱਸਿਆ BCFG 30 ਐਸੋਸੀਏਸ਼ਨਸ ਆ, ਉਹ ਲੋਕਲ ਗਵਰਨਮੈਂਟ ਕਰਦੀ ਹੈ, BC ਗਵਰਨਮੈਂਟ ਨਾਲ ਕੀ ਸਾਡਾ ਵਾਧਾ ਚਾਹੀਦਾ, ਕੀ ਸਾਨੂੰ ਚਾਹੀਦਾ, ਕੀ ਚੇਂਜ ਹੋਣੀ ਚਾਹੀਦੀ ਆ। ਉਹ ਕਿਹੜੀ ਹੈਗੀ BC ਐਗਰੀਕਲਚਰ ਕਾਉਂਸਲ ਜੀ, ਉਹ ਜਾ ਕੇ ਫੈਡਰਲ ਨਾਲ ਕਰਦੀ ਆ ਤੇ ਓਵਰਲੈਪ ਵੀ ਆ। ਤੇ ਇੱਕ ਹੈਗੀ ਫੈਡਰਲ, ਉਹ ਹੈਗੀ ਕੈਨੇਡੀਅਨ ਫੈਡਰੇਸ਼ਨ ਆਫ ਐਗਰੀਕਲਚਰ, ਇੱਕ ਹੈਗੀ ਕੈਨੇਡੀਅਨ ਹਾਰਟੀਕਲਚਰ ਕਾਉਂਸਲ। ਉਹ ਵੀ ਕਿਹੜੇ ਕਾਮਨ ਮੁੱਦੇ ਆ, ਲੇਬਰ ਲਾ ਲਓ ਜੀ, ਕਿਹੜੀ ਵਰਤੋਂ ਆ ਇਨਪੁਟਸ ਦੀ, ਉਹਦੇ ਤੇ ਇੰਸ਼ੋਰੈਂਸ ਪ੍ਰੋਗਰਾਮਸ ਤੇ ਸਾਡਾ ਓਵਰਲੈਪ ਹੋ ਜਾਂਦਾ। ਸੋ ਲੋਟਸ ਓਵਰਲੈਪ, ਗਵਰਨਮੈਂਟ ਨੂੰ ਬਾਅਦ ਜਾਂਦੀ ਹੈ ਵੀ ਆਹ ਪ੍ਰੋਬਲਮ ਆ, ਇਹਨੂੰ ਫਿਕਸ ਕਰੋ। ਹੁਣ ਲੇਬਰ ਦੀ ਪ੍ਰੋਬਲਮ ਇੱਥੇ ਹੈਗੀ ਆ। ਲੇਬਰ ਤੋਂ ਬਗੈਰ ਸਾਡਾ ਫਰੂਟ, ਵੈਜੀਟੇਬਲਸ, ਵਿਨਯਾਰਡ 'ਚ ਕੰਮ ਨਹੀਂ ਹੋਣਾ। 40 to 60% ਹੱਥਾਂ ਦੀ ਲੇਬਰ ਆ। ਅੱਛਾ, ਮੇਰੇ ਦੋ ਤਿੰਨ ਸਵਾਲ ਨੇ। ਹਾਂਜੀ, ਜਦੋਂ ਤੁਹਾਨੂੰ ਕੋਈ ਦਿੱਕਤ ਆ ਕਿਸਾਨਾਂ ਨੂੰ ਇੱਥੇ, ਹਾਂਜੀ, ਸਰਕਾਰ ਤੁਸੀਂ ਦੱਸਿਆ ਕਿ ਇੱਥੇ ਵੀ ਉਹ ਦਫ਼ਤਰ 'ਚ ਬਹਿ ਕੇ ਪਾਲਿਸੀ ਬਣਾਉਣੀ ਤੇ ਖੇਤ ਦੀ ਵੱਟ ਆ ਕੇ ਦੇਖਣੀ, ਬਹੁਤ ਫਰਕ ਆ। ਹਾਂਜੀ, ਹਾਂਜੀ। ਤੁਹਾਨੂੰ ਲੱਗਦਾ ਕਿ ਪਾਲਿਸੀ ਸਹੀ ਨਹੀਂ ਬਣੀ? ਕੀ ਉਹ ਪਾਲਿਸੀ ਬਣਾਉਣ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਪਾਲਿਸੀ ਆ ਬਣ ਗਈ, ਜੇ ਤੁਹਾਡੇ ਤੋਂ ਪਹਿਲਾਂ ਵੀ ਕਦੇ ਪੁੱਛਦੇ ਆ? ਨਹੀਂ, ਉਹਦੀ ਕਿਹੜੀ ਹੈਗੀ ਆ ਕੰਸਲਟਿੰਗ, ਉਹ ਉਦੋਂ ਪਹਿਲਾਂ ਹੋਣ ਲੱਗ ਜਾਂਦੀ ਆ। ਗਵਰਨਮੈਂਟ ਵੱਲੋਂ ਸਾਨੂੰ ਮੈਮੋ ਆ ਜਾਂਦਾ ਵੀ ਆਹ ਪ੍ਰੋਵਿੰਸ ਚੇਂਜ ਕਰ ਰਹੀ ਆ ਤੇ ਇਹਦੇ ਤੇ ਸਾਨੂੰ ਕੋਈ ਪ੍ਰੋਬਲਮ ਤਾਂ ਨਹੀਂ। ਫੋਰ ਐਗਜ਼ਾਮਪਲ, ਕੰਪਲੇਂਟਾਂ ਚੱਲੀ ਜਾਂਦੀਆਂ ਵੀ ਆਹ ਕਿਹੜੀਆਂ ਵਿੰਡ ਮਸ਼ੀਨਾਂ ਚੱਲਦੀਆਂ, ਇਹ ਨੋਇਜ਼ ਪੈਦਾ ਕਰਦੀਆਂ ਤੇ ਲੋਕ ਜਿਹੜੇ ਰਹਿੰਦੇ ਆ ਕੋਈ ਗੈਰ ਖੇਤੀਬਾੜੀ ਵਾਲਾ ਬਗੈਰ, ਉਹ ਕਹਿੰਦੇ ਇਹ ਸਾਨੂੰ ਜਗਾਈ ਰੱਖਦੀ ਆ ਰਾਤ ਨੂੰ। ਉਹ ਸਾਨੂੰ ਮੈਮੋ ਆ ਜਾਣਾ ਵੀ ਆ ਸਾਨੂੰ ਕੰਪਲੇਂਟਾਂ ਆਈਆਂ ਵੀ ਵਿੰਡ ਮਸ਼ੀਨਾਂ ਚੱਲਦੀਆਂ ਤੇ ਲੋਕਾਂ ਨੂੰ ਰਾਤ ਨੂੰ ਦੇਰ ਅਪ, ਉਹਨਾਂ ਕੰਮਾਂ ਤੇ ਜਾਣਾ 4 ਵਜੇ, ਕਿਸੇ 6 ਵਜੇ ਉੱਠ ਕੇ ਜਾਣਾ। ਫਿਰ ਉਹਦਾ ਅਸੀਂ ਕਿਹੜਾ ਹਿਸਾਬ ਕਿਤਾਬ ਦੱਸਦੇ ਆ ਵੀ ਕਿਉਂ ਚੱਲਦੀਆਂ, ਕਿਉਂ ਲੋੜ ਆ ਵੀ ਫਸਲ ਨੂੰ ਬਚਾਉਂਦੇ ਆ, ਅਲਟਰਨੇਟਿਵ ਕੋਈ ਨਹੀਂ, ਫੂਡ ਤੁਹਾਡੇ ਟੇਬਲ ਤੇ ਆਵੇ। ਨਹੀਂ, ਤੁਸੀਂ ਉਹ ਗੱਲ ਕਹਿਤੀ, ਮੰਨ ਲਓ ਹੁਣ ਤੁਸੀਂ ਉਹ 30% ਥੱਲੇ ਆਉਣ ਦੀ ਗੱਲ ਕੀਤੀ ਆ, ਐਗਰੀਸਟੇਬਿਲਿਟੀ। ਹਾਂ, ਤੁਸੀਂ ਸਰਕਾਰ ਨੇ ਜੋ ਦੱਸਿਆ ਤੇ ਉਹ ਗੱਲ ਤੁਹਾਡੀ ਧਿਆਨ ਨਾਲ ਸੁਣਦੇ ਆ? ਹਾਂਜੀ, ਪੂਰਾ ਸੁਣਦੇ। ਉਹ ਕਹਿੰਦੇ ਵੀ ਆંકੜੇ ਲਿਆਓ, ਸਾਨੂੰ ਦੱਸੋ। ਉਹਨਾਂ ਵੱਲੋਂ ਉਹ ਕਹਿੰਦੇ ਸਾਡੇ ਵੱਲੋਂ ਤਾਂ ਇਹ ਚੱਲ ਰਹੀ ਆ ਤੇ ਕਿਹੜੀ ਸਾਡਾ ਐਗਰੀਕਲਚਰ ਵੌਇਸ ਇੰਸਟੀਟਿਊਟ ਚੱਲ ਨਹੀਂ ਰਹੀ, ਉਹਦਾ ਹੁਣ ਉਹ ਦੇਖ ਰਹੇ ਆ ਤੇ ਆ ਮੂਹਰਲੇ ਸਾਲ 'ਚ ਉਹਨਾਂ ਦੂਜਾ ਲੁੱਕ ਇਨਟੂ ਦਾ ਕਰਨੀ ਆ ਤਾਂ ਕਿ ਜੇ ਚੇਂਜ ਕਰਨੀ ਫਿਰ ਬੈਕ ਟੂ 85 90। ਮੇਰਾ ਇੱਕ ਸਵਾਲ ਆ, ਜਿਹੜੇ ਇੱਥੇ ਐਗਰੀਕਲਚਰ ਮਿਨਿਸਟਰ ਬਣਦੇ ਆ ਜਾਂ ਜਿਹੜੇ ਉਸ ਡਿਪਾਰਟਮੈਂਟ ਦੇ EMPLOYE ਹੁੰਦੇ ਆ, ਅਧਿਕਾਰੀ ਹੁੰਦੇ ਆ, ਉਹਨਾਂ ਦਾ ਖੇਤੀਬਾੜੀ ਨਾਲ ਮਾੜਾ ਮੋਟਾ ਸੰਬੰਧ ਹੁੰਦਾ ਹੈ ਕਿ ਕਈ ਵਾਰੀ ਨਹੀਂ ਵੀ ਹੁੰਦਾ? ਆਮ ਤੌਰ ਤੇ ਕਿਹੜੇ ਪਿਛਲੇ BC 'ਚ ਬਣੇ ਆ ਉਹਨਾਂ ਦਾ ਲਿੰਕ ਸੀਗਾ, ਐਗਰੀਕਲਚਰ ਬੈਕਗ੍ਰਾਉਂਡ ਸੀਗਾ। ਹਾਂਜੀ, ਉਹਨਾਂ ਨੂੰ ਮਾੜਾ ਮੋਟਾ ਪਤਾ ਸੀ ਕਿ ਭਾਈ ਖੇਤੀਬਾੜੀ ਦੇ ਹਾਲਾਤ ਕੀ ਆ। ਪਤਾ ਜੀ, ਉਹ ਆਮ ਕੱਲੇ ਸਾਡੇ ਨਾਲ ਨਹੀਂ ਉਹ ਗੱਲਾਂ ਕਰਦੇ, ਅਸੀਂ ਵੀ ਮੈਸੇਜ ਪਹੁੰਚਦੇ ਆ। ਉਹ ਆ ਕੇ ਕਿਹੜਾ ਕਮਿਊਨਿਟੀ ਆ, ਪਲੋਨੇ ਹੋਇਆ, ਆਲਵਰ ਸੂਇਸ ਹੋਇਆ, ਉਹ ਖੇਤਾਂ 'ਚ ਵੀ ਗੇੜਾ ਦਿੰਦੇ ਆ, ਰੈਲੀ ਰੱਖਦੇ ਆ, ਇਨਫੋਰਮੇਸ਼ਨ ਗੈਦਰਿੰਗ ਕਰਦੇ ਆ ਉਹ ਵੀ। ਹਾਂਜੀ, ਕਿਸਾਨਾਂ ਤੋਂ ਪੁੱਛਦੇ ਆ। ਅੱਛਾ, ਮੈਨੂੰ ਇੱਕ ਗੱਲ ਦੱਸੋ, ਅੱਜ ਤੱਕ ਕਦੇ ਕੋਈ ਪਾਲਿਸੀ ਦੇ ਵਿੱਚ ਤੁਹਾਡੇ ਕਹਿਣ ਤੇ ਚੇਂਜ ਹੋਇਆ? ਹਾਂਜੀ, ਲੋਟਸ ਆਫ ਚੇਂਜ। ਇੱਕ ਸੀਗਾ ਇੱਥੇ ਉਹਨਾਂ ਨੇ ਦੂਜਾ ਸੋਇਲ ਟੈਸਟਿੰਗ ਕਰਨੀ ਸੀ ਵੀ ਸੋਇਲ ਟੈਸਟਿੰਗ ਹਰੇਕ ਸਾਲ ਹੋਇਆ ਕਰੂ। ਉਹ ਤੇ 4-5 years ਇੰਚ ਫਾਈਟ ਕੀਤਾ ਵੀ ਸੋਇਲ ਟੈਸਟਿੰਗ ਵੀ ਆਲਰੇਡੀ ਕਿਹੜਾ ਖੇਤੀ ਕਰਦਾ ਉਹ ਤਾਂ ਆਪਦੀ ਜ਼ਮੀਨ ਬੜੀ ਟੇਕ ਕੇਅਰ ਕਰਦਾ ਤਾਂ ਕਿ ਐਨਵਾਇਰਨਮੈਂਟਲ ਇਫੈਕਟ ਨਾ ਹੋਵੇ। ਸੋ ਕਿਹੜੀਆਂ ਵਿੱਚ ਸੀਗੀਆਂ ਵੀ ਟੂ ਸਟ੍ਰਿਕਟ ਚੀਜ਼ਾਂ ਸੀ, ਉਹ ਕੱਟੀਆਂ ਗਈਆਂ ਤਾਂ ਕਿ ਉਹ ਕਹਿੰਦੇ ਓਕੇ ਸੋਇਲ ਟੈਸਟਿੰਗ ਕੀ ਇਲਾਕੇ 'ਚ ਪ੍ਰੋਬਲਮ ਹੈਗੀ ਆ ਉੱਥੇ ਚੈੱਕ ਕਰਾਂਗੇ ਤੇ ਇੱਥੇ ਬਾਈ ਐਵਰੀ 2 years or every 3 years। ਓਕੇ, ਮੇਰਾ ਇੱਕ ਸਵਾਲ ਹੋਰ ਆ ਇੱਥੇ, ਅੱਜ ਤੱਕ ਕਦੀ ਜਦੋਂ ਦੇ ਤੁਸੀਂ ਸੁਰਤ ਸਾਂਭੀ ਆ, ਜਦੋਂ ਤੁਸੀਂ ਖੇਤਾਂ 'ਚ ਕੰਮ ਕਰਨ ਲੱਗੇ ਹੋ, ਖੇਤਾਂ ਦੇ 'ਚ ਖੇਤੀਬਾੜੀ ਕਰਦੇ ਹੋ, ਕਦੇ ਧਰਨਾ ਦੇਣਾ ਪਿਆ? ਹਾਂਜੀ, ਧਰਨੇ ਤਾਂ ਇੱਥੇ 20 ਸਾਲ ਹੋ ਗਏ ਉੱਥੇ ਦਿੱਤਾ ਸੀਗਾ। ਐਪਲਾਂ ਦੀ ਪ੍ਰਾਈਸਾਂ ਬਹੁਤ ਲੋ ਆ ਗਈਆਂ ਸੀ ਅਬਾਊਟ 15-20 years ago। ਅੱਛਾ ਜੀ। ਤੇ ਉਹ ਚੇਨਸਾ ਇਵੈਂਟ ਸੀਗਾ ਤਾਂ ਕਿ ਇੱਕ ਖੇਤ 'ਚ ਸਾਰੇ ਫਾਰਮਰ ਉਦੋਂ ਇਕੱਠੇ ਹੋਏ ਸੀਗੇ ਖੇਤ ਦੇ ਵਿੱਚ। ਅੱਛਾ ਜੀ। ਸਾਰਿਆਂ ਨੇ ਆਪਦੇ ਚੇਨਸਾ ਲਿਆਂਦੇ ਤੇ ਸਾਰੇ ਐਪਲ ਕੱਟੇ ਗਏ ਸੀ। ਹਾਂਜੀ, ਇਹ ਵਨ ਐਗਜ਼ਾਮਪਲ ਆ। ਇਦੋਂ ਪਹਿਲਾਂ ਵੀ ਇੱਕ ਐਗਜ਼ਾਮਪਲ ਹੋਇਆ ਸੀਗਾ ਵੀ ਟਰੈਕਟਰ ਦੀ ਰੈਲੀ ਹੋਈ ਸੀ ਸਾਡੇ ਨਾਲ ਦੇ ਸ਼ਹਿਰ 'ਚ ਪੈਂਟੈਕਟਨ। ਅੱਛਾ ਜੀ। ਤੇ ਉੱਥੇ ਵੀ ਸਾਰਿਆਂ ਨੇ ਆਪੋ ਆਪਣੇ ਟਰੈਕਟਰ ਲਿਜਾ ਕੇ ਗੈਦਰਿੰਗ ਕੀਤੀ ਸੀ। ਕਿਉਂ ਕਰਨੀ ਪਈ? ਕੀ ਇਹਦਾ ਮਤਲਬ ਸਰਕਾਰ ਨੇ ਫਿਰ ਸੁਣੀ ਨਹੀਂ? ਸਮਟਾਈਮਸ ਉਹ ਕਹਿੰਦੇ ਆ ਵੀ ਯੂ ਨੋ ਕਿਵੇਂ ਕਹਿੰਦੇ ਵੀ ਸਾਡੇ ਕੋਲ ਹੱਲ ਹੈ ਨਹੀਂ, ਇਹ ਹੋਣਾ ਹੀ ਵੀ ਇਹ ਹੋਣਾ ਹੀ ਹੋਣਾ ਜੀ। ਹਾਂਜੀ, ਠੀਕ ਆ ਜੀ। ਸੋ ਅਸੀਂ ਕਹਿੰਦੇ ਆ ਵੀ ਕਿਸਾਨ ਇਕੁਅਲੀ ਟ੍ਰੀਟਡ ਚਾਹੀਦਾ। ਹੁਣ ਸਾਡੀ ਕਿਹੜੀਆਂ ਐਪਲ ਪ੍ਰਾਈਸਾਂ ਪਿਛਲੇ 3 ਸਾਲਾਂ ਤੋਂ ਲੋ ਆ ਰਹੀਆਂ ਜੀ। ਲਗਭਗ 30 ਸੈਂਟ ਪਰ ਪਾਊਂਡ ਸਾਡਾ ਹੈਗਾ ਖਰਚਾ ਉਹਨੂੰ ਪਾਲਣ ਤੇ ਐਪਲਾਂ ਦਾ ਤੇ ਸਾਨੂੰ ਔਨ ਐਵਰੇਜ 12 ਸੈਂਟ ਮਿਲ ਗਿਆ ਐਰਕੀ। ਸੋ ਪੱਲਿਓਂ ਪੈਸੇ ਪਾਉਂਦੇ ਆ ਜੀ
ਤਾਂ ਕਿ ਅਸੀਂ ਵੀ ਆ 2 ਵੀਕਾਂ ਹੋ ਗਈਆਂ ਉਦੋਂ ਪਬਲਿਕ ਅਵੇਅਰਨੈਸ ਕੀਤਾ ਗਵਰਨਮੈਂਟ ਨੂੰ ਵੀ ਆਹ ਹਾਲ ਆ ਗਰੋਰਾਂ ਦਾ ਕਰਜ਼ੇ ਹੋਰ ਚੱਕੀ ਜਾਂਦੇ ਆ ਸਟ੍ਰੈਸ ਹੋਰ ਚੱਲੀ ਜਾਂਦਾ ਸੋ ਉਹਦੇ ਨਾਲ ਉਹਨਾਂ ਨੇ ਦੂਜਾ ਦੇਖਣਗੇ ਕੀ ਪ੍ਰੋਬਲਮ ਕਿਵੇਂ ਸੋਲਵ ਕਰ ਸਕਦੇ। ਪੰਜਾਬ 'ਚ ਜਿਹੜਾ ਮਸਲਾ ਇਸ ਵੇਲੇ ਪੈਦਾ ਹੋਇਆ ਉਹਦੇ ਤੇ ਮਾੜਾ ਜਿਹਾ ਧਿਆਨ ਰੱਖਦੇ ਹੋ? ਮੈਂ ਇੱਥੋਂ ਦਾ ਜ਼ਿਆਦਾ ਧਿਆਨ ਰੱਖਦਾ ਤੇ ਮੈਥੋਂ ਜ਼ਿਆਦਾ ਹੈਗੇ ਆ। ਠੀਕ ਹੈ ਜੀ, ਨਹੀਂ ਚਲੋ ਸ਼ੁਕਰੀਆ ਜੀ। ਹਾਂਜੀ ਤੇ ਕਰਾਇਓ ਜੀ ਜਿਹੜਾ ਠੂਆ ਜੱਤ ਸਾਹਿਬ। ਸੋ ਇਹ ਸਾਰੀਆਂ ਗੱਲਾਂ ਬਾਤਾਂ ਕਿ ਧਰਨੇ ਪ੍ਰਦਰਸ਼ਨ ਹੁੰਦੇ ਆ ਪਰ ਸਰਕਾਰ ਗੱਲ ਸੁਣ ਲੈਂਦੀ ਹੈ। ਸਭ ਤੋਂ ਵੱਡੀ ਗੱਲ ਕਿ ਭਾਰਤ ਦੇ ਵਿੱਚ ਜੋ ਕੁਝ ਹੋਇਆ ਉੱਥੇ ਆਰਡੀਨੈਂਸ ਆਏ ਨੇ। ਆਰਡੀਨੈਂਸ ਮੰਨ ਲਓ ਕਿ ਐਮਰਜੈਂਸੀ ਦੇ ਵਿੱਚ ਆਪਾਤਕਾਲੀਨ ਸਥਿਤੀ ਦੇ ਵਿੱਚ ਕੋਈ ਕਾਨੂੰਨ ਬਣਾਉਣਾ ਕਿ ਭਾਈ ਇਹ ਲਾਗੂ ਹੈ, ਉਹਦੇ ਤੋਂ ਬਾਅਦ ਗੱਲਾਂ ਬਾਤਾਂ ਸੁਣਨੀਆਂ ਜਾਂ ਉਹਦੇ ਤੋਂ ਪਹਿਲਾਂ ਗੱਲਾਂ ਬਾਤਾਂ ਸੁਣਨੀਆਂ, ਇਹ ਇੱਕ ਨਵੀਂ ਚੀਜ਼ ਨਿਕਲ ਕੇ ਜਿਹੜੀ ਸਾਹਮਣੇ ਆਈ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਅਮਰਜੀਤ ਗਿੱਲ ਹੈ ਜੀ। ਕਿੱਥੋਂ ਜੀ? ਪਿੱਛੋਂ ਪੰਜਾਬ ਤੋਂ? ਮੈਂ ਪਿੰਡ ਢੁੱਡੀਕੇ ਤੋਂ ਆ ਜੀ। ਢੁੱਡੀਕੇ ਤੋਂ ਤੁਸੀਂ? ਠੀਕ ਹੈ ਜੀ। ਕਿੰਨੇ ਸਾਲ ਹੋ ਗਏ ਜੀ ਖੇਤੀ ਕਰਦੇ ਆ? ਮੈਨੂੰ ਵੀਰੇ 15 ਸਾਲ ਹੋ ਗਏ। 15 ਸਾਲ ਹੋ ਗਏ। ਅੱਛਾ, ਮੈਨੂੰ ਸਭ ਤੋਂ ਪਹਿਲਾ ਸਵਾਲ ਉਹੀ ਫਿਰ ਪੰਜਾਬ ਵਾਲਾ, ਉੱਥੋਂ ਦੀ ਸਥਿਤੀ, ਉੱਥੋਂ ਦਾ ਸਿਸਟਮ, ਉੱਥੋਂ ਦੀ ਥੋੜ੍ਹੀ ਜਿਹੀ ਕਰਪਸ਼ਨ ਜਾਂ ਉੱਥੋਂ ਦੇ ਕਿਸਾਨ ਦੀ ਪੜ੍ਹਾਈ ਲਿਖਾਈ ਦਾ ਪੱਧਰ, ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਪਤਾ ਨਹੀਂ, ਕੀ ਲੱਗਦਾ ਕਿ ਨਵੇਂ ਕਾਨੂੰਨ ਹੱਕ 'ਚ ਹੋਣਗੇ ਜਾਂ ਕਿੱਦਾਂ? ਪਹਿਲਾਂ ਤਾਂ ਮੈਂ ਤੁਹਾਨੂੰ ਦੱਸੂਗਾ ਵੀ ਜਿਹੜੀ ਕਰਪਸ਼ਨ ਆ ਉਹ ਥੋੜੀ ਨਹੀਂ, ਬਹੁਤ ਜ਼ਿਆਦਾ। ਠੀਕ ਹੈ, ਹਨਾ, ਬਹੁਤ ਜ਼ਿਆਦਾ। ਇਸ ਕਰਕੇ ਜਿਹੜਾ ਆਮ ਕਿਸਾਨ ਆ ਉਹ ਐਜੂਕੇਟਡ ਵੀ ਘੱਟ ਆ ਜੀ, ਜਿਹੜੀ ਵੱਡੀ ਪ੍ਰੋਬਲਮ ਆ ਹਨਾ। ਫਿਰ ਜਿਹੜਾ ਐਗਰੀਕਲਚਰ ਮਿਨਿਸਟਰ ਆ ਉਹ ਵੀ ਬਹੁਤਾ ਐਜੂਕੇਟਡ ਨਹੀਂ ਹਨਾ। ਜਦੋਂ ਉਹਨਾਂ ਨੂੰ ਚੁਣਿਆ ਜਾਂਦਾ ਉਦੋਂ ਅਨਪੜ੍ਹਤਾ ਦੀ ਜਿਹੜੀ ਚੋਣ ਆ, ਅਨਪੜ੍ਹਤਾ ਹੀ ਉਹ ਕ੍ਰੀਏਟਿੰਗ ਜ਼ਿਆਦਾ ਹੋ ਜਾਂਦੀ ਆ। ਬਾਕੀ ਜਿਹੜੇ ਜੇ ਫਾਦਰ ਐਜੂਕੇਟਡ ਆ ਤਾਂ ਉਹਦਾ ਸਨ ਵੀ ਐਜੂਕੇਟਡ ਹੀ ਹੋ ਹਨਾ। ਸੋ ਘਰ ਦੇ ਵਿੱਚ ਜਿਹੜਾ ਕਿਸਾਨ ਉੱਠ ਕੇ ਸਵੇਰੇ ਆਪਦਾ ਪਿਓ ਜੀ ਦਾ ਕੰਮ ਤੇ ਜਾਂਦਾ, ਉਹਦਾ ਮੁੰਡਾ ਵੀ ਉਸੇ ਤਰੀਕੇ ਨਾਲ ਉਹ ਤੋਂ ਕੰਮ ਸਿੱਖਦਾ। ਮੈਂ ਕਹਿੰਦਾ ਵੀ ਜਿਹੜਾ ਐਗਰੀਕਲਚਰ ਦਾ ਬੈਸਟ ਸਕੂਲ ਆ ਉਹਦਾ ਘਰ ਹੀ ਆ ਬੰਦੇ ਦਾ ਹਨਾ। ਬਿਲਕੁਲ ਠੀਕ ਹੈ। ਫਿਰ ਆ ਗਈ ਕਰੋਪਾਂ ਨੂੰ ਗਰੋ ਕਰਨ ਦੀ ਤਕਨੀਕ। ਹੁਣ ਬਾਹਲੇ ਸਾਲਾਂ ਦੇ ਜਿਹੜੇ ਲੋਕ ਇੱਕੋ ਹੀ ਚੀਜ਼ ਗਰੋ ਕਰੀ ਜਾਣੀ, ਝੋਨਾ ਕਣਕ ਹਨਾ, ਪਰ ਉਹ ਕਰਨ ਵੀ ਕੀ, ਜਿਵੇਂ ਸਾਡਾ ਜਿਹੜਾ ਪੰਜਾਬ ਆ ਉਹ ਕੈਲੀਫੋਰਨੀਆ ਵਰਗਾ ਹਨਾ। ਜੇਕਰ ਉੱਥੇ ਵੀ ਜਿਹੜੀਆਂ ਕਰੋਪਾਂ ਡਿਫਰੈਂਟ ਤਰੀਕੇ ਨਾਲ ਗਰੋ ਹੋਣ, ਸ਼ਾਇਦ ਕਿਸਾਨ ਦੇ ਹਾਲਾਤ ਸੁਧਰ ਸਕਦੇ ਆ ਜੀ। ਮੇਰਾ ਇੱਕ ਪਿੱਛੇ ਸਵਾਲ ਤੁਹਾਨੂੰ ਇਹ ਆ ਕਿ ਕੀ ਲੱਗਦਾ ਕਿ ਜੇ ਉੱਥੋਂ ਦੇ, ਤੁਸੀਂ ਉੱਥੇ ਕਦੇ ਖੇਤੀਬਾੜੀ ਤੁਹਾਡਾ ਪਰਿਵਾਰ ਕਰਦਾ? 100% ਵੀਰੇ ਕੀਤੀ ਆ। ਠੀਕ ਹੈ ਜੀ। ਜੇ ਉੱਥੇ ਮੱਕੀ ਜਾਂ ਹੋਰ 20 ਤਰ੍ਹਾਂ ਦੀਆਂ ਫਸਲਾਂ ਜੇ ਬਦਲਵੀਂ ਫਸਲ ਦਾ ਮੁੱਲ ਦੇ ਦਿੰਦੇ, ਕੋਈ ਢੰਗ ਤਰੀਕਾ ਵਰਤ ਲੈਂਦੇ, ਤਾਂ ਪੰਜਾਬ ਦਾ ਕਿਸਾਨ ਕਣਕ ਝੋਨਾ ਛੱਡ ਹੀ ਸਕਦਾ ਸੀ। ਬਿਲਕੁਲ ਵੀਰੇ। ਜਦੋਂ ਹੁਣ ਵੀ ਜਾਂਦੇ ਆ, ਕਿਉਂਕਿ ਮੈਂ ਇੱਥੇ ਵੈਜੀਟੇਬਲ ਗਰੋ ਕਰਦਾ ਤੇ ਮੇਰਾ ਉੱਥੇ ਇੰਟਰਸਟ ਉਹਨਾਂ ਲੋਕਾਂ ਨਾਲ ਹੀ ਆ। ਜੇ ਕੋਈ ਗਾਜਰਾਂ ਗਰੋ ਕਰਦਾ, ਗੋਭੀ ਗਰੋ ਕਰਦਾ, ਮੈਂ ਜਾ ਕੇ ਉਹਨਾਂ ਦੇ ਫਾਰਮਾਂ ਦੇ ਵਿੱਚ ਜਾ ਕੇ ਵਾਹਵਾ ਚਿਰ ਸਪੈਂਡ ਕਰਦਾ ਵੀ ਤੁਸੀਂ ਕਿਵੇਂ ਕਰਦੇ ਆ, ਕੀ ਗੱਲ ਆ, ਕੀ ਬਾਤ ਆ। ਪਰ ਜਿੰਨੇ ਵੀ ਮੇਰੇ ਨੇੜਲੇ ਪਿੰਡ ਆ ਬੁੱਟਰ, ਉੱਥੇ ਬਹੁਤ ਵਧੀਆ ਸਬਜ਼ੀਆਂ ਗਰੋ ਹੁੰਦੀਆਂ ਨੇ। ਜਦੋਂ ਮੈਂ ਉਹਨਾਂ ਨੂੰ ਮਿਲਦਾ ਜਾ ਕੇ, ਉਹ ਲੋਹੜਿਆਂ ਦੇ ਪੈਸੇ ਬਣਾਉਂਦੇ ਨੇ ਤੇ ਉਹਨਾਂ ਦੀ ਜਿਹੜੀ ਉਹ ਡਿਸਟ੍ਰੀਬਿਊਟ ਕਰਨ ਵੀ ਆਪਦੇ ਟਰੱਕਾਂ ਤੇ ਪਿਕਅਪ ਉਹਨਾਂ ਦੇ ਰੱਖੇ ਹੋਏ ਨੇ, ਉਵੇਂ ਉਹ ਜਾਂਦੇ ਕਰਦੇ ਨੇ। ਸੋ ਮੈਨੂੰ ਤਾਂ ਇੰਨਾ ਕੀ ਪਤਾ ਵੀਰੇ ਵੀ ਜਾਣੀ ਬਦਲਵੀਂ ਫਸਲ ਦੇ ਵਿੱਚ ਫਾਇਦਾ ਕਿਸਾਨਾਂ ਦਾ, ਤੇ ਬਾਕੀ ਜਿਹੜਾ ਮੰਡੀਕਰਨ ਆ ਉਹਦੇ ਬਾਰੇ ਮੈਂ ਇੰਨੀ ਜਾਣਕਾਰੀ ਨਹੀਂ ਰੱਖਦਾ ਵੀ ਉਹ ਕਿਵੇਂ ਸੁਧਾਰਿਆ ਜਾ ਸਕਦਾ। ਫਿਕਰ ਜ਼ਰੂਰ ਕਰਦਾ ਉਹਨਾਂ ਦਾ। ਅੱਛਾ, ਇੱਥੇ ਸਰਕਾਰ ਦਾ ਜਿਹੜਾ ਸਿਸਟਮ ਆ, ਕੀ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਛੋਟੀ ਕਿਸਾਨੀ ਨੂੰ ਪ੍ਰੋਟੈਕਟ ਕਰਦੀ ਹੈ, ਉਹਨੂੰ ਸੁਰੱਖਿਅਤ ਰੱਖਣਾ ਚਾਹੁੰਦੀ ਹੈ, ਉਹਨੂੰ ਚਾਹੁੰਦੀ ਹੈ ਕਿ ਭਾਈ ਇਹਨਾਂ ਦੇ 4 ਪੈਸੇ ਬਣਨ, ਜਾਂ ਉਹਨਾਂ ਨੂੰ ਲੱਗਦਾ ਕਿ ਭਾਈ ਵੱਡੇ ਫਾਰਮ 5-7 ਕੰਪਨੀਆਂ ਕੰਮ ਕਰਨ, ਸਾਡਾ ਜਿਹੜਾ ਲੈਣਾ ਦੇਣਾ ਮੁੱਕ ਜਾਵੇ, ਟਰੈਕਟਰ ਰੈਲੀਆਂ ਫਿਰ ਹੋਣ ਹੀ ਨਾ। ਬਿਲਕੁਲ ਜੀ। ਸੋ ਜਿਹੜੀ ਵੱਡੀ ਚੀਜ਼ ਹੈ, ਜਦੋਂ ਮੈਂ ਇੱਥੇ ਆਇਆ ਸੀ, ਮੈਂ ਵੀ ਇੱਕ ਇੰਡੀਆ ਦਾ ਕਿਸਾਨ ਸੀ ਤੇ ਮੈਨੂੰ ਸ਼ੌਂਕ ਸੀਗਾ ਵੀ ਆਹ ਮੈਂ ਦੇਖਾਂ ਕਰਾਂ। ਜਿਹੜੇ ਮੇਰੇ ਇਹ ਰਿਲੇਟਿਵ ਦੋਸਤ ਮਿੱਤਰ ਨੇ, ਮੇਰੀ ਫੈਮਿਲੀ ਚੋਂ ਸੀ, ਚਾਚੇ ਤਾਏ ਸੀ, ਇਹਨਾਂ ਨੂੰ ਗੌਰਮੈਂਟ ਦੇ ਬਹੁਤ ਚੀਜ਼ਾਂ ਦੇ ਬਾਰੇ ਪਤਾ ਸੀ। ਸੋ ਇਹਨਾਂ ਨੇ ਮੈਨੂੰ ਆਲਵੇਜ਼ ਹੈਲਪ ਕੀਤੀ, ਆਲਵੇਜ਼ ਕਿਹਾ ਵੀ ਤੂੰ ਬੀਮਾ ਜ਼ਰੂਰ ਖਰੀਦ। ਕਈ ਵਾਰ ਤਾਂ ਆਪਦੇ ਕੋਲੋਂ ਪੈਸੇ ਦੇ ਕੇ ਵੀ ਇਹਨਾਂ ਨੇ ਮੇਰੀਆਂ ਕਰੋਪਾਂ ਨੂੰ ਪ੍ਰੋਟੈਕਟ ਕਰਨ ਬਾਰੇ ਹੈਲਪ ਕੀਤੀ ਵੀ ਬੀਮਾ ਜ਼ਰੂਰ ਕੁਆਲੀਫਾਈ ਕਰ, ਤਾਂ ਕਿ ਜੇ ਤੇਰੀ ਕਰੋਪ ਨੂੰ ਕੋਈ ਹਵੀ ਨਵੀ ਹੋਗੀ, ਤੇਰੀ ਪੇਮੈਂਟ ਨਾ ਸਟਕ ਹੋ। ਸੋ ਜਿਹੜੀ ਜਾਣਕਾਰੀ ਆ, ਇਹਨੂੰ ਹੀ ਮੈਂ ਕਹੂੰਗਾ ਵੀ ਇੱਥੇ ਸਾਨੂੰ 2-3 ਕਰੋਪ ਇੰਸ਼ੋਰੈਂਸਾਂ ਪ੍ਰੋਟੈਕਟ ਕਰਦੀਆਂ ਨੇ। ਬਾਈ ਚਾਂਸ ਮੈਂ ਕਰੋਪ ਇੰਸ਼ੋਰੈਂਸ ਵਾਏ ਨਹੀਂ ਵੀ ਕਰਦਾ ਤਾਂ ਇੱਕ ਬਿਜ਼ਨਸ ਰਿਸਕ ਪਲਾਨ ਆ ਜਿਹੜਾ ਗਵਰਨਮੈਂਟ ਦਾ, ਉਹਦੇ ਅਕੋਰਡਿੰਗ ਜਿਵੇਂ ਆਪ ਭੁਪਿੰਦਰ ਨੇ ਦੱਸਿਆ ਹਨਾ ਵੀ ਉਹਦੇ ਅਕੋਰਡਿੰਗ 85% ਇਨਕਮ ਮੇਰੀ ਫੇਰ ਵੀ ਸਿਕਿਉਰ ਆ। ਜੇ ਮੈਂ $1,00,000 ਦੀ ਫਸਲ ਤੋੜਦਾ ਤਾਂ $85,000 ਮੇਰਾ ਫੇਰ ਵੀ ਸੇਫ ਹੈ। ਜੇਕਰ ਮੈਂ ਉਸ ਨੂੰ ਕਰੋਪ ਇੰਸ਼ੋਰੈਂਸ ਨਹੀਂ ਵੀ
ਖਰੀਦਦਾ। ਬਾਕੀ ਰਹੀ ਗੱਲ ਜਿਹੜੀ ਉੱਥੇ ਦੇ ਬੀਮੇ ਪਲਾਨਾਂ ਦੀ, ਬੀਮਾ ਪਲਾਨ ਪ੍ਰੋਪਰ ਤਰੀਕੇ ਨਾਲ ਲਾਂਚ ਨਹੀਂ ਹੁੰਦਾ, ਫਿਰ ਬੀਮੇ ਨੂੰ ਪਾਸ ਕਰਨ ਵਾਲੇ ਲੋਕ ਵਿੱਚੋਂ ਪੈਸੇ ਖਾ ਜਾਂਦੇ ਨੇ। ਇਸ ਕਰਕੇ ਮੈਂ ਕਹੂੰਗਾ ਬਹੁਤ ਜ਼ਿਆਦਾ ਕਰਪਸ਼ਨ ਆ, ਪ੍ਰੋਪਰ ਤਰੀਕੇ ਨਾਲ ਲੋਕਾਂ ਤੱਕ ਉਹ ਸਹੂਲਤ ਪਹੁੰਚਦੀ ਹੋਈ ਨਹੀਂ। ਅੱਛਾ, ਇੱਥੇ ਜੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਾਂ ਦੇਖਣਾ ਹੋਵੇ, ਕਿਉਂਕਿ ਇੱਥੇ ਬਰਫ਼ ਨਾਲ ਵੀ ਕਈ ਵਾਰ ਖਰਾਬੀ ਹੁੰਦੀ ਹੈ, ਮੀਂਹ ਕਣੀ ਨਾਲ ਵੀ ਖਰਾਬੀ, ਗੜੇ ਗੁੜੇ ਪੈ ਜਾਂਦੇ ਨਾ, ਕਈ ਸਮੱਸਿਆਵਾਂ ਆਉਂਦੀਆਂ। ਸਰਕਾਰ ਜਿਹੜੀ ਆ ਉਹਨੂੰ ਤਾਂ ਨੁਕਸਾਨ ਹੀ ਆ ਨਾ ਫਿਰ ਉਹਦੇ ਵਿੱਚ, ਕਿਉਂਕਿ ਸਰਕਾਰ ਕੋਈ ਫਸਲ ਤਾਂ ਨਹੀਂ ਖਰੀਦਦੀ ਆਪ। ਬਿਲਕੁਲ ਜੀ, ਨੁਕਸਾਨ ਨਹੀਂ ਮੈਂ ਇਹ ਕਹਿ ਸਕਦਾ, ਕਿਉਂਕਿ ਫਸਲ ਨਾ ਖਰੀਦਣ ਵਾਲੀ ਗੱਲ ਨਹੀਂ ਹੈਗੀ। ਆਟੋਮੈਟਿਕਲੀ ਉਹ ਫਸਲ ਖਰੀਦ ਹੀ ਲੈਂਦੇ ਆ ਜਦੋਂ ਸਾਨੂੰ 85% ਪੈਸੇ ਉਹ ਰਿਕੁਆਇਰ ਕਰ ਦਿੰਦੇ ਨੇ। ਉਹਦੇ ਲਈ ਸਾਨੂੰ ਟੈਕਸ ਰਿਟਰਨ ਕਰਨੇ ਪੈਂਦੇ ਨੇ। ਸਾਨੂੰ ਉਹਨਾਂ ਨੂੰ ਦੱਸਣਾ ਪੈਂਦਾ ਵੀ ਅਸੀਂ $1 ਲੱਖ ਦੀ ਫਸਲ ਪਿਛਲੇ 3 ਸਾਲ ਤੋਂ ਤੋੜਦੇ ਆਏ ਆ। ਜੇਕਰ ਮੈਂ ਬੀਮਾ ਨਹੀਂ ਵੀ ਖਰੀਦਦਾ ਹਨਾ ਤੇ ਤਾਂ ਵੀ ਮੈਨੂੰ 85% ਪੈਸੇ ਮਿਲਣੇ ਹੀ ਮਿਲਣੇ। ਯਾਨੀ ਉਹਦੇ ਲਈ ਤੁਹਾਨੂੰ ਕੋਈ ਪਹਿਲਾਂ ਹੀ ਸਾਡੀਆਂ ਜਿਹੜੀਆਂ ਪਾਲਿਸੀਆਂ ਇਹਨਾਂ ਨੇ ਲਾਂਚ ਕੀਤੀਆਂ ਨੇ, ਉਹ ਪਹਿਲਾਂ ਹੀ ਸਾਡੇ ਹੱਕ ਦੇ ਵਿੱਚ ਹੀ ਲਾਂਚ ਕੀਤੀਆਂ ਹੋਈਆਂ ਨੇ। ਉਹਦੇ 'ਚ ਸਾਨੂੰ ਕੋਈ ਇੰਨਾ ਡਰ ਨਹੀਂ ਹੈਗਾ, ਬਿਲਕੁਲ ਡਰ ਨਹੀਂ ਬੇਤੀ। ਠੀਕ ਹੈ ਜੀ। ਅੱਛਾ, ਇੱਕ ਗੱਲ ਮੈਨੂੰ ਇੱਥੇ ਹੋਰ ਥੋੜੀ ਜਿਹੀ ਦੱਸਿਓ ਕਿ ਆਮ ਬੰਦਾ ਜਿਹੜਾ ਇੱਥੇ ਖੇਤੀਬਾੜੀ ਕਰਦਾ, ਹਾਂਜੀ, ਉਹ ਬੰਦਾ ਜਿਹੜਾ ਕਿਉਂਕਿ ਉੱਥੇ ਸਾਰਾ ਕੁਝ ਹੀ ਤਕਰੀਬਨ ਹੈਗਾ, ਜਦੋਂ ਕਦੇ ਪੜ੍ਹਦੇ ਆ ਨਾ ਕਿ ਭਾਈ ਆ ਵੀ ਪਾਲਿਸੀ ਹੈਗੀ ਆ, ਵੀ ਉੱਥੇ ਖੇਤੀਬਾੜੀ ਦਫ਼ਤਰ ਜਾਓ, ਕੰਧ ਸਾਰੀ ਭਰੀ ਹੁੰਦੀ ਆ, ਬਿਲਕੁਲ ਲਿਖ ਕੇ ਵੀ ਆਹ ਸਕੀਮ ਹੈਗੀ ਆ। ਉਹ ਸਕੀਮ ਲੋਕਾਂ ਤੱਕ ਆਪੜਨੀ ਇੱਕ ਬਹੁਤ ਵੱਡਾ ਪਾੜਾ, ਇੱਕ ਬਿੱਥ ਆ। ਇੱਥੇ ਕਿੱਦਾਂ ਆ? ਮੰਨ ਲਓ ਸਕੀਮਾਂ ਬਹੁਤ ਸਾਰੀਆਂ ਹੋਣਗੀਆਂ, ਲੋਕਾਂ ਤੱਕ ਪਹੁੰਚ ਜਾਂਦੀਆਂ, ਜੇ ਨਹੀਂ ਪਹੁੰਚਦੀਆਂ ਤਾਂ ਮਤਲਬ ਸਰਕਾਰ ਪਹੁੰਚਾਉਣਾ ਨਹੀਂ ਚਾਹੁੰਦੀ, ਜਾਂ ਕਹਾਣੀ ਕੀ ਹੈ? ਨਹੀਂ, ਸਰਕਾਰਾਂ ਨੇ ਆਹ ਮੁੰਡੇ ਪੰਜਾਬੀ ਰੱਖੇ ਹੋਏ ਨੇ, ਉਹ ਸਾਨੂੰ ਦੱਸਦੇ ਨੇ ਸਮੇਂ ਸਿਰ ਆ ਕੇ। ਜੇਕਰ ਸਾਨੂੰ ਫੇਰ ਵੀ ਪਤਾ ਨਹੀਂ ਲੱਗਦਾ, ਸਾਡੇ ਚਾਚੇ ਤਾਇਆਂ ਤੋਂ ਅਸੀਂ ਪੁੱਛ ਲੈਂਦੇ ਆ, ਇੱਕ ਦੂਜੇ ਨਾਲ ਜੁੜੇ ਹੋਏ ਆ। ਫਿਰ ਇੱਕ ਮੈਂ ਪ੍ਰਾਈਵੇਟ ਪੈਕਰ ਵੀ ਆ, ਥੋੜਾ ਬਹੁਤਾ ਮੈਂ ਪ੍ਰਾਈਵੇਟ ਲੈ ਕੇ ਸਮਾਨ ਵੇਚਦਾ ਵੀ ਆ। ਜੇਕਰ ਉਹ ਪਲਾਨ ਦਾ ਮੈਨੂੰ ਪਤਾ ਲੱਗਦਾ, ਮੈਂ ਰਾਈਟ ਵੇ ਆਪਦੇ ਗਰੋਅਰ ਨੂੰ ਦੱਸਦਾ ਬਈ ਭਾਈ ਆ ਪ੍ਰੋਗਰਾਮ ਆ, ਤੈਨੂੰ ਇਹਦੇ ਤੇ ਸਬਸਿਡੀ ਇੰਨੀ ਮਿਲ ਸਕਦੀ ਆ, ਆ ਜਿਹੜੇ ਸਾਡੇ ਵਰਕਰ ਨੇ ਇਹਨਾਂ ਵਾਸਤੇ ਆ ਨਵੀਂ ਚੀਜ਼ ਆ ਗਈ। ਜੇ ਫਿਰ ਵੀ ਨਾ ਪਤਾ ਲੱਗੇ, ਇਦਾਂ ਦੀਆਂ ਆ ਜਿਹੜੀਆਂ ਹੈਗੀਆਂ ਨੇ ਕੰਪਨੀਆਂ, ਇਹਨਾਂ ਦੇ ਥਰੂ ਸਾਨੂੰ ਇਹ ਜਾਣਕਾਰੀ ਪ੍ਰੋਪਰ ਤਰੀਕੇ ਨਾਲ ਸਾਨੂੰ ਮਿਲ ਜਾਂਦੀ ਆ। ਬਾਕੀ ਦੂਸਰੇ ਨੰਬਰ ਤੇ ਜੇ ਅਸੀਂ ਇਹ ਗਾਂ ਐਗਰੀਕਲਚਰ ਮਿਨਿਸਟਰ ਤੱਕ ਵੀ ਪਹੁੰਚਾਉਣੀ ਆ ਗੱਲ, ਤਾਂ ਫਿਰ ਉਹ ਸਾਨੂੰ ਇਹਨਾਂ ਨੂੰ ਈਮੇਲ ਕਰਨੀ ਪੈਂਦੀ ਆ। ਫਿਰ ਇਹ ਈਮੇਲਾਂ ਤੇ ਸਾਡੇ ਨਾਲ ਉਹ ਚੀਜ਼ ਦੇ ਉੱਤਰ ਦਿੰਦੇ ਨੇ। ਠੀਕ ਹੈ, ਮੈਂ ਤੁਹਾਡੇ ਵੱਲ ਵੀ ਦੁਬਾਰਾ ਆਉਣਾ, ਮੈਂ ਇੱਕ ਵਾਰੀ ਅੱਗੇ ਜਾ ਆਵਾਂ। ਲਓ ਜੀ, ਹਾਂਜੀ, ਸ਼ੁਕਰੀਆ ਜੀ, ਸ਼ੁਕਰੀਆ। ਲਓ ਜੀ, ਅੱਛਾ, ਤੁਸੀਂ ਤਾਂ ਆਪਣਾ ਸੌਦਾ ਲੈ ਕੇ ਆਏ ਸੀ। ਲਓ ਜੀ, ਹੋਰ ਸੁਣਾਓ ਜੀ, ਠੀਕ ਠਾਕ ਹੋ? ਕੀ ਸ਼ੁਭ ਨਾਮ ਜੀ ਤੁਹਾਡਾ? ਗੁਰਬਚਨ ਸਿੰਘ। ਮਾਈਕ ਇੱਕ ਕਰਿਆ ਮੂਹਰੇ ਕਰ ਲਿਓ ਜੀ ਇਸ ਤਰੀਕੇ ਨਾਲ। ਹਾਂਜੀ, ਗੁਰਬਚਨ ਸਿੰਘ ਜੀ, ਮੈਨੂੰ ਇੱਕ ਗੱਲ ਦੱਸਿਓ ਕਿ ਆਪਾਂ ਦੇਖੋ ਕਿੰਨੀ ਸੋਹਣੀ ਜਗ੍ਹਾ ਆ ਪਿੱਛੇ ਨਾ, ਜਿੰਨੀਆਂ ਗੱਲਾਂ ਬਾਤਾਂ ਹੋਈਆਂ ਉਹ ਵੀ ਸੋਹਣੀਆਂ ਹੋਈਆਂ। ਤੁਸੀਂ ਖੇਤੀ ਕਾਹਦੀ ਕਰਦੇ ਹੋ ਇੱਥੇ? ਅਸੀਂ ਗ੍ਰੇਪਾਂ ਦੀ ਕਰਦੇ। ਗ੍ਰੇਪਾਂ ਦੀ ਕਰਦੇ। ਇੱਥੇ ਮੈਨੂੰ ਇੱਕ ਚੀਜ਼ ਜ਼ਰੂਰ ਦੱਸਿਓ ਕਿ ਇੱਥੇ ਪੰਜਾਬੀ ਹੀ ਖੇਤੀ ਜ਼ਿਆਦਾ ਕਿਉਂ ਕਰਦੇ ਆ, ਬਾਕੀ ਭਾਈਚਾਰੇ ਥੋੜੇ ਕਿਉਂ ਆ? ਕਿਉਂ ਆਪਾਂ ਰਿਲੇਸ਼ਨ ਹੀ ਪਿੱਛੇ ਤੋਂ ਖੇਤੀ ਦੇ ਆ। ਖੇਤੀ ਦੇ ਆ। ਠੀਕ ਹੈ ਜੀ। ਅੱਛਾ, ਪੰਜਾਬ ਵਾਲਾ ਜਿਹੜਾ ਮਸਲਾ ਇਸ ਲਈ, ਕਿਉਂਕਿ ਟੈਲੀਫੋਨ ਵੀ ਹੁੰਦੇ ਆ, ਰਿਸ਼ਤੇਦਾਰੀਆਂ ਆਪਣੀਆਂ ਸਾਰੀਆਂ ਉੱਥੇ ਆ, ਕੀ ਲੱਗਦਾ ਜੀ ਮਾਹੌਲ? ਜਾਣੀ ਦੁੱਖ ਹੁੰਦਾ ਜਾਂ ਇਹ ਲੱਗਦਾ ਕਿ ਭਾਈ ਤੁਸੀਂ ਕੰਮ ਹੀ ਨਹੀਂ ਕਰਦੇ, ਤੁਹਾਡੇ ਨਾਲ ਆਹ ਕੁਝ ਹੋਣਾ? ਨਹੀਂ, ਦੁੱਖ ਤਾਂ ਹੁੰਦਾ, ਕੰਮ ਤਾਂ ਕਰਦੇ ਆ ਲੋਕ। ਹਾਂਜੀ, ਤੇ ਪਰ ਸਿਸਟਮ ਦੀ ਹੈ ਨਹੀਂ ਵਧੀਆ, ਸਿਸਟਮ ਵਧੀਆ ਨਹੀਂ ਹੈਗਾ। ਅੱਛਾ, ਇੱਥੇ ਕਿੰਨੀ ਖੇਤੀ ਆ ਤੁਹਾਡੀ? ਇੱਥੇ ਹੈਗਾ 100 ਏਕੜ। 100 ਏਕੜ ਹੈਗਾ। ਹੁਣ ਇੱਥੇ 13 ਏਕੜ ਵਾਲੇ ਬੰਦਿਆਂ ਨਾਲ ਵੀ ਗੱਲ ਕੀਤੀ, 8 ਏਕੜ ਵਾਲਿਆਂ ਨਾਲ ਵੀ, ਤੁਸੀਂ 100 ਏਕੜ ਵਾਲਿਆਂ ਨਾਲ ਵੀ, ਇੱਕੋ ਜਿਹੀਆਂ ਸਕੀਮਾਂ ਨੇ ਸਾਰਿਆਂ ਲਈ? ਸਾਰਿਆਂ ਲਈ ਇੱਕੋ ਹੀ ਹੈ। ਕਿੰਨਾ ਚਿਰ ਹੋ ਗਿਆ ਖੇਤੀ ਕਰਦਿਆਂ ਨੂੰ? 30 ਸਾਲ ਹੋ ਗਏ ਮੈਨੂੰ। ਇਹਨਾਂ 30 ਸਾਲਾਂ ਦੇ ਵਿੱਚ ਕੋਈ ਸਰਕਾਰੀ ਅਫਸਰ ਇਦਾਂ ਦਾ ਤਾਂ ਨਹੀਂ ਟੱਕਰਿਆ ਜਿਹੜਾ ਕਹਿੰਦਾ ਜਾਓ ਜੋ ਕਰਨਾ, ਮੈਂ ਨਹੀਂ ਦਫ਼ਤਰੋਂ ਨਿਕਲਦਾ? ਨਹੀਂ, ਇਹ ਜਾਂ ਕੋਈ ਨਹੀਂ। ਇਦਾਂ ਕਿਉਂ? ਜਾਣੀ ਇਦਾਂ ਦੀ ਮਾਨਸਿਕਤਾ ਕਿੱਦਾਂ ਹੋ ਗਈ? ਜਾਣੀ ਇੰਨੇ ਚੰਗੇ ਬੰਦੇ ਤੁਸੀਂ ਕਿੱਥੋਂ ਲੈ ਆਉਣੇ ਲੱਭ ਕੇ? ਸਿਸਟਮ ਹੀ ਇਹਨਾਂ ਦਾ ਇਹ ਜਿਹਾ ਵਧੀਆ ਬਣਿਆ ਇਦਾਂ ਦਾ। ਅੱਛਾ, ਤੁਸੀਂ ਹੁਣ ਇੱਕ ਮੈਨੂੰ ਹੋਰ ਦੱਸਿਓ ਕਿ ਉੱਥੇ ਤਾਰਾਂ ਢਿੱਲੀਆਂ ਆ ਜੀ, ਫਸਲ ਸੜ ਗਈ ਜੀ, ਉਹਦੇ ਪੈਸੇ ਕਿੰਨੇ ਮਿਲਣੇ ਆ? ਕਿਉਂਕਿ ਮੈਨੂੰ ਲੱਗਦਾ ਕਿ 3000-3500 ਰੁਪਈਆ ਮਿਲਦਾ ਤੇ ਫਸਲ ਉੱਥੋਂ ਨਿਕਲਣੀ ਉਹਦੀ 25-30 ਹਜ਼ਾਰ ਦੀ। ਇਹ ਜਿਹੜਾ ਬੀਮੇ ਦੀਆਂ ਬਾਰ-ਬਾਰ ਗੱਲਾਂ ਆਈਆਂ, ਹੁਣ ਸਾਰੇ ਸੱਜਣ ਪਰੇ ਚਲੇ ਗਏ, ਆਪਾਂ ਹੌਲੀ ਦੇਣੀ ਗੱਲ ਕਰਦੇ ਹਾਂ। ਬੀਮਾ ਉਹਨਾਂ ਕੁ ਮਿਲ ਜਾਂਦਾ ਜਿਹਦੇ ਨਾਲ 4 ਪੈਸੇ ਬਚਣ? ਪੂਰੇ ਵਧੀਆ ਮਿਲਦੇ। ਠੀਕ ਹੈ ਜੀ। ਇੱਕ ਉੱਥੇ ਗੱਲ ਹੋਰ ਚੱਲਦੀ ਆ ਕਿ ਜਿਹੜਾ ਕਿਸਾਨ ਆ ਉਹ ਵੀ ਸਾਰੀ ਉਮਰ ਕੰਮ ਕਰਦਾ, ਪਰ ਉਹਨੂੰ ਬਜ਼ੁਰਗੀ ਦੇ ਵਿੱਚੋਂ ਜਾ ਕੇ ਕੀ ਕਰੇ? ਇੱਥੇ ਜਾਣੀ ਹੁਣ ਬਜ਼ੁਰਗ ਆਪਾਂ ਸਾਰਿਆਂ ਨੇ ਹੋਣਾ, ਜਦੋਂ ਕੰਮ ਕਰਨ ਜੋਗੇ ਨਹੀਂ ਰਹੇ ਤਾਂ ਫਿਰ ਕੀ ਸਿਕਿਉਰਿਟੀ ਤੁਹਾਡੇ ਲਈ ਕੀ ਆ ਕਿ ਰੋਟੀ ਪਾਣੀ ਕਿੱਥੋਂ ਖਾਣਾ? ਇੱਥੇ ਤਾਂ ਸਾਰੀ ਦੂਜਾ ਇੰਸ਼ੋਰੈਂਸ ਹੈਗੇ ਆ ਜੀ, ਬਾਕੀ ਤੁਸੀਂ ਕੰਮ ਦੀ ਤੁਹਾਡੇ ਕੱਟੇ ਜਾਂਦੇ ਆ ਜੀ, ਤੇ ਉਹ ਪੈਨਸ਼ਨ ਮਿਲ ਜਾਂਦੀ ਵਧੀਆ। ਠੀਕ ਹੈ ਜੀ। ਇੱਕ ਕਿਸਾਨ ਜਿਹੜਾ ਆ ਉਹਦੇ ਲਈ ਕੋਈ ਨਾਲ ਆਪਣਾ ਹੋਰ ਕੰਮ ਧੰਦਾ ਕਰਨਾ ਵੀ ਸੁਖਾਲਾ? ਕੋਈ ਕਰਦੇ ਹੋ ਨਾਲ ਹੋਰ?
ਕਰਦੇ ਆ ਮਾੜਾ ਮੋਟਾ ਕਰੀ ਕੀ ਕਰਦੇ ਜਾਂਦੇ ਆ ਜੀ? ਆਹ ਪਲਾਂਟਿੰਗ ਦਾ ਕਰਦਾ। ਪਲਾਂਟਿੰਗ ਦਾ ਕਰਦੇ ਹੋ। ਪਲਾਂਟਿੰਗ ਤੋਂ ਭਾਵ ਕੀ ਜੀ? ਆ ਜਿਵੇਂ ਗ੍ਰੇਪ ਪਲਾਂਟ ਕਰਨੇ ਆ ਕਿਸੇ ਦੇ ਖੇਤਾਂ 'ਚ? ਕਿਸੇ ਦੇ ਖੇਤ। ਕਿਸੇ ਦੇ ਖੇਤਾਂ 'ਚ। ਉਹਦੇ ਲਈ ਕੋਈ ਮਸ਼ੀਨਰੀਆਂ ਵੀ ਲਿਆਉਣੀਆਂ ਪੈਂਦੀਆਂ? ਹਾਂਜੀ, ਹੈਗੀ ਆ। ਸਰਕਾਰ ਸਬਸਿਡੀ ਦਿੰਦੀ? ਸਬਸਿਡੀ ਸਰਕਾਰ ਉਹ ਤੇ ਨਹੀਂ ਦਿੰਦੀ, ਸਪਰੇਆਂ ਤੇ ਵਗੈਰਾ ਉਹਨਾਂ ਸਪਰੇਆਂ ਚੀਜ਼ਾਂ ਤੇ ਦਿੰਦੀ। ਅੱਛਾ, ਸਪਰੇ ਜਿਹੜੀ ਤੁਸੀਂ ਖੇਤੀ ਕਰਦੇ ਹੋ, ਖਾਦ, ਸਪਰੇ ਤੇ ਬੀਜ, ਮੰਨ ਲਓ 3 ਚੀਜ਼ਾਂ, ਬੂਟਾ ਲਾ ਲਓ ਬੀਜ ਦੀ ਜਗ੍ਹਾ, ਉਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਸਾਡੇ ਉੱਥੇ ਪੰਜਾਬ 'ਚ ਇੱਕ ਬੜਾ ਵੱਡਾ ਰੌਲਾ ਹੁੰਦਾ ਜੀ, ਖਾਦ ਹੀ ਨਕਲੀ ਆ ਗਈ, ਉਹ ਦਵਾਈ ਨਕਲੀ ਆ ਗਈ। ਅੱਜ ਤੱਕ ਜਿੰਨੇ ਸਾਲਾਂ ਦੇ ਤੁਸੀਂ ਖੇਤੀ ਕਰਦੇ ਆ, ਕਦੇ ਇਹ ਕੁਝ ਹੋਇਆ? ਨਹੀਂ, ਇਹਦਾ ਕੁਝ ਨਹੀਂ ਹੋਇਆ। ਜਿਹੜੀ ਸਪਰੇ ਆਉਂਦੀ ਹੈ ਵਧੀਆ ਹੀ ਆਉਂਦੀ ਹੈ, ਜਿੰਨੇ ਉਹਨਾਂ ਦੇ ਦਿਨ ਦਿੱਤੇ ਆ ਵੀ ਇੰਨੇ ਦਿਨਾਂ ਬਾਅਦ ਕਰਨੀ ਹੈ, ਕਵਰ ਕਰਦੀ ਹੈ, ਉਨੀ ਕਵਰ ਕਰਦੀ ਹੈ। ਅੱਛਾ, ਤੇ ਇਹਦੇ ਤੋਂ ਇਲਾਵਾ ਜੇ ਕਦੀ ਬੂਟੇ ਜਿਹੜੇ ਤੁਸੀਂ ਕਿਤੋਂ ਖਰੀਦਦੇ ਹੋ, ਚਾਹੇ ਨਰਸਰੀ ਤੋਂ ਖਰੀਦਦੇ ਹੋ, ਕਿਤੋਂ ਲਾਉਣ ਦੇ ਲਈ, ਉਹਦੇ ਵਿੱਚ ਕਦੇ ਕੋਈ ਦਿੱਕਤ ਆ ਜਾਵੇ? ਹਾਂ, ਜੇ ਕੋਈ ਬੂਟਾ ਮਰਦਾ ਹੈ ਤਾਂ ਨਰਸਰੀ ਦੁਆਰੇ ਤੁਹਾਨੂੰ ਦੇ ਦੇ। ਇੰਨੀ ਇਮਾਨਦਾਰੀ ਹੈਗੀ ਆ? ਹਾਂ, ਜਿੰਨੇ ਤੁਸੀਂ 10 ਤਾਂ ਗਿਣ ਕੇ ਵੀ ਸਾਡਾ 100 ਘਟ ਗਿਆ ਜਾਂ 200 ਘਟ ਗਿਆ, ਹਾਂਜੀ, ਉਹਨਾਂ ਨੇ ਤੁਹਾਨੂੰ ਨਰਸਰੀ ਨੂੰ ਫੇਰ ਭੇਜ ਦੇਣੇ ਆ। ਠੀਕ ਹੈ ਜੀ। ਤੇ ਇੱਕ ਚੀਜ਼ ਹੋਰ ਦੱਸਿਓ ਕਿ ਜਿੰਨੀ ਵੀ ਤੁਹਾਡੀ ਖੇਤੀਬਾੜੀ ਆ, ਉਹਨੂੰ ਜਦੋਂ ਖੇਤ, ਕਿਉਂਕਿ ਉੱਥੇ ਆਮ ਤੌਰ ਤੇ ਹੁੰਦਾ ਕੀ ਆ ਕਿ ਆ ਅੱਜ ਕਣਕ ਜਾਂ ਝੋਨਾ ਲੈ ਕੇ ਚੱਲੇ ਆ, ਜੇ ਮੰਡੀ 'ਚ ਜਾ ਕੇ ਵੀ ਭਿੱਜ ਗਿਆ ਤੇ ਔਖਾ, ਉੱਥੇ ਪੱਖਾ ਲਾਉਣ ਵਾਲੇ ਨੇ ਆਪਣਾ ਹਿਸਾਬ ਜਿਹਾ ਰੱਖ ਲਿਆ, ਤੋਲ ਵਾਲੇ ਨੇ ਆਪਣਾ। ਇੱਥੇ ਇਦਾਂ ਦੀ ਕੋਈ? ਇੱਥੇ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੁੰਦੀ। ਠੀਕ ਹੈ ਜੀ। ਹਾਂਜੀ, ਗ੍ਰੇਪ ਤੋੜਦੇ ਆ, ਉਹ ਜਿੰਨੀ ਕਿਸੇ ਕੰਪਨੀ ਨੂੰ ਭੇਜਦੇ ਆ ਤੁਸੀਂ, ਵਾਈਨਰੀ ਨੂੰ, ਉਹਨਾਂ ਨੇ ਨਾਲ ਢੱਕਣ ਭੇਜ ਦੇਣੇ, ਉੱਤੇ ਢੱਕ ਕੇ ਰੱਖ ਦਿੰਦਾ ਜੇ ਮੀਂਹ। ਅੱਛਾ, ਕੰਟਰੈਕਟ ਹੋਇਆ ਤੁਹਾਡਾ ਅੰਗੂਰਾਂ ਦਾ? ਕੰਟਰੈਕਟ ਕੀ ਹੋਇਆ, ਜਾਨੀ ਉਹਨਾਂ ਨੇ ਤੁਹਾਨੂੰ ਕੀ ਕੀਤਾ ਕੰਟਰੈਕਟ ਕਿ ਅਸੀਂ ਅੰਗੂਰ ਤੁਹਾਡੇ ਤੋਂ ਲੈਣੇ? ਹਾਂਜੀ, ਜਿਹੜੀ ਵੀ ਵਾਈਨਰੀ ਦੇ ਨਾਲ ਤੁਹਾਡਾ ਕੰਟਰੈਕਟ ਹੁੰਦਾ, ਫਿਕਸ ਪ੍ਰਾਈਸ ਹੋ ਜਾਂਦੀ ਹੈ, ਇਹ ਆਹ ਕੁਆਲਿਟੀ ਲੈਣੀ ਹੈ, ਤੁਸੀਂ ਉਹ ਕੁਆਲਿਟੀ ਗਰੋ ਕਰਦੇ ਆ, ਉਹਨੂੰ ਟਾਰਗੇਟ ਉਹਨਾਂ ਦਾ ਪੂਰਾ ਕਰਦੇ, ਤੁਹਾਨੂੰ ਫਿਰ ਦੇਖੋ ਤੁਹਾਡਾ ਅੰਗੂਰ ਤਾਂ ਖੇਤ 'ਚ ਲੱਗਾ ਆ। ਪੰਜਾਬ ਦੇ ਵਿੱਚ ਵੀ ਕੰਟਰੈਕਟ ਫਾਰਮਿੰਗ ਦੀ ਹੁਣ ਗੱਲ ਚੱਲਦੀ ਹੈ। ਅੰਗੂਰ ਖੇਤ 'ਚ ਲੱਗਾ, ਤੁਸੀਂ ਉਹਨੂੰ ਪਾਣੀ ਪਾ ਦੋਗੇ, ਤੁਸੀਂ ਉਹਨੂੰ ਖਾਦ ਪਾ ਦੋਗੇ, ਤੁਸੀਂ ਉਹਨੂੰ ਦਵਾਈ ਪਾ ਦੋਗੇ। ਜੇ ਮੰਨ ਲਓ ਅੰਗੂਰ ਫੇਰ ਵੀ ਛੋਟਾ ਰਹਿ ਗਿਆ, ਉਹਦੇ ਵਿੱਚ ਮਿਠਾਸ ਘੱਟ ਰਹਿ ਗਈ, ਤੁਹਾਡਾ ਕਸੂਰ ਤਾਂ ਕੋਈ ਨਹੀਂ, ਉਹਨੇ ਫਿਰ ਪੈਸੇ ਤੁਹਾਨੂੰ ਘੱਟ ਦੇਣੇ ਕਿ ਵੱਧ? ਛੋਟੇ ਦੇ ਹੀ ਪੈਸੇ ਵੱਧ ਦਿੰਦੇ ਆ। ਅੱਛਾ, ਚਲੋ ਮੰਨ ਲਓ ਵੱਡਾ ਹੋ ਗਿਆ। ਹਾਂ, ਜੇ ਵੱਡਾ ਜਾਂ ਫਿਰ ਉਹਦੇ 'ਚ ਜਿਵੇਂ ਕਹਿ ਲਓ ਵੀ ਪਾਣੀ ਜ਼ਿਆਦਾ ਹੁੰਦਾ, ਜਿਵੇਂ ਆਪਾਂ ਪਾਣੀ ਵੱਧ ਲਾਈਏ ਉਹ ਬੇਰੀ ਵੱਡੇ ਹੋ ਜਾਂਦੇ ਦਾਣੇ। ਤੁਸੀਂ ਪਾਣੀ ਨਹੀਂ ਲਾਇਆ, ਮੀਂਹ ਜ਼ਿਆਦਾ ਪੈ ਗਿਆ, ਮੀਂਹ ਵੱਡਾ ਹੋ ਗਿਆ, ਤਕਰੀਬਨ ਇੱਥੇ ਉਨਾ ਕੀ ਪੈਂਦਾ, ਫਿਰ ਉਦੋਂ ਪਾਣੀ ਨਹੀਂ ਲਾਉਂਦੇ। ਨਹੀਂ, ਫਿਰ ਕਾਟ ਲੱਗਦੀ ਉਹਦੇ ਵਿੱਚ? ਕਾਟ ਤਾਂ ਲੱਗਦੀ ਹੈ ਜੇ ਤੁਸੀਂ ਓਵਰ ਜ਼ਿਆਦਾ ਰੱਖਦੇ ਆ ਜੀ, ਫਿਰ ਕਾਟ ਲੱਗਦੀ। ਕੋਈ 15% ਕੱਟ ਲੈਂਦਾ, ਡਿਪੈਂਡ ਕਰਦਾ ਥੋੜਾ ਕੰਟਰੈਕਟ ਕਹੇ। ਕਦੇ ਅੱਜ ਤੱਕ ਖੇਤੀ 'ਚ ਘਾਟਾ ਪਿਆ ਇੱਥੇ ਕਿਸੇ ਸਾਲ? ਹਾਲ ਤੱਕ ਤਾਂ ਪਿਆ ਨਹੀਂ, ਗਾਂ ਪਤਾ ਨਹੀਂ। ਗਾਂ ਪਤਾ ਨਹੀਂ। ਅੱਛਾ, ਜੇ ਜਾਨੀ ਕਿਤੇ ਨੁਕਸਾਨ ਕਦੀ ਹੋਇਆ ਗੜਿਆਂ ਨਾਲ, ਬਰਫ਼ ਨਾਲ? ਪਹਿਲਾਂ ਜਦੋਂ ਐਪਲ ਗਰੋ ਕਰਦੇ ਸੀ, ਹਾਂਜੀ, ਉਦੋਂ ਹੋਇਆ ਨੁਕਸਾਨ ਐਪਲਾਂ ਦਾ। ਠੀਕ ਹੈ ਜੀ। ਉਹਦਾ ਇੰਸ਼ੋਰੈਂਸ ਹੁੰਦਾ ਸੀ, ਉਹ ਇੰਸ਼ੋਰੈਂਸ ਮਿਲ ਜਾਂਦੀ ਸੀ। ਠੀਕ ਹੈ ਜੀ। ਪੰਜਾਬ ਕਦੋਂ ਗਏ ਸੀ ਆਖਰੀ ਵਾਰੀ? ਲਾਸਟ ਈਅਰ। ਲਾਸਟ ਈਅਰ ਗਏ ਸੀ। ਤਾਂ ਉੱਥੇ ਕੋਈ ਰਿਸ਼ਤੇਦਾਰ ਖੇਤੀ ਕਰਦਾ? ਉੱਥੇ ਸਾਰੇ ਰਿਸ਼ਤੇਦਾਰ ਕਰਦੀ ਹੈ ਖੇਤੀ। ਸਾਰੇ ਕਰਦੇ ਆ। ਉਹ ਕੀ ਕਹਿੰਦੇ ਸੀ, ਮੰਦਾ ਹਾਲ ਜਾਂ ਚੰਗਾ ਹਾਲ ਆ? ਉਹ ਬਸ ਚੱਲੀ ਜਾਂਦਾ ਜੀ, ਤੁਹਾਨੂੰ ਪਤਾ ਹੀ ਹੈ, ਲੰਗਰ ਪਾਣੀ ਚੱਲੀ ਜਾਂਦਾ ਉੱਥੇ। ਨਹੀਂ, ਚਲੋ ਠੀਕ ਹੈ ਜੀ, ਸ਼ੁਕਰੀਆ ਜੀ, ਮਿਹਰਬਾਨੀ। ਆ ਤੁਸੀਂ ਲਾ ਲਓ ਜੀ ਸੈਨੀਟਾਈਜ਼ਰ। ਆ ਗਿਆ ਜੀ, ਆ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੀ ਆਪਣਾ ਨਾਮ ਦੱਸਿਓ ਜੀ। ਸਵਰਨਜੀਤ ਚਾਹਲ। ਚਾਲ ਸਾਹਿਬ, ਪਿਛਲੀ ਵਾਰੀ ਵੀ ਤੁਹਾਡੇ ਨਾਲ ਪ੍ਰੋਗਰਾਮ ਕੀਤਾ ਸੀ ਕਿਸ਼ਤੀ 'ਚ ਬਹਿ ਕੇ, ਮੈਨੂੰ ਚੇਤਾ, ਮੇਰੇ ਖਿਆਲ ਲੇਕ ਆਹੀ ਆ ਉਹ ਦੂਜੇ ਪਾਸੇ ਸੀ, ਇਹਦੇ ਨਾਲ ਜੁੜਦੀ ਆ? ਉਧਰ ਇਹੀ ਲੇਕ ਜਾਂਦੀ ਹੈ ਜੀ, ਪਾਣੀ ਹੋ ਸਕਦਾ ਇਹੀ ਹੋਵੇ, ਇਹੀ ਪਾਣੀ। ਅੱਛਾ, ਚਾਲ ਸਾਹਿਬ ਮੈਨੂੰ ਇੱਕ ਗੱਲ ਦੱਸਿਓ ਕਿ ਜੇ ਕਿਸੇ ਨੇ ਖੇਤੀਬਾੜੀ ਵਾਲਾ, ਅਸੀਂ ਉੱਥੇ ਕਹਿੰਦੇ ਜੀ ਸਾਡੇ ਉੱਥੇ ਨਾ ਮੱਕੀ ਆ ਜਿੱਥੇ ਹੁੰਦੀ, ਹੁਸ਼ਿਆਰਪੁਰ 'ਚ ਮੱਕੀ ਬੜੀ ਹੁੰਦੀ, ਹੋਰ ਪਾਸੇ ਵੀ ਹੁੰਦੀ, ਉੱਥੇ ਜੀ ਪ੍ਰੋਸੈਸਿੰਗ ਪਲਾਂਟ ਲੱਗਣਾ ਚਾਹੀਦਾ। ਹਾਂਜੀ। ਅਸੀਂ ਕਹਿੰਦੇ ਆ ਜੀ ਜਿੱਥੇ ਕਿੰਨੂ ਹੁੰਦੇ ਆ ਉੱਥੇ ਕਿੰਨੂਆਂ ਦਾ ਪਲਾਂਟ ਲੱਗਣਾ ਚਾਹੀਦਾ। ਹਾਂਜੀ। ਵੀ ਸਾਡਾ ਪੰਜਾਬ ਦਾ ਜਿਹੜਾ ਚੀਜ਼ ਹੈ ਨਾ, ਸਾਡੇ ਪੰਜਾਬ ਦੀ, ਉਹ ਪ੍ਰੋਸੈਸ ਹੋ ਕੇ ਜਾਵੇ। ਅਸੀਂ ਹੁਣ ਸਾਰੀ ਉਮਰ ਮੱਕੀ ਥੋੜੋ ਵੇਚਣੀ ਆ 2 ਰੁਪਈਆਂ ਦੀ, ਅਸੀਂ 12 ਰੁਪਈਆਂ ਦਾ ਪੌਪਕੌਰਨ ਦਾ ਪੈਕਟ ਵੇਚਣਾ। ਹਾਂਜੀ। ਕੀ ਇੱਥੇ ਜਿੰਨੇ ਪੰਜਾਬੀ ਭਾਈਚਾਰੇ ਦੇ ਕਿਸਾਨ ਖੇਤੀ ਕਰਦੇ ਆ, ਉਹਨਾਂ ਦੇ ਲਈ ਕੋਈ ਫੂਡ ਪ੍ਰੋਸੈਸਿੰਗ ਦੀ ਯੋਜਨਾ ਵੀ ਸਰਕਾਰ ਕੋਲ ਹੈਗੀ ਆ? ਯੋਜਨਾ ਹੈਗੀ ਹੈ ਜੀ। ਤੇ ਪਹਿਲਾਂ ਤਾਂ ਸਾਡੇ ਕੋਲ ਕੈਨਰੀ ਹੁੰਦੀ ਸੀ ਇੱਥੇ ਹੀ, ਜਾਂਦੀ, ਉਹ ਬਹੁਤ ਵੱਡੀ ਕੈਨਰੀ ਸੀ ਪੈਂਟੈਕਟਨ ਦੇ ਵਿੱਚ ਜੀ। ਪਰ ਉਹ ਬਹੁਤ ਚਿਰ, ਮੈਨੂੰ ਲੱਗਦਾ 30 ਈਅਰ ਤੋਂ ਉੱਤੇ ਹੋ ਗਏ ਹੋਣੇ ਬੰਦ ਹੋਈ ਨੂੰ। ਠੀਕ ਹੈ ਜੀ। ਉਦੋਂ ਬਾਅਦ ਜੂਸ ਪਲਾਂਟ ਹੈਗੇ ਆ, ਇੱਕ ਬਹੁਤ ਵੱਡਾ ਜੂਸ ਪਲਾਂਟ ਹੈਗਾ ਸਾਡੇ ਕੋਲ ਕਲੋਨੀ, ਜਿਹੜੇ ਕਿ ਪੈਕਿੰਗ ਹਾਊਸ ਦੇ ਕੱਲ ਵਾਲੇ ਐਪਲ ਜਾਂ ਲੈ ਜਾਂਦੇ ਆ, ਫਿਰ ਵੀ ਤੁਹਾਨੂੰ ਥੋੜੇ ਪੈਸੇ ਮਿਲ ਜਾਂਦੇ ਉਹਦੇ ਜੀ। ਪਰ ਉਹ ਕੋਈ ਕੈਨਰੀ ਨਹੀਂ ਹੈਗੀ। ਹੁਣ ਸਰਕਾਰ ਨੇ ਇੱਕ ਯੋਜਨਾ ਕੱਢੀ ਹੈ ਵੀ ਜੇ ਤੁਸੀਂ ਸਮਾਲ ਫਾਰਮਰ ਵੀ ਕੋਈ ਪ੍ਰੋਸੈਸਿੰਗ ਪਲਾਂਟ ਲਾਉਣਾ ਮੰਗਦਾ, ਹਾਂਜੀ, ਤਾਂ ਉਹਦੇ ਤੇ ਅਬਾਊਟ ਤੁਹਾਨੂੰ 50% ਗ੍ਰਾਂਟ ਮਿਲ ਜਾਂਦੀ ਆ, ਪਰ ਉਹ ਤੇ ਕੈਪ ਹੈਗਾ। ਅੱਛਾ ਜੀ। ਬਈ ਜਿਵੇਂ ਆਪਾਂ 5 ਲੱਖ ਦੀ ਗ੍ਰਾਂਟ ਲੈਨੇ ਆ ਤਾਂ 2.5 ਲੱਖ ਆਪਾਂ ਨੂੰ ਲਾਉਣਾ ਪੈਣਾ ਤੇ 2.5 ਉਹ ਦੇਣਗੇ। ਅੱਛਾ, 5 ਲੱਖ ਤੋਂ ਜ਼ਿਆਦਾ ਨਹੀਂ ਲੈ ਸਕਦੇ। 5 ਜਾਨੀ ਉਹ ਛੋਟੇ ਪੱਧਰ ਤੇ ਵੀ ਤੁਹਾਨੂੰ ਮਦਦ ਹੈਗੀ ਆ ਉਹਦੀ। ਵੱਡੀ ਪੱਧਰ ਨੂੰ ਹੈ ਨਹੀਂ, ਛੋਟੀ ਨੂੰ ਹੈਗੀ ਆ। ਛੋਟੀ ਨੂੰ ਤਾਂ ਹਾਂਜੀ, ਛੋਟੀ ਨੂੰ ਹੈਗੀ ਆ। ਅੱਛਾ, ਇਹ ਆਪਣੇ ਅੱਜ ਬਹੁਤ ਵੱਡਾ ਮੁੱਦਾ ਆ ਵੀ ਜਾਨੀ ਮੰਨ ਲਓ ਤੁਸੀਂ 15 ਏਕੜ ਵਾਲੇ ਹੋ, ਹਾਂਜੀ,
ਤੁਸੀਂ $4 ਲੱਖ ਦਾ ਕੋਈ ਪ੍ਰੋਜੈਕਟ ਸ਼ੁਰੂ ਕਰਨਾ, ਹਾਂਜੀ ਤੁਸੀਂ ਆਪਣੇ ਅੰਗੂਰਾਂ ਤੋਂ ਕੁਝ ਬਣਾਉਣਾ, ਹਾਂਜੀ ਜਾਂ ਤੁਸੀਂ ਆਪਣੀ ਚੈਰੀ ਤੋਂ ਕੁਝ ਬਣਾਉਣਾ, ਹਾਂਜੀ ਤੇ ਤੁਹਾਨੂੰ 4 ਲੱਖ ਦਾ ਪ੍ਰੋਜੈਕਟ ਆ, 2 ਲੱਖ ਸਰਕਾਰ ਦੇਊ। ਤੁਸੀਂ ਵੈਲਿਊ ਐਡਡ ਕਰਨੀ ਹੈ ਜੀ ਜੀ। ਉਹ ਵੈਲਿਊ ਐਡਡ ਪ੍ਰੋਗਰਾਮ ਕਹਿੰਦੇ ਆ ਉਹਨੂੰ ਵੀ ਤੁਸੀਂ ਇਸ ਚੀਜ਼ ਨੂੰ ਤੁਸੀਂ ਕਹਿੰਦੇ ਹੋ ਮੈਂ ਜੇ ਤਾਂ ਜੂਸ ਨੂੰ ਐਪਲ ਭੇਜਦਾ ਤਾਂ ਮੈਨੂੰ ਮਿਲਦਾ 2 ਸੈਂਟ, ਪਰ ਮੇਰੇ ਕੋਲੇ ਆਪ ਦਾ ਪਲਾਂਟ ਹੈਗਾ ਤਾਂ ਮੈਂ ਉਹਨੂੰ 50 ਸੈਂਟ 'ਚ ਵੀ ਬਦਲ ਸਕਦਾ। ਓਕੇ, ਹਾਂਜੀ, ਉਹਦੇ 'ਚ ਉਹਦੀ ਉਹ ਹੈਲਪ ਹੋ ਜਾਂਦੀ ਹੈ। ਮੈਂ ਇੱਕ ਸ਼ਬਦ ਮਾੜਾ ਲੱਗ ਸਕਦਾ, ਉਹ ਪੈਸੇ ਲੈਣ ਨੂੰ ਸਰਕਾਰ ਤੋਂ ਧੱਕੇ ਕਿੰਨੇ ਖਾਣੇ ਪੈਂਦੇ? ਨਹੀਂ, ਬੜੇ ਧੱਕੇ ਨਹੀਂ ਖਾਣੇ ਹੁੰਦੇ, ਨਹੀਂ, ਐਪਲੀਕੇਸ਼ਨ ਭਰਨੀ ਹੈ ਜੀ। ਜਾਨੀ ਬਿਲਕੁਲ ਧੱਕੇ ਨਹੀਂ? ਨਾ ਜਮਾ ਨਹੀਂ। ਮੰਨ ਲਓ ਕਿ ਜਿਹੜੇ ਦਫ਼ਤਰ ਜਾਂਦੇ ਹੋ, ਹਾਂਜੀ, ਉੱਥੋਂ ਦਾ ਜਿਹੜਾ ਬੰਦਾ ਬੈਠਾ ਉਹ ਕੀ ਕਹੂਗਾ ਵੀ ਵਿੱਚ ਨੁਕਸ ਕੱਢਦਾ ਜਾਂ ਤੁਹਾਡੇ ਨੁਕਸ ਪੂਰੇ ਕਰਨ ਲਈ ਹੈਲਪ ਕਰਦਾ? ਨੁਕਸ ਕੱਢ ਸਕਦਾ ਉਹ, ਪਰ ਥੋੜੀ ਹੈਲਪ ਵੀ ਪੂਰੀ ਕਰਦਾ ਉਹਨੂੰ ਠੀਕ ਕਰਨ ਨੂੰ। ਅੱਛਾ ਜੀ, ਦੂਸਰੀ ਗੱਲ ਇਹ ਹੈ ਕਿ ਆਮ ਤੌਰ ਤੇ ਹੁੰਦਾ ਜੀ ਉਹ ਜਿੱਥੋਂ ਪ੍ਰਵਾਨਗੀ ਲੈਣੀ ਆ ਵਿੱਚੋਂ ਹਿੱਸਾ ਤਾਂ ਨਹੀਂ ਮੰਗਦੇ? ਨਹੀਂ ਕੋਈ ਹਿੱਸਾ ਨਹੀਂ। ਪੱਕੀ ਗੱਲ ਆ? 100%। ਨਹੀਂ, ਕਈ ਵਾਰੀ ਹੁੰਦਾ ਇਦਾਂ? ਨਹੀਂ। ਅੱਛਾ ਜੀ, ਇਹ ਜੀ ਕੋਈ ਗੱਲ। ਜੇ $2 ਲੱਖ ਦਾ ਮਤਲਬ $2 ਲੱਖ। ਹਾਂਜੀ, ਹੁਣ ਤੁਹਾਨੂੰ ਹੋਰ ਗੱਲ ਦੱਸਦਾ ਜੀ, ਹੁਣ ਕਰੋਨਾ ਵਾਇਰਸ ਆ ਗਈ। ਹਾਂਜੀ, ਇਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਹੋਇਆ ਗਵਰਨਮੈਂਟ ਨੇ, ਸਮਾਲ ਬਿਜ਼ਨਸ ਪ੍ਰੋਗਰਾਮ ਆ। ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਉਹਦਾ ਪੇਪਰ ਵਰਕ ਆ ਬੈਂਕ ਰਾਹੀਂ, ਬੈਂਕ ਦੇ ਵਿੱਚ ਤੁਹਾਡੇ ਜਿਹੜੀ ਥੋੜੀ ਆਪ ਦੀ ਬੈਂਕ ਆ, ਤੁਹਾਡਾ ਖਾਤਾ, ਉਹਦੇ ਉੱਥੇ ਪੇਪਰ ਭਰੇ ਜਾਂਦੇ ਆ, ਤੁਸੀਂ ਕੰਪਿਊਟਰ ਤੇ ਘਰੇ ਭਰ ਦਿੰਦੇ ਆ ਜੀ। ਤੇ ਜਦੋਂ ਤੁਸੀਂ ਉਹ ਪੇਪਰ ਭਰ ਦਿੰਦੇ ਹੋ ਤਾਂ ਤੁਹਾਨੂੰ ਨਾ ਉਹ $40,000 ਦੇ ਦਿੰਦੇ ਆ। $40,000 ਦੇ ਵਿੱਚੋਂ $10,000 ਤੁਸੀਂ ਮੋੜਨਾ ਨਹੀਂ। ਠੀਕ ਹੈ ਜੀ। $30,000 ਬਿਨਾਂ ਵਿਆਜ ਤੋਂ 2 ਸਾਲ ਲਈ। ਅੱਛਾ ਜੀ, ਕੋਈ ਵਿਆਜ ਨਹੀਂ? ਕੋਈ ਵਿਆਜ ਨਹੀਂ ਉਹਦੇ ਤੇ। ਉਹ 2 ਸਾਲ ਦੇ ਵਿੱਚੋਂ ਦਸੰਬਰ 2022 ਦੇ ਵਿੱਚ 31 ਦਸੰਬਰ 2022 ਨੂੰ ਤੁਸੀਂ ਉਹ $30,000 ਉਹਨੂੰ ਮੋੜ ਦੇਣਾ। ਹੋ ਸਕਦਾ ਉਹਦੇ ਚੋਂ ਵੀ ਗਾਹਾਂ ਕੋਈ ਹੋਰ ਛੋਟ ਹੋ ਜੇ, ਇਹ ਡਿਪੈਂਡ ਹੈ ਗਵਰਨਮੈਂਟ ਤੇ। ਜਾਨੀ ਕੋਵਿਡ ਦੇ ਕਰਕੇ ਇੱਥੋਂ ਦੇ ਕਿਸਾਨ ਨੂੰ ਸਪੈਸ਼ਲ ਸਿਰਫ ਕੋਵਿਡ ਦੇ ਕਰਕੇ ਕਿਸੇ ਨੂੰ ਵੀ ਜਾਨੀ ਉਹਨਾਂ ਨੇ ਕਿਹਾ ਕਿ $40,000 ਚੱਕੋ, 25% ਦਾ ਮੋੜਨਾ ਹੀ ਨਹੀਂ ਤੇ ਬਾਕੀ 30% ਦੇ ਉੱਤੇ ਵੀ 2 ਸਾਲ ਵਿਆਜ ਕੋਈ ਵਿਆਜ ਨਹੀਂ। ਉਦੋਂ ਤੁਸੀਂ ਮੋੜ ਦਿਓਗੇ ਟਾਈਮ ਦੇ ਉੱਤੇ ਤਾਂ ਤੁਹਾਨੂੰ ਕੋਈ ਵਿਆਜ ਨਹੀਂ, ਕੋਈ ਪੈਨਲਟੀ ਨਹੀਂ, ਕੁਛ ਨਹੀਂ ਹੈਗਾ। ਇਦਾਂ ਦੀ ਕੋਈ ਗੱਲ ਨਹੀਂ। ਇਹ ਤਾਂ ਬਹੁਤ ਕਮਾਲ ਦੀ ਵਧੀਆ ਗੱਲ ਹੈ ਜੀ। ਅੱਛਾ ਚਾਲ ਸਾਹਿਬ, ਮੈਨੂੰ ਹੁਣ ਇੱਕ ਗੱਲ ਦੱਸਿਓ, ਤੁਸੀਂ ਇੱਥੇ ਪੁਰਾਣੇ ਹੋ, ਕਾਰੋਬਾਰ ਦੇ ਵਿੱਚ ਵੀ ਲੱਗੇ ਹੋ, ਖੇਤੀਬਾੜੀ ਵੀ ਹੈਗੀ ਆ, ਪੰਜਾਬ ਦਾ ਮਸਲਾ ਕੀ ਲੱਗਦਾ ਜੀ? ਪੰਜਾਬ ਦਾ ਮਸਲਾ ਤਾਂ ਖਰਾਬ ਹੀ ਲੱਗਦਾ ਜੀ। ਉਹ ਤਾਂ ਜੀ, ਜਿਹੜਾ ਮੈਂ ਤਾਂ ਇੱਕ ਦੇਖਿਆ ਜੀ, ਜਿਵੇਂ ਹੁਣ ਗਵਰਨਮੈਂਟ ਸਿਸਟਮ ਬਦਲ ਨੂੰ ਕਹਿੰਦੀ ਹੈ, ਪਰ ਜਿਹੜਾ ਆਪਣਾ ਸਿਸਟਮ ਪਹਿਲਾਂ ਵਾਲਾ ਹੈਗਾ ਜੀ, ਉਹ ਪੂਰਾ ਕਾਮਯਾਬ ਸਿਸਟਮ ਹੈ ਜੀ। ਕਿਉਂਕਿ ਗਵਰਨਮੈਂਟ ਐਟਲੀਸਟ ਝੋਨੇ ਦਾ ਆਪਣਾ ਰੇਟ ਬੰਨ ਦਿੰਦੀ ਆ ਮੰਡੀ ਤੋਂ ਜਾਣ ਤੋਂ ਪਹਿਲਾਂ, ਕਣਕ ਦਾ ਰੇਟ ਬੰਨ ਦਿੰਦੀ ਆ ਜੀ, ਉਹ ਪੈਸੇ ਆਪਾਂ ਨੂੰ ਮਿਲ ਜਾਂਦੇ ਆ। ਹੁਣ ਜੇ ਇਹ ਨਵਾਂ ਸਿਸਟਮ ਲੈ ਆਉਣਗੇ ਤਾਂ ਉਹ ਫਿਰ ਆਪਦੀ ਮਰਜ਼ੀ ਨਾਲ ਪੈਸੇ ਦੇਣਗੇ। ਜਿਹੜੇ 1000 ਰੁਪਏ ਵਾਲੀ ਚੀਜ਼ ਆਪਾਂ ਨੂੰ ਉਹ ਵੀ ਕਹਿ ਸਕਦੇ ਵੀ ਅਸੀਂ 800 ਦੀ ਲਵਾਂਗੇ ਜੀ, 800 ਦੀ ਲਵਾਂਗੇ। ਨਹੀਂ, ਮੁਸ਼ਕਲ ਹੋ ਜਾਊਗਾ। ਹਾਂਜੀ, ਮੁਸ਼ਕਲ ਹੋ ਜਾਊਗਾ। ਇੱਕ ਆੜਤ ਸਿਸਟਮ ਆ ਜੀ। ਓਕੇ, ਇੱਕ ਛੋਟਾ ਜਿਹਾ ਜ਼ਿਮੀਂਦਾਰ ਆ, 2 ਕਿੱਲੇ ਦੀ ਖੇਤੀ ਵਿਚਾਰਾ ਕਰਦਾ, ਆੜਤੀਏ ਦੇ ਤਾਂ ਕੋਲੋਂ ਜਦੋਂ ਮਰਜ਼ੀ ਜਾ ਕੇ ਉਹ ਕਹਿੰਦਾ ਜੀ ਮੈਨੂੰ 1000 ਰੁਪਏ ਦੇ ਦੇ, ਉਹ ਕਹਿੰਦੇ ਲੈ ਲਓ ਜੀ। ਹਾਂਜੀ, ਫਸਲ ਵੇਚਣੀ ਆ, ਚੁੱਪ ਕਰਕੇ ਉਹਨਾਂ ਦੇ ਜਾ ਕੇ ਉੱਥੇ ਸਿੱਟ ਦੇਣੀ ਆ, ਉਹਨਾਂ ਨੇ ਤੁਹਾਡੀ ਲੁੱਕ ਆਫਟਰ ਉਹਦੀ ਫਸਲ ਦੀ ਕਰ ਦੇਣੀ ਆ। ਹਾਂਜੀ, ਗਵਰਨਮੈਂਟ ਦੀ ਖਰੀਦ ਹੋਵੇ, ਦੂਜੀ ਖਰੀਦ ਹੋਵੇ, ਪ੍ਰਾਈਵੇਟ ਖਰੀਦ ਹੋਵੇ, ਉਹਨਾਂ ਨੇ ਸਾਰਾ ਕੰਮ ਉਹਦਾ ਕਰ ਦੇਣਾ। ਉਹ ਸਿਸਟਮ ਬੜਾ ਵਧੀਆ ਚੱਲਦਾ। ਇਹ ਨਹੀਂ ਸਮਝ ਲੱਗਦੀ ਵੀ ਉਹ ਗਵਰਨਮੈਂਟ ਇਹਨੂੰ ਉਹ ਚੰਗੇ ਭਲੇ ਸਿਸਟਮ ਨੂੰ ਚੱਲਦੇ ਨੂੰ ਕਿਉਂ ਖਰਾਬ ਕਰਨਾ ਮੰਗਦੀ ਹੈ। ਨਹੀਂ, ਠੀਕ ਹੈ। ਚੱਲ ਸਾਹਿਬ, ਹੋਰ ਕੁਛ ਜੇ ਪੰਜਾਬ ਵਾਲਿਆਂ ਨੂੰ ਸੁੱਖ ਸੁਨੇਹਾ? ਬਸ ਇਹੀ ਹੈ ਜੀ, ਬਸ ਵਧੀਆ ਤਾਂ ਗੱਲ ਇਹੀ ਰਹੇ ਵੀ ਉਹਨਾਂ ਦਾ ਵਿਚਾਰਿਆਂ ਦਾ ਜਿਹੜਾ ਸਿਸਟਮ ਆ ਉਹ ਵਧੀਆ ਰਹਿ ਜੇ ਤੇ ਉਹਨਾਂ ਦੀ ਇਹ ਆ ਵਿਚਾਰਿਆਂ ਨੂੰ ਜਿੰਨੇ ਹੁਣ ਮਹੀਨੇ ਦੇ ਧਰਨੇ ਦੀ ਜਾਂਦੇ ਬੈਠੇ ਆ ਭੁੱਖੇ ਭਾਣੇ, ਇਹੋ ਜੀ ਗੱਲ ਨਾ ਆਵੇ ਤੇ ਗਵਰਨਮੈਂਟ ਸੁਣੇ ਇਸ ਗੱਲ ਨੂੰ ਤਾਂ ਬਹੁਤ ਵਧੀਆ। ਅੱਛਾ, ਤੁਸੀਂ ਪੰਜਾਬ 'ਚ ਲੰਬਾ ਸਮਾਂ ਰਹੇ ਹੋ, ਸਿਸਟਮ ਉੱਥੇ ਦਾ ਸੁਧਰ ਸਕਦਾ ਜੇ ਸੁਧਾਰਨਾ ਚਾਹੀਏ? ਜੇ ਤੁਸੀਂ ਉਹ 'ਚ ਕਰ ਸਕਦੇ ਹੋ, ਜਿਵੇਂ ਹੁਣ ਕ੍ਰਾਪ ਇੰਸ਼ੋਰੈਂਸ ਆਈ ਆ, ਚਲੋ ਆਪਾਂ ਜੇ ਜ਼ਿਮੀਂਦਾਰ ਨੂੰ ਕਹਿੰਦੇ ਨੇ ਵੀ ਹਾਂਜੀ ਤੇਰੀ 30,000 ਦੀ ਕਣਕ ਹੁੰਦੀ ਆ, ਉਹਦਾ ਬੀਮਾ ਹੋ ਜੇ। ਹਾਂਜੀ, ਤਾਂ ਉਹ ਸਿਸਟਮ ਬੜਾ ਵਧੀਆ ਗੱਲ ਹੋ ਸਕਦੀ ਹੈ। ਕਿਉਂਕਿ ਹੁਣ ਕਈ ਵਾਰੀ ਜੇ ਆਪਾਂ ਨੂੰ ਆ ਜਾਂਦੀ ਆ ਤਾਂ ਪਹਿਲਾਂ ਬੰਦੇ ਹੀ ਖਾ ਜਾਂਦੇ ਆ ਵਿੱਚੋਂ, ਜੇ 2-4 ਹਜ਼ਾਰ ਰੁਪਇਆ ਆ ਜਾਂਦਾ ਤੇ ਜੇ ਆਉਂਦਾ ਤਾਂ ਬਹੁਤ ਥੋੜਾ ਆਉਂਦਾ। ਹਾਂਜੀ, ਨਹੀਂ, ਠੀਕ ਹੈ। ਚਾਲ ਸਾਹਿਬ, ਤੁਸੀਂ ਗੱਲਾਂ ਬਾਤਾਂ ਕੀਤੀਆਂ, ਧੰਨਵਾਦ ਜੀ। ਮੈਂ ਆ ਸੌਦਾ ਨਾਲ ਹੀ ਲੈ ਲੈਣਾ। ਹਾਂਜੀ, ਹਲੋ ਜੀ, ਮੈਂ ਦੁਬਾਰਾ ਇੱਕ ਵਾਰੀ ਫੇਰ ਉਧਰ ਜਿੱਧਰੋਂ ਸ਼ੁਰੂ ਕੀਤਾ ਸੀ ਉਧਰ ਚੱਲਿਆ। ਹੁਣ ਆਖਰੀ ਸ਼ੋਹਾਂ ਤੇ ਆ ਚੱਲਿਆ ਜੀ ਪ੍ਰੋਗਰਾਮ। ਆ ਲਓ ਜੀ, ਮੈਂ ਕਰਾ ਦੇਣਾ। ਹੁਣ ਮੈਂ ਸੌਦਾ ਨਾਲ ਲੈ ਆਇਆ। ਆ ਲਓ ਜੀ, ਤੁਹਾਡਾ ਮੈਂ ਪਹਿਲੀ ਵਾਰੀ ਨਾਂ ਨਹੀਂ ਸੀ ਪੁੱਛਿਆ। ਅੱਛਾ ਜੀ, ਹੁਣ ਦੱਸੋ। ਮੇਰਾ ਨਾਮ ਮਹਿੰਦਰਪਾਲ ਸਿੰਘ ਆ। ਆਇਆ ਮਹਿੰਦਰਪਾਲ ਸਿੰਘ ਜੀ, ਉੱਚੀ ਬੋਲਣਾ ਮਾੜਾ ਜਿਹਾ। ਹਾਂਜੀ, ਮੈਂ ਤੁਹਾਨੂੰ ਇੱਕੋ ਗੱਲ ਪੁੱਛਣੀ ਕਿ ਤੁਸੀਂ ਕਿਸਾਨ ਹੋ? ਹਾਂਜੀ, ਪੰਜਾਬ ਵਾਲੇ ਵੀ ਕਿਸਾਨ ਆ? ਹਾਂਜੀ। ਤੁਸੀਂ ਆਪਣੇ ਆਪ ਨੂੰ ਇੱਥੇ ਜਾਣੀ ਵੀ 20 ਚੀਜ਼ਾਂ ਉੱਥੇ ਹੁੰਦੀਆਂ। ਇੱਕ ਕਿਸਾਨ ਜਿਹੜਾ ਨਾ ਕੱਲੀ ਖੇਤੀ ਦੇ ਵਿੱਚੋਂ ਜੇ ਕਹੇ ਕਿ ਮੈਂ ਕੋਠੀ ਪਾ ਲੈਣੀ ਆ, ਨਹੀਂ ਪਾ ਸਕਦਾ। ਉੱਥੇ ਕੱਲਾ ਕਿਸਾਨ ਜੇ ਕਹੇ ਕਿ ਭਾਈ ਮੈਂ ਬਹੁਤ ਵੱਡਾ ਕੋਈ ਇਲਾਜ ਕਰਾ ਸਕਦਾ, ਨਹੀਂ ਕਰਾ ਸਕਦਾ। ਜੇ ਆਮ ਜਿਹੜਾ 4-5-6 ਏਕੜ ਵਾਲਾ ਕਿਸਾਨ ਆ, ਹਾਂਜੀ, ਜੇ ਉਹ ਕਹੇ ਕਿ ਮੈਂ ਆਪਦੇ ਨਿਆਣੇ ਕਿਸੇ ਪ੍ਰਾਈਵੇਟ ਯੂਨੀਵਰਸਿਟੀ 'ਚ ਪੂਰੀ ਫੀਸ ਦੇ ਕੇ ਪੜ੍ਹਾਉਣੇ ਆ, ਮੁਸ਼ਕਲ ਆ। ਇੱਥੇ ਇੱਕ ਕਿਸਾਨ ਜਿਹੜਾ, ਹਾਂਜੀ, ਉਹ ਕਿੱਦਾਂ ਮਹਿਸੂਸ ਕਰਦਾ?
ਉਹਦੇ ਕੋਲ ਸੁੱਖ ਸਹੂਲਤ ਕੋਈ ਹੈਗੀ, ਉਹਨੂੰ ਕੋਈ ਡਰ ਭੈ ਤਾਂ ਨਹੀਂ ਹੁੰਦਾ ਕਿ ਭਾਈ ਮੈਂ ਪਤਾ ਨਹੀਂ ਕੀ ਕਰੂੰਗਾ? ਉਹ ਇੱਥੇ ਬਾਈ ਜੀ ਪਹਿਲੀ ਗੱਲ ਤਾਂ ਸਿਸਟਮ ਬਹੁਤ ਵਧੀਆ ਆ। ਜਿਹੜਾ ਮੇਰੇ ਮਨ ਦੇ ਪਿੱਛੇ ਫਿਕਰ ਰਹਿੰਦਾ ਕਿ ਨਾ ਵੀ ਮੇਰੀ ਬੇਬੇ ਢਿੱਲੀ ਹੋ ਗਈ ਤੇ ਵੀ ਉਹਨੂੰ ਮੈਂ ਹਸਪਤਾਲ ਲੈ ਕੇ ਜਾਣਾ, ਉਹ ਪਹਿਲੋਂ ਤਾਂ ਗਵਰਨਮੈਂਟ ਸਾਰਾ ਪੇ ਕਰਦੀ ਆ। ਠੀਕ ਹੈ ਜੀ। ਈਵਨ ਜੇ ਉਹ 65 ਸਾਲ ਤੋਂ ਉੱਤੇ ਦੀ ਮੋਸਟਲੀ ਦਵਾਈ ਵੀ ਪੇ ਕਰਦੀ ਆ। ਤੇ ਰਹਿ ਗਈ ਗੱਲ ਜਵਾਕ ਦੀ, ਜੇ ਮੇਰਾ ਜਵਾਕ ਪੜ੍ਹਨ ਲਿਖਣ ਨੂੰ ਲਾਇਕ ਆ, ਮੇਰੇ ਕੋਲ ਪੈਸੇ ਹੈ ਨਹੀਂ ਜੀ, ਉਹਨਾਂ ਨੂੰ 0% ਤੇ ਲੋਨ ਮਿਲਦਾ, ਉਹ ਵੀ ਗਵਰਨਮੈਂਟ ਦਿੰਦੀ ਆ। ਠੀਕ ਹੈ ਜੀ। ਤੇ ਉਹ ਵੀ ਬਹੁਤ ਵੱਡੀ ਸਹੂਲਤ ਆ। 0% ਦਾ ਭਾਵ ਕੋਈ ਵਿਆਜ ਨਹੀਂ? ਕੋਈ ਵਿਆਜ ਨਹੀਂ। ਠੀਕ ਹੈ ਜੀ। ਜਿੰਨਾ ਚਿਰ ਉਹ ਪੜ੍ਹਦਾ। ਹਾਂਜੀ। ਤੇ ਜਿਹੜੀ ਇੱਥੇ ਦੀਆਂ ਉਹ ਸਹੂਲਤਾਂ ਵਾ, ਉਹਦਾ ਖੇਤੀ ਨਾਲ ਨਹੀਂ ਸੰਬੰਧਿਤ, ਪਰ ਉਹਦਾ ਜਿਹੜਾ ਮਗਰਲਾ ਉਹਦੀ ਫੈਮਿਲੀ ਦੀ ਲੁੱਕ ਆਫਟਰ ਲਈ ਉਹ ਬਹੁਤ ਵਧੀਆ ਸਿਸਟਮ ਆ। ਠੀਕ ਹੈ ਜੀ। ਜਿਹੜਾ ਸਾਡੇ ਕੋਲੇ ਉੱਥੇ ਹੈ ਨਹੀਂਗਾ। ਤੇ ਜਿਹੜਾ ਇਸ ਕਰਕੇ ਜਿਹੜਾ ਛੋਟਾ ਕਿਸਾਨ ਆ ਉਹ ਇਹ ਚੀਜ਼ਾਂ ਕਰ ਹੀ ਨਹੀਂ ਸਕਦਾ, ਨਾ ਉਹ ਆਪਦਾ ਜਿਵੇਂ ਆਪਾਂ ਕਹਿ ਦਈਏ ਕਹਿਣਾ ਸੌਖਾ ਹੁੰਦਾ ਵੀ ਉਹ ਚੱਕ ਕੇ ਹੋਰ ਸੂਬੇ 'ਚ ਲੈ ਜੇ ਹੋਰ, ਪਰ ਉਹ ਲਿਜਾਊ ਕੰਮ ਜਦੋਂ ਟਰੱਕ ਦਾ ਰੇਟ ਹੀ ਹੋਵੇ ਜੇ ਲੱਖ ਰੁਪਈਆ ਉੱਥੋਂ ਇੱਕ ਥਾਂ ਤੋਂ ਦੂਜੇ ਥਾਂ ਲਿਜਾਣਾ ਜੀ, ਫਿਰ ਉਹ ਕਿਵੇਂ ਅਫੋਰਡ ਕਰੂਗਾ? ਨਹੀਂ ਉਹ ਤਾਂ ਇਹ ਕਹਿੰਦੇ ਆ ਕਿ ਤੁਸੀਂ ਭਾਈ ਕੋਈ ਰੌਲਾ ਕਾਹਦਾ, ਕਹਿੰਦੇ ਅੱਗੇ ਤੁਸੀਂ ਪਿੰਡ ਤੋਂ ਨੇੜੇ ਵਾਲੀ ਮੰਡੀ 'ਚ ਵੇਚਦੇ ਸੀ, ਹੁਣ ਤੁਸੀਂ ਕਲਕੱਤੇ ਲਿਆ ਕੇ ਵੇਚ ਦਿਓ। ਕੀ ਉਹ ਲੱਗਦਾ ਤੁਹਾਨੂੰ ਸੰਭਵ ਹੈਗਾ ਵੀ ਇੱਕ ਛੋਟਾ ਕਿਸਾਨ ਜਿਹੜਾ ਉੱਥੇ ਆ ਕੇ ਵੇਚ ਦੂ ਸੌਦਾ? ਪਹਿਲੀ ਗੱਲ ਜਿਹੜਾ ਮਾੜਾ ਕਿਸਾਨ ਹੁੰਦਾ ਉਹ ਨੇੜਲੇ ਸ਼ਹਿਰ ਤੱਕ ਗਿਆ ਨਹੀਂ ਹੁੰਦਾ, ਤੇ ਕਲਕੱਤੇ ਕਿੱਥੋਂ ਜਾਵੇ, ਕਲਕੱਤੇ ਕਿੱਥੋਂ ਚਲੇ? ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਜੀ ਜੀ ਵੀ ਉਹ ਇਹ ਜਿਹੜੇ ਮੇਰੇ ਉਹ ਉੱਥੇ ਬੈਠੇ ਆ ਕਿ ਨਾ ਦਿੱਲੀ, ਤੇ ਉਹ ਤਾਂ ਲੀਡਰ ਉਹ ਫਿਰਦੇ ਪਲੇਨਾਂ 'ਚ, ਤੇ ਉਹਨਾਂ ਨੂੰ ਗੱਲਾਂ ਕਹਿਣੀਆਂ ਸੌਖੀਆਂ ਹੁੰਦੀਆਂ। ਹਾਂਜੀ। ਤੇ ਪਰ ਜਦੋਂ ਤੁਸੀਂ ਨੀਵਾਂ ਪੱਧਰ ਤੇ ਆ ਕੇ ਦੇਖੋਗੇ, ਉਹ ਤਾਂ ਪਰਿਵਾਰਾਂ 'ਚ 100 ਪ੍ਰੋਬਲਮਾਂ ਹੁੰਦੀਆਂ ਨਿੱਕੀਆਂ ਨਿੱਕੀਆਂ। ਇਸ ਕਰਕੇ ਉਹਨਾਂ ਲਈ ਇਹ ਬਹੁਤ ਔਖਾ, ਤੇ ਉੱਥੇ ਗੌਰਮੈਂਟ ਨੂੰ ਮਗਰ ਹੱਥ ਫੜਨਾ ਚਾਹੀਦਾ। ਨਾਲੇ ਉੱਥੇ ਆਪਾਂ ਦੇਖੀਏ, ਉੱਥੇ ਅਸੀਂ ਤਾਂ ਇੱਥੇ ਬਹੁਤ ਥੋੜ੍ਹੇ ਆ, ਫਿਰ ਵੀ ਸਾਡਾ ਸਰਕਾਰ ਇੰਨਾ ਸੋਚਦੀ ਆ। ਅਸੀਂ ਤਾਂ ਇੱਥੇ ਜੇ ਆਪਾਂ ਕਹਿ ਦਈਏ ਕਿ ਨਾ ਆਹੀ ਜਿਹੜਾ ਆਪਾਂ 2 ਸ਼ਹਿਰਾਂ 'ਚ ਆਪਾਂ ਖੜੇ ਆ, 40 ਪੈਸੇ ਇੱਥੇ ਸੀਨੀਅਰ ਹੀ ਆ, 65 ਤੋਂ ਉੱਤੇ ਵਾਲੇ ਆ ਉਹ ਬੰਦੇ ਲੋਕ ਜਿਹੜੇ ਆ। ਹਾਂਜੀ ਜੀ। ਤੇ ਦੂਜੇ ਅਸੀਂ ਤਾਂ ਬਹੁਤ ਥੋੜ੍ਹੇ ਆ ਜਿਹੜੇ ਕਿਸਾਨ ਆ, ਜਿਹੜੇ ਕੰਮ ਕਰਨ ਵਾਲੇ। ਤੇ ਜਿਹੜਾ ਆਪਣੇ ਉੱਥੇ ਆ, ਜਿਵੇਂ ਹੁਣ ਪਿੰਡ ਆ, ਪਿੰਡ ਦੇ ਵਿੱਚ ਸਾਰੀ ਤਾਂ ਖੇਤੀ ਕਰਨ ਵਾਲੇ ਹੁੰਦੇ ਮੋਸਟਲੀ ਜੀ, ਤੇ ਫਿਰ ਉਹਨਾਂ ਨਾਲ ਜਿਹੜਾ ਲੇਬਰ ਤਬਕਾ ਵੀ ਆ ਉਹ ਵੀ ਉਹਨਾਂ ਨਾਲ ਹੀ ਸੰਬੰਧਿਤ ਆ। ਗੱਲ ਮੁੱਕਦੀ ਇੱਥੇ ਜਿਹੜਾ ਬੰਦਾ ਮੈਂ ਤਾਂ ਕਹਿੰਦਾ ਖਾਂਦਾ ਵਾ ਉਹਦਾ ਖੇਤੀ ਨਾਲ ਸੰਬੰਧ ਆ, ਗੱਲ ਹੀ ਮੁੱਕ ਜਾਂਦੀ ਹੈ। ਹਾਂਜੀ। ਤੇ ਹੁਣ ਉੱਥੇ ਜਿਵੇਂ ਸ਼ਹਿਰਾਂ ਵਾਲਿਆਂ ਨੂੰ ਹੋਰਾਂ ਨੂੰ ਗੌਰਮੈਂਟ ਵੀ ਝੁਕ ਜਾਂਦੀ ਹੈ ਜੇ ਸਾਰੇ ਰਲ ਕੇ ਉੱਥੇ ਮਗਰ ਪੈਣ ਬਈ ਇਹ ਇਹਨਾਂ ਦਾ ਕੁਝ ਚੇਂਜ ਕਰੋ ਜਿਹਦੇ 'ਚ ਕਿਸਾਨ ਨੂੰ ਕੁਝ ਫਾਇਦਾ ਹੋਵੇ। ਠੀਕ ਹੈ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਹਲੋ ਜੀ। ਅੱਛਾ, ਮੇਰਾ ਭਾਜੀ ਸਵਾਲ ਤੁਹਾਨੂੰ ਇਹ ਆ ਹਾਂਜੀ ਕਿ ਉੱਥੋਂ ਦੇ ਸਿਸਟਮ 'ਚ ਸੁਧਾਰ ਦੀ ਗੁੰਜਾਇਸ਼ ਹੈਗੀ ਆ? ਕੀ ਉੱਥੇ ਸੰਭਵ ਹੋ ਸਕਦਾ ਕਿ ਕਿਸਾਨ ਮਾਣ ਨਾਲ ਸਿਰ ਕਰਕੇ ਉੱਚਾ ਤੁਰ ਸਕੇ, ਲੋਨ ਘਟੇ, ਫਾਹੇ ਫੂਹੇ ਲੈਣ ਦੀਆਂ ਗੱਲਾਂ ਨਿਬੜ ਜਾਣ? ਉੱਥੇ ਤਾਂ ਜੀ ਸਾਰਾ ਹੀ ਸੁਧਾਰ ਕਰਨ ਦੀ ਲੋੜ ਹੈ। ਸੁਧਾਰ ਹੋਇਆ ਤਾਂ ਹੈ ਹੀ ਨਹੀਂ ਉੱਥੇ, ਜਾਨੀ ਸੰਭਾਵਨਾ ਹੈਗੀ ਆ? ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਉੱਥੇ ਸੁਧਾਰ ਹੋ ਸਕਦਾ ਹੀ ਨਹੀਂ। ਉੱਥੇ ਲੋਕਾਂ ਦੀ ਪਾਰਟੀ ਬਾਜੀ ਹੈ। ਹੁਣ ਅੱਜ ਵੀ ਕਿਸਾਨ ਧਰਨੇ ਤੇ ਬੈਠੇ ਆ, ਬਾਕੀ ਪਾਰਟੀਆਂ ਅੱਡ ਬੈਠੀਆਂ ਜੀ, ਸਾਰੇ ਕਿਸਾਨ ਹੈ, ਇੱਕੇ ਥਾਂ ਕਿਉਂ ਨਹੀਂ ਬਹਿੰਦੇ ਜਾ ਕੇ? ਉਹ ਇਹੀ ਵੱਡੀ ਪ੍ਰੋਬਲਮ ਹੈ। ਜਦੋਂ ਉਹ ਕਿਸਾਨਾਂ ਤੋਂ ਬਾਹਰਲੀਆਂ ਪਾਰਟੀਆਂ ਵਾਲੇ ਜਿਹੜੇ ਆਉਂਦੇ ਆ ਉਹ ਆਪਦੀਆਂ ਜੇਬਾਂ ਭਰਨ ਲੱਗ ਜਾਂਦੇ। ਬਿਲਕੁਲ ਠੀਕ ਹੈ। ਉਹ ਕਿਸਾਨ ਦਾ ਮੁੜ ਕੇ ਸੋਚਣੋਂ ਹਟ ਜਾਂਦੇ ਆ। ਅੱਛਾ, ਇੱਕ ਗੱਲ ਹੋਰ ਦੱਸਿਓ, ਤੁਸੀਂ ਜਦੋਂ ਦੇ ਖੇਤੀ ਕਰਦੇ ਹੋ ਹਾਂਜੀ, ਕਦੀ ਇਦਾਂ ਗੱਲ ਤਾਂ ਨਹੀਂ ਹੋਈ ਕਿ ਕੋਈ ਸਹੂਲਤ ਮਿਲਣੀ ਸੀਗੀ ਪਰ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਾ ਉਹਦਾ? ਨਹੀਂ, ਕਈ ਵਾਰੀ ਹੋ ਜਾਂਦਾ, ਪਰ ਜੇ ਅਸੀਂ ਲੇਟ ਵੀ ਸਾਨੂੰ ਪਤਾ ਲੱਗਦਾ ਹੈ ਤੇ ਅਸੀਂ ਆਫਿਸ ਦੇ ਵਿੱਚ ਕੰਟਰੈਕਟ ਕਰਦੇ ਹਾਂ ਵੀ ਸਾਥੋਂ ਇਹ ਮਿਸ ਹੋ ਗਿਆ, ਉਹਦਾ ਸਾਨੂੰ ਕੁਝ ਨਾ ਕੁਝ ਬੈਨੀਫਿਟ ਜ਼ਰੂਰ ਮਿਲ ਜਾਂਦਾ ਹੈ। ਅੱਛਾ, ਇਦਾਂ ਤਾਂ ਨਹੀਂ ਹੁੰਦੀ ਕਿ ਜਿਹੜਾ ਉਹ ਮੈਨੇਜਰ ਸਾਹਿਬ ਨੂੰ ਜਾਣਦਾ ਉਹਨੂੰ ਮਿਲ ਗਈ, ਦੂਜੇ ਨੂੰ ਰਹਿ ਗਈ? ਨਹੀਂ ਜੀ, ਨਹੀਂ, ਉਹ ਤੁਸੀਂ ਆਪਣਾ ਕੰਪਿਊਟਰ ਤੇ ਤੁਸੀਂ ਐਪਲੀਕੇਸ਼ਨ ਕੱਢ ਲੈਣੀ ਹੈ, ਉਹਦੇ 'ਚ ਤੁਹਾਨੂੰ ਸਾਰਾ ਕੁਝ ਲਿਖਿਆ ਹੋਊਗਾ ਵੀ ਤੁਸੀਂ ਕਿਹਦੇ ਨਾਲ ਕੰਟਰੈਕਟ ਕਰਨਾ ਹੈ, ਉਹਦੇ ਨਾਲ ਤੁਸੀਂ ਗੱਲ ਕਰੋ, ਉਹ ਤੁਹਾਡੀ ਪੂਰੀ ਹੈਲਪ ਕਰੂਗਾ। ਠੀਕ ਹੈ ਜੀ, ਸ਼ੁਕਰੀਆ ਜੀ। ਥੈਂਕ ਯੂ ਬਾਈ, ਥੈਂਕ ਯੂ। ਲਓ ਜੀ, ਆਖਰੀ ਸਵਾਲ ਤੁਹਾਡੇ ਲਈ ਵੀ ਆ। ਕੰਮ ਕਰਨਾ ਪੈਂਦਾ ਬਹੁਤ ਜੀ, ਬਹੁਤ ਤੋਂ ਕੀ ਹਿਸਾਬ ਲਾਈਏ ਜੀ? 2 ਘੰਟੇ? ਡਿਪੈਂਡ ਕਰਦਾ, ਜਦੋਂ ਸੀਜ਼ਨ ਹੁੰਦਾ ਜੀ ਉਦੋਂ 10 ਘੰਟੇ ਵੀ ਹੁੰਦਾ ਜੀ ਜੀ, ਤੇ ਹੁਣ ਵਿਹਲੇ ਹੋ ਗਏ। ਅੱਛਾ, ਪਰਿਵਾਰ ਦੇ ਬਾਕੀ ਜੀ ਵੀ ਨਾਲ ਲੱਗਦੇ ਕਦੀ? ਸਾਰੀ ਫੈਮਿਲੀ ਕੰਮ ਕਰਦੀ ਹੈ। ਸਾਰੀ ਫੈਮਿਲੀ ਕੰਮ ਕਰਦੀ ਹੈ, ਜਾਨੀ ਕਿਉਂਕਿ ਆਪਾਂ ਹੁਣ ਤੱਕ ਇਹ ਤਾਂ ਸੀਗਾ ਕਿ ਸਿਸਟਮ ਦੇ ਨੁਕਸ ਤਾਂ ਆਪਾਂ ਗਣਾਉਂਦੇ ਸੀ, ਉੱਥੇ ਵੀ ਬਹੁਤ ਸਾਰੇ ਲੋਕ ਆ ਜਿਹੜੇ ਕੰਮ ਵਧੀਆ ਕਰਦੇ ਆ, ਖੇਤੀਬਾੜੀ ਦਾ ਸਾਰਾ ਕੰਮ ਆਪ ਕਰਦੇ ਆ, ਪਰ ਕਈ ਵਾਰੀ ਸਾਨੂੰ ਹੁੰਦਾ ਕਿ ਆਪਾਂ ਚਿੱਟਾ ਕੁੜਤਾ ਪਜਾਮਾ ਪਾਈਏ, ਇਦਾਂ ਇੱਥੇ ਵੀ ਨਹੀਂ ਸਰਦਾ? ਇੱਥੇ ਵੈਸੇ ਬੱਚੇ ਵੀ ਨਾਲ ਲੱਗਦੇ ਆ ਕੰਮ ਕਰਨ, ਬੱਚੇ ਵੀ ਨਾਲ, ਛੋਟੇ ਸਕੂਲ ਵਾਲੇ ਬੱਚੇ ਉਹ ਵੀ ਹੈਲਪ ਕਰਾਉਂਦੇ ਆ ਜੀ। ਤੇ ਬਾਕੀ ਜਦੋਂ ਮਤਲਬ ਵਿਹਲੇ ਹੁੰਦਾ ਹੈ, ਉਹ 4-4 ਮਹੀਨੇ ਵਿਹਲੇ ਵੀ ਹੈ ਕਿਸਾਨ, ਵਿਹਲੇ ਵੀ ਹੈਗੇ ਆ। ਅੱਛਾ, ਇੱਕ ਗੱਲ ਮੈਨੂੰ ਇੱਥੇ ਹੋਰ ਦੱਸਿਓ ਕਿ ਜੇ ਪੰਜਾਬ ਦੇ ਵਿੱਚ ਅਸੀਂ ਵੱਟ ਬੰਨੇ ਦੀ ਲੜਾਈ ਛੱਡ ਦਈਏ, ਅਸੀਂ ਸਰਪੰਚੀਆਂ ਦੇ ਉੱਤੇ 10-10, 20-20 ਲੱਖ ਲਾਉਣੋਂ ਹਟ ਜਾਈਏ, ਜੇ ਅਸੀਂ ਨਿੱਕੀਆਂ ਮੋਟੀਆਂ ਜਿਹੜੀਆਂ ਅੜੇਚਾਂ ਨਹੀਂ ਹੈਗੀਆਂ ਉਧਰੋਂ ਹਟ ਜਾਈਏ,
ਕੁਛ ਸਾਨੂੰ ਆਪਣੇ ਵੱਲੋਂ ਵੀ ਸੁਧਾਰ ਕਰਨ ਦੀ ਲੋੜ ਹੈ ਜਾਂ ਸਰਕਾਰ ਹੀ ਸਾਰੀ ਸੁਧਰੇ? ਨਹੀਂ ਥੱਲਿਓਂ ਸੁਧਾਰ ਕਰਨਾ ਪੈਣਾ ਹੈ। ਪਹਿਲਾਂ ਐਜੂਕੇਟ ਜਿਹੜੇ ਆਪਣੇ ਜਿਵੇਂ ਅਸੀਂ ਏਜਡ ਬੱਚੇ ਉੱਥੋਂ ਦੇ ਨਵੇਂ ਉੱਠੇ ਆ, ਉਹ ਕੁਛ ਕੋਸ਼ਿਸ਼ ਕਰਨ ਕਿਉਂਕਿ ਉਹ ਦਖਲਅੰਦਾਜ਼ੀ ਕਰਨ ਤਾਂ, ਕਿਉਂਕਿ ਉਹਨਾਂ ਕੋਲ ਐਜੂਕੇਟ ਹੈ ਜੀ। ਬਿਲਕੁਲ ਠੀਕ ਹੈ ਜੀ। ਤੇ ਉਹਦੇ ਨਾਲ ਫਿਰ ਗਵਰਨਮੈਂਟ ਨੂੰ ਵੀ ਪਤਾ ਲੱਗਦਾ ਵੀ ਇਹਨਾਂ ਨੂੰ ਨੌਲੇਜ ਹੈਗਾ ਤੇ ਫਿਰ ਸੁਧਾਰ ਹੋ ਸਕਦਾ। ਗਵਰਨਮੈਂਟ ਵੀ ਕਰੇ ਤੇ ਹਾਂਜੀ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਪ੍ਰਧਾਨ ਸਾਹਿਬ ਲਓ ਜੀ। ਪ੍ਰਧਾਨ ਸਾਹਿਬ ਮੈਨੂੰ ਇੱਕ ਗੱਲ ਦੱਸਿਓ ਹਾਂਜੀ ਕਿ ਜਾਨੀ ਜਦੋਂ ਪ੍ਰਧਾਨਗੀ ਮਿਲ ਜਾਂਦੀ ਆ ਉਹਦੇ ਤੋਂ ਬਾਅਦ ਵੀ ਕੰਮ ਕਰਨਾ ਪੈਂਦਾ? ਜਿਆਦਾ ਕੰਮ ਕਰਨਾ ਪੈਂਦਾ। ਹਾਂਜੀ, ਜਿਆਦਾ ਕੰਮ ਵੱਧ ਜਾਂਦਾ। ਹਾਂਜੀ ਨਹੀਂ ਇਹ ਦੇਖੋ ਗੱਲ ਇਹ ਆ ਕਿ ਉੱਥੇ ਕਈ ਹੁੰਦਾ ਸੀ, ਕਹਿੰਦੇ ਜੀ ਜਿਹੜਾ ਬੰਦਾ ਪੁਰਾਣੇ ਸਮੇਂ 'ਚ ਸਰਪੰਚ ਬਣ ਗਿਆ, ਜੇ ਕਿਸੇ ਨੇ ਕਹਿਣਾ ਕਿ ਆ ਮੋਹਰ ਲਾਉਣੀ ਆ ਜੀ, ਉਹ ਕਹਿਣਾ ਚੱਲ ਮੇਰਾ ਤੂੰ ਬਲਦ ਮਾੜ ਜਾ, ਤੂੰ ਖੇਤ ਬਾਅਦ ਮੈਂ ਘਰੋਂ ਮੋਹਰ ਲੈ ਆਵਾਂ, ਦੁਕਾਨਾਂ ਤੇ ਮੋਹਰ ਲੈਣ ਗਿਆ ਨਹੀਂ ਮੁੜਨਾ। ਹਾਂਜੀ, ਨਹੀਂ ਇਹ ਕੰਮ ਨਹੀਂ ਹੁੰਦੇ ਜੀ। ਸਾਰਾ ਪੇਪਰ ਵਰਕ ਕਿਵੇਂ ਬਾਈ ਹੁਣਾਂ ਨੇ ਦੱਸਿਆ, ਹਾਂਜੀ ਸਾਰਾ ਪੇਪਰ ਵਰਕ ਆ, ਸਾਰਾ ਕੋਈ ਵਿੱਚ ਇੰਟਰਫੇਰੈਂਸ ਨਹੀਂ ਜੀ। ਕਿਹੜੀ ਪਾਲਿਸੀ ਬਣੀ ਹੋਈ ਆ, ਜੇ ਰੂਲ ਫਾਲੋ ਕਰਦੇ ਆ ਤੁਸੀਂ ਕੁਆਲੀਫਾਈ ਹੁੰਦੇ ਹੋ। ਤੁਹਾਨੂੰ ਜੇ ਚੈੱਕ ਆ ਕੋਈ ਪ੍ਰੋਗਰਾਮ ਆ ਉਹਦੀ ਤੁਹਾਨੂੰ ਫੁੱਲ ਬੈਨੀਫਿਟ ਮਿਲਣੇ ਆ, ਨਾ ਕਿ ਮੇਰੀ ਸਟੈਂਪ ਲੱਗੂ ਉਹ ਮੇਰੇ ਦਫ਼ਤਰ ਮੇਰਾ ਕਾਰਡ ਲੈ ਕੇ ਤੁਹਾਨੂੰ ਜੰਪ ਮਾਰ ਜਾਣਗੇ, ਉਹਦਾ ਕੋਈ ਲਿੰਕ ਨਹੀਂ ਹੋ ਜਾ। ਹਾਂਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਆਓ ਜੀ ਭਾਜੀ। ਹਾਂਜੀ, ਮੈਂ ਇੱਕ ਤਾਂ ਮਾਈਕ ਹੈ ਨੇੜੇ ਕਰਿਓ, ਦੂਜਾ ਅੱਜ ਖੁੱਲ੍ਹ ਕੇ ਇੱਕ ਚੀਜ਼ ਦੱਸਿਓ ਜ਼ਰੂਰ ਕਿ ਇੱਥੇ ਵੀ ਜਦੋਂ ਖੇਤੀਬਾੜੀ ਜਿਹੜੀ ਹੈ ਉਹ ਬਹੁਤ ਸਿਆਣੇ ਬੰਦੇ ਦੀ, ਪੜ੍ਹੇ ਲਿਖੇ ਬੰਦੇ ਦੀ ਹੈ ਹੁਣ ਵੀ, ਕਿ ਉਹ ਬੈਨੀਫਿਟ ਵੱਧ ਹੋ ਸਕਦਾ ਉਹਨੂੰ ਸਰਕਾਰ ਦੀਆਂ ਨੀਤੀਆਂ ਦਾ ਜਾਂ ਬਾਕੀ ਸਾਰੀਆਂ ਨਵੀਆਂ ਟੈਕਨੀਕਸ ਦਾ। ਹਾਂਜੀ, ਪਹਿਲਾਂ ਨਾਲੋਂ ਫਰਕ ਪਿਆ ਹੈਗਾ। ਪਹਿਲਾਂ ਨਾਲੋਂ ਫਰਕ ਪਿਆ। ਜਦੋਂ ਅਸੀਂ ਆਏ ਸੀਗੇ ਜੀ, ਸਾਡੇ ਕੋਲ ਥੋੜੀ ਐਜੂਕੇਸ਼ਨ ਹੋਣ ਦੇ ਬਾਵਜੂਦ ਵੀ ਅਸੀਂ ਵਧੀਆ ਢੰਗ ਨਾਲ ਫਾਰਮਿੰਗ ਕਰੀ ਗਏ ਆ। ਪਰ ਜਿਹੜਾ ਹੁਣ ਹੈਗਾ ਹੁਣ ਤੁਹਾਨੂੰ ਐਜੂਕੇਸ਼ਨ ਦੀ ਲੋੜ ਹੈਗੀ, ਐਜੂਕੇਸ਼ਨ ਦੀ। ਤੇ ਉੱਥੋਂ ਦੇ ਕਿਸਾਨਾਂ ਨੂੰ ਕੀ ਸੁਨੇਹਾ? ਉੱਥੋਂ ਦੇ ਕਿਸਾਨਾਂ ਨੂੰ ਇਹ ਹੈ ਵੀ ਆਪਦੇ ਬੱਚਿਆਂ ਨੂੰ ਐਜੂਕੇਟ ਕਰਨ ਜੀ, ਵੀ ਫਾਰਮ ਬਾਰੇ ਵੀ ਦੱਸਣ, ਨਾਲ ਪੜ੍ਹਾਈ ਵੀ ਹੋਵੇ ਜ਼ਰੂਰੀ ਆ ਨਾ। ਹਾਂਜੀ, ਇੱਥੇ ਹੁਣ ਹੈਗਾ ਵੀ ਜੇ ਸਾਡੇ ਬੱਚੇ ਸਾਡੀ ਹੈਲਪ ਨਹੀਂ ਕਰਦੇ ਸਪਰੇਆਂ 'ਚ ਜਾਂ ਹੋਰ, ਅਸੀਂ ਉਹ ਪ੍ਰੋਪਰ ਨਹੀਂ ਕਰ ਸਕਦੇ ਜੀ। ਬਿਲਕੁਲ ਠੀਕ ਹੈ, ਭਾਵੇਂ ਅਸੀਂ 30 ਸਾਲ ਤੋਂ ਕਰੀ ਜਾਂਦੇ ਆ, ਪਰ ਫਿਰ ਵੀ ਨਵੇਂ ਸਮੇਂ ਦੇ ਮੁਤਾਬਕ ਲੋੜ ਮਹਿਸੂਸ ਹੁੰਦੀ। ਬਿਲਕੁਲ ਠੀਕ ਹੈ ਜੀ, ਸ਼ੁਕਰੀਆ ਜੀ। ਆ ਲਓ ਜੀ। ਅੱਛਾ, ਮੈਨੂੰ ਇੱਕ ਗੱਲ ਦੱਸਿਓ ਕਿ ਬੜਾ ਕੁਝ ਚੇਂਜ ਹੋਇਆ ਹੋਣਾ ਪਿਛਲੇ 10-15 ਸਾਲਾਂ 'ਚ ਇੱਥੇ ਦੀ ਜਿਹੜੀ ਉਹ ਐਗਰੀਕਲਚਰ ਸਿਸਟਮ ਦੇ ਵਿੱਚ, ਖੇਤੀਬਾੜੀ ਦੀਆਂ ਫਸਲਾਂ ਦੇ ਵਿੱਚ, ਕਿ ਇੱਥੇ ਵੀ ਕੋਈ ਫਸਲ ਇਦਾਂ ਦੀ ਹੋਈ ਆ ਕਿ ਜਿਹੜੀ ਸਰਕਾਰ ਨੂੰ ਲੱਗਿਆ ਕਿ ਭਾਈ ਨਹੀਂ ਲੋੜ ਜਾਂ ਨੁਕਸਾਨ ਕਰਦੀ ਆ, ਤੇ ਚੇਂਜ ਆਈ ਆ ਕੋਈ ਫਸਲਾਂ 'ਚ? ਨਹੀਂ, ਚੇਂਜਸ ਤਾਂ ਨਹੀਂ ਆਈ। ਜਿਵੇਂ ਪੈਸਟੀਸਾਈਡ ਵਗੈਰਾ ਤੇ ਸਾਨੂੰ ਕਈਆਂ ਚੀਜ਼ਾਂ ਤੇ ਦਵਾਈਆਂ ਤੇ ਰੋਕ ਲਾਤੀ ਸੀ ਇਹਨਾਂ ਨੇ, ਉਹ ਦਵਾਈਆਂ ਖਤਰਨਾਕ ਸੀ ਆਮ ਹਿਊਮਨ ਵਾਸਤੇ। ਬਾਕੀ ਜਿਹੜੀ ਚੇਂਜਸ ਇਹ ਆਈ ਆ ਵੀ ਜਿਵੇਂ ਵਰਲਡ ਵਾਈਡ ਸਾਡੇ ਕੋਲੇ ਲਿਮਟਿਡ ਲੈਂਡ ਆ ਓਲੀਵਰ ਸੋਈਏ ਸੋਕਾਨਾਗਨ ਵੈਲੀ ਦੇ ਵਿੱਚ, ਸੋ ਲੈਂਡ ਮਹਿੰਗੀ ਹੋ ਗਈ ਜੀ। ਉਹਦੇ ਨਾਲ ਸਾਨੂੰ ਹੈਵ ਟੂ, ਜਿਵੇਂ ਅੱਗੇ ਜਿਹੜੀ ਸਾਡੀ ਟਰੀਆਂ ਦੀ ਸਪੇਸ ਸੀਗੀ ਦੂਰ ਲਾਈ ਸੀ ਜੀ, ਹੁਣ ਸਾਨੂੰ ਉਹ ਹਾਈ ਡੈਂਸਿਟੀ ਲਾਉਣੇ ਪੈਂਦੇ ਨੇ, 2-2 ਫੁੱਟ ਤੇ ਲਾਉਣੇ ਪੈਂਦੇ ਨੇ। ਨਵੀਂ ਟੈਕਨੋਲੋਜੀ ਦੇ ਨਾਲ ਜੀ ਅਸੀਂ ਉਹਦਾ ਹਾਰਵੈਸਟਿੰਗ ਜਿਹੜੀ ਕ੍ਰੌਪ ਆ ਉਹ ਜ਼ਿਆਦਾ ਹਾਰਵੈਸਟ ਕਰਦੇ ਆ। ਓਕੇ, ਤੇ ਉਹਦੇ ਤੇ ਜਿਹੜੀ ਲੇਬਰ ਆ ਉਹ ਘੱਟ ਕੋਸਟ ਆਉਂਦੀ ਆ। ਅੱਗੇ ਟਰੀ ਬਹੁਤ ਵੱਡੇ ਦਰਖਤ ਹੁੰਦੇ ਸੀਗੇ, ਉਹਨਾਂ ਨਾਲ ਤੋੜਨਾ, ਕਰਨਾ, ਘੁਲਣਾ ਵੱਡਾ ਕੰਮ ਸੀ, ਪਰ ਉਹਦੇ ਨਾਲ ਟੈਕਨੋਲੋਜੀ ਲਾਸਟ 15 ਸਾਲਾਂ ਤੋਂ ਇਹ ਚੇਂਜਸ ਵੱਡੀ। ਆਖਰੀ ਸਵਾਲ। ਬਿਲਕੁਲ ਜੀ। ਉੱਥੇ ਅਸੀਂ ਜੇ ਕਣਕ ਨੂੰ ਦਵਾਈ ਪਾਉਣੀ ਆ, ਝੋਨੇ ਨੂੰ ਦਵਾਈ ਪਾਉਣੀ ਆ, ਤਾਂ ਅਸੀਂ ਦੁਕਾਨ ਵਾਲੇ ਨੂੰ ਜਾ ਕੇ ਪੁੱਛੀਦਾ, ਜਿਹੜੀ ਦਵਾਈ ਉਹ ਕਹਿੰਦਾ 2 ਲੀਟਰ ਪਾ ਦੇ, 10 ਲੀਟਰ ਪਾ ਦੇ, 12 ਲੀਟਰ ਪਾ ਦੇ। ਕੀ ਇੱਥੇ ਵੀ ਇਦਾਂ ਹੀ ਆ? ਨਹੀਂ ਜੀ, ਇੱਥੇ ਬਿਲਕੁਲ ਇਦਾਂ ਨਹੀਂ। ਇਹ ਤੇ ਮੈਂ ਪ੍ਰੋਪਰ ਫੈਕਟ ਸਮਝਾਉਣਾ ਜੀ। ਅਸਲ ਦੇ ਵਿੱਚ ਕਾਰਨ ਕੀ ਆ, ਜਿਹੜੀ ਉਹ ਚਾਹੇ ਮੋਨੋਸੈਲ ਆ ਜਾਂ ਮੋਨੋਕ੍ਰੋਟੋ ਆ ਦਵਾਈ, ਜੇ ਉਹਦੀ ਵਰਤੋਂ 250 ml ਲਿਖੀ ਆ, ਤਾਂ ਜਿਹੜੇ ਦੁਕਾਨਦਾਰ ਨੇ ਵੱਧ ਵੇਚਣ ਲਈ ਉਹ ਕਿਸਾਨ ਨੂੰ ਕਹਿ ਦੇਣਾ ਵੀ ਤੇਰੇ ਕਿਤੇ ਦੁਬਾਰਾ ਨਾ ਤੈਨੂੰ ਸੁੰਡੀ ਤੋਂ ਸਪਰੇਅ ਕਰਨੀ ਪਵੇ, ਤੂੰ 300 ml ਪਾ ਦੇ ਜੀ। ਹੁਣ ਕਿਸਾਨ ਨੇ ਘਰੇ ਆ ਕੇ ਆਪਦੇ ਸਾਂਝੀ ਨੂੰ ਆਵਾਜ਼ ਮਾਰਨੀ ਆ ਤੇ ਉਹ ਮੋਨੋਕ੍ਰੋਟੋ ਦਾ ਦੇ ਕੇ ਡੱਬਾ, ਤੇ ਇਹ ਕਹਿਣਾ ਕਿਤੇ ਸੁੰਡੀ ਨਾ ਰਹਿ ਜੇ, 350 ml ਕਰ ਦੇ, ਹਨਾ। ਹੁਣ ਉਹਦੀ ਓਰੀਜਨਲ ਮਾਤਰਾ ਤਾਂ 250 ਆ, ਪਰ ਫਿਰ ਉਹਨੇ ਜਿਹੜਾ ਸਾਂਝੀ ਨੇ ਇਹ ਸੋਚਣਾ ਵੀ ਜੇ ਸੁੰਡੀ ਰਹਿ ਗਈ ਜੱਟ ਫੇਰ ਗਾਲਾਂ ਕੱਢੂਗਾ, ਤੇ ਉਹਨੇ ਕਰਕੇ ਉਹਨੂੰ 400 ml ਤੇ ਨਗਾ ਦੇਣੀ ਆ। ਉਹ ਫਿਰ ਸੁੰਡੀ ਦੇ ਨਾਲ ਉਹ ਆਮ ਹਿਊਮਨ ਨੂੰ ਵੀ ਡੈਮੇਜ ਕਰਦੀ ਆ, ਤੇ ਜਾਨੀ ਜਿਹਦੀ ਮਾਤਰਾ 200 ml ਜਾਂ 250 ml ਵਰਤਣੀ ਸੀਗੀ ਉਹ ਘੱਟੋ ਘੱਟ 400 ml ਵਰਤੀ ਜਾ ਰਹੀ ਆ। ਇਸ ਕਰਕੇ ਉਹਦਾ ਬਹੁਤ ਨੁਕਸਾਨ ਆ ਸਾਰੇ ਲੋਕਾਂ ਨੂੰ। ਪੰਜਾਬ ਦੇ ਕਿਸਾਨਾਂ ਨੂੰ ਸੁਨੇਹਾ ਜੀ, ਇਸ ਲਈ ਸੰਘਰਸ਼ ਵੀ ਚੱਲ ਰਿਹਾ। ਪਹਿਲੀ ਗੱਲ ਇਹ ਆ ਕਿ ਇਕੱਲਾ ਨਾਅਰਿਆਂ ਨਾਲ ਕੰਮ ਨਹੀਂ ਚੱਲਣਾ, ਜੋਸ਼ ਦੇ ਨਾਲ ਹੋਸ਼ ਬਹੁਤ ਜ਼ਰੂਰੀ ਆ, ਪੜ੍ਹਾਈ ਲਿਖਾਈ। ਕੋਈ ਸੁਨੇਹਾ ਜੀ? ਬਿਲਕੁਲ ਵੀਰੇ, ਬਸ ਏਕੇ 'ਚ ਰਹੋ ਸਾਰੇ ਜਾਣੇ ਰਲ ਕੇ, ਹਨਾ।
ਠੰਡੇ ਮਤੇ ਨਾਲ ਹੱਲ ਕੱਢੋ ਜੀ, ਨਾ ਕਿ ਕਿਸੇ ਦੇ ਧੀਆਂ ਪੁੱਤਾਂ ਦਾ ਡੈਮੇਜ ਹੋਵੇ ਜਾਂ ਕੋਈ ਇਦਾਂ ਦੀ ਗੱਲਬਾਤ ਹੋਵੇ ਜਿਹਦੇ ਨਾਲ ਲੋਕ ਨੁਕਸਾਨੇ ਜਾਣ ਹੋਰ। ਬਿਲਕੁਲ ਠੀਕ ਹੈ ਜੀ। ਥੈਂਕ ਯੂ ਵੀਰੇ। ਮੈਂ ਇੱਕ ਆਖਰੀ ਗੱਲ ਕਹਿਣੀ ਚਾਹੁੰਦਾ, ਪ੍ਰਾਈਮ ਏਸ਼ੀਆ ਦਾ ਬਹੁਤ ਧੰਨਵਾਦ ਜੀ, ਜਿਹੜਾ ਸਾਡੇ ਦੋਏ ਟਾਊਨਾਂ ਦੇ ਵਿੱਚ ਤੁਸੀਂ ਇਹ ਅੱਜ ਸਾਡੀ ਇੰਟਰਵਿਊ ਕੀਤੀ ਆ, ਤੇ ਇਹਨਾਂ ਨਾਲ ਜੇ ਕਿਸਾਨਾਂ ਦਾ ਕੋਈ ਫਾਇਦਾ ਹੋ ਸਕਦਾ ਤਾਂ ਬਹੁਤ ਚੰਗੀ ਗੱਲ ਆ। ਤੇ ਵਾਂਸ ਅਗੇਨ ਥੈਂਕ ਯੂ ਵੈਰੀ ਮੱਚ। ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਲਓ ਜੀ, ਤੁਹਾਡੇ ਕੋਲ ਆਖਰੀ ਸਵਾਲ ਹੈ ਜੀ। ਹੁਣ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਕਿ ਜਿਹੜੀ ਖੇਤੀਬਾੜੀ ਆ ਪੰਜਾਬ ਦੀ, ਤੁਸੀਂ ਉੱਥੋਂ ਪੰਜਾਬ 'ਚੋਂ ਵੀ ਖੇਤੀਬਾੜੀ ਕਰਦੇ ਆਏ, ਇੱਥੇ ਵੀ ਖੇਤੀਬਾੜੀ ਆ, ਕੀ ਲੱਗਦਾ ਕਿ ਉੱਥੇ ਕਿਸਾਨ ਦੱਬ ਕੇ ਮਿਹਨਤ ਕਰਦਾ, ਮਜ਼ਦੂਰ ਵੀ ਨਾਲ ਦੱਬ ਕੇ ਮਿਹਨਤ ਕਰਦਾ? ਜੇ ਸਿਸਟਮ ਸਹੀ ਹੋ ਜਾਏ ਤਾਂ ਪੰਜਾਬ ਦੇ ਵਿੱਚ ਇੰਨੀ ਕੁ ਸ਼ਕਤੀ ਹੈਗੀ ਦੁਬਾਰਾ ਪੈਰਾਂ ਸਿਰ ਹੋ ਜੂ? ਹੋ ਸਕਦੇ ਆ ਜੀ। ਤੁਹਾਨੂੰ ਮਾਰਕੀਟਿੰਗ ਆਪ ਜੇ ਕਰੋ ਤਾਂ ਕਿਸਾਨ ਮਾਰਕੀਟਿੰਗ ਆਪ ਦੀ ਕਰੇ? ਹਾਂ, ਆਪ ਦੀ ਕਰੇ। ਨਹੀਂ, ਹੁਣ ਮੰਨ ਲਓ ਕਿ ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿਹੜਾ ਬੰਦਾ ਗੋਭੀ ਲਾਉਂਦਾ, ਗੋਭੀ ਆਪ ਵੇਚੇ? ਆਪ ਵੇਚੇ, ਆਪ ਖੜ ਕੇ ਸੰਗਦੇ ਆ। ਹਾਂਜੀ, ਸੰਗਦੇ ਆ ਬਾਜ਼ਾਰ 'ਚ ਜਾਂਦੇ ਆ, ਉੱਥੇ ਕਹਿੰਦੇ ਵੀ ਚਲੋ ਜੀ। ਬਿਲਕੁਲ ਠੀਕ ਆ। 5-7 ਰੁਪਏ ਮੰਡੀ ਜਾਂਦੇ ਵੇਚੇ ਉਹਨੇ ਜੀ, ਤੇ ਜੇ ਖੜ ਕੇ ਵੇਚੇ ਤਾਂ 20 ਰੁਪਏ ਤੁਸੀਂ ਵੀ ਵੇਚ ਸਕਦੇ ਆ। ਤੁਸੀਂ ਚੰਗਾ ਸੁਨੇਹਾ ਦਿੱਤਾ। ਅੱਛਾ, ਇੱਕ ਗੱਲ ਹੋਰ ਦੱਸਿਓ, ਇੱਥੇ ਵੀ ਹੱਥ ਪੈਰ ਲਿਬੜਦੇ ਖੇਤੀ ਕਰਦੇ ਆ? ਹੁਣ ਤਾਂ ਨਿਖਰੇ ਜੇ ਖੜੇ ਆ, ਪਰ ਆਥਣੇ ਤਾਂ ਰੋਜ਼ ਹੀ ਲਿਬੜੇ ਹੁੰਦੇ ਆ। ਨਹੀਂ, ਚਲੋ ਬਹੁਤ ਸ਼ੁਕਰੀਆ, ਤੁਸੀਂ ਜੁੜੇ ਜੀ, ਧੰਨਵਾਦ ਤੁਹਾਡਾ। ਸੋ ਅੱਜ ਅਸੀਂ ਆਏ ਸੀ ਓਸਾਈਅਸ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਹੈ ਜੀ, ਕੈਨੇਡਾ ਦਾ ਇਹ ਬਿਹਤਰੀਨ ਸੂਬਾ, ਤੇ ਇੱਥੇ ਬਹੁਤੀ ਖੇਤੀਬਾੜੀ ਪੰਜਾਬੀ ਕਿਸਾਨ ਕਰਦੇ ਆ। ਬਾਗਬਾਨੀ ਆ, ਬਾਗਬਾਨੀ ਦੇ ਵਿੱਚ ਬੜੀਆਂ ਸਮੱਸਿਆਵਾਂ ਆਉਂਦੀਆਂ, ਪਰ 5-7 ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ। ਅਸੀਂ ਕਿਸੇ ਸਰਕਾਰ ਨੂੰ ਮਾੜਾ ਨਹੀਂ ਕਹਿੰਦੇ, ਪਰ ਅੱਜ ਇਹ ਤੁਲਨਾ ਤਾਂ ਕੀਤੀ ਗਈ ਸੀ ਤਾਂ ਜੋ ਪਤਾ ਲੱਗੇ ਕਿ ਭਾਵੇਂ ਇੱਥੇ ਖਰੀਦੋ ਫਰੋਖਤ ਜਿਹੜੀ ਆ ਸਾਰੀ ਉਹ ਸਰਕਾਰ ਨਹੀਂ ਕਰਦੀ, ਪ੍ਰਾਈਵੇਟ ਹੱਥਾਂ ਦੇ ਵਿੱਚ ਹੈ। ਕੰਟਰੈਕਟ ਫਾਰਮਿੰਗ ਦਾ ਮਸਲਾ ਵੀ ਸਾਡੇ ਸਾਹਮਣੇ ਹੈ ਕਿ ਉਹਦੇ ਵਿੱਚ ਜੇ ਦਾਣਾ ਛੋਟਾ ਹੋਇਆ, ਵੱਡਾ ਹੋਇਆ, ਮਿਠਾਸ ਘੱਟ ਹੋਈ ਤਾਂ ਅਗਲਿਆਂ ਨੇ ਕਾਟ ਲਾ ਦੇਣੀ ਹੈ। ਇਹਦੇ ਤੋਂ ਇਲਾਵਾ 5-7-8 ਚੀਜ਼ਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਨਿਯਮਾਂ 'ਚ ਕੁਝ ਤਬਦੀਲੀ ਲਿਆਂਦੀ ਜਾਵੇ, ਇੰਡੀਆ ਦੇ ਨਿਯਮਾਂ 'ਚ ਕੁਝ ਤਬਦੀਲੀ, ਸੇਮ ਚੀਜ਼ਾਂ ਤਾਂ ਨਹੀਂ ਲਾਗੂ ਹੋ ਸਕਦੀਆਂ, ਪਰ ਜੋ ਕੁਝ ਲਾਗੂ ਹੋ ਸਕਦਾ ਉਹ ਕੀਤਾ ਜਾਵੇ। ਪਹਿਲੀ ਗੱਲ ਕਿ ਜੇ ਫਸਲ ਦਾ ਬੀਮਾ ਕਰਾਉਂਦਾ ਆ ਕਿਸਾਨ ਤਾਂ 45% ਉਹਦਾ ਸ਼ੇਅਰ ਪ੍ਰੀਮੀਅਮ ਦਾ ਜਿਹੜਾ ਉਹ ਸਰਕਾਰ ਦਿੰਦੀ ਹੈ। ਦੂਸਰੀ ਗੱਲ, ਕੋਵਿਡ ਆਇਆ, ਕਿਸਾਨਾਂ ਨੂੰ 40,000 ਰੁਪਈਆ, $40,000 ਦਿੱਤਾ, 10,000 ਵਾਪਸ ਨਹੀਂ ਲੈਣਾ 2 ਸਾਲਾਂ ਦੇ ਲਈ, ਬਾਕੀ ਦੇ ਉੱਤੇ ਵਿਆਜ ਕੋਈ ਨਹੀਂ। ਤੀਸਰੀ ਗੱਲ, ਜੇ ਖੇਤੀਬਾੜੀ ਦੀ ਮਸ਼ੀਨਰੀ ਕੋਈ ਲੈਣੀ ਹੈ ਤਾਂ ਸਬਸਿਡੀ ਸਰਕਾਰ ਦਿੰਦੀ ਹੈ, ਤਕਰੀਬਨ 33% ਜਾਂ 25%, ਪਰ ਉਹ ਮਸ਼ੀਨਰੀ ਲੈਣ ਦੇ ਲਈ ਜਾਂ ਸਬਸਿਡੀ ਲੈਣ ਦੇ ਲਈ ਤੁਹਾਨੂੰ ਖੱਜਲ ਕਿਤੇ ਨਹੀਂ ਹੋਣਾ ਪੈਂਦਾ, ਅਗਲੇ ਫਾਰਮ ਘਰੇ ਆ ਕੇ ਜਿਹੜਾ ਉਹ ਭਰ ਦਿੰਦੇ ਆ। ਇਹਦੇ ਤੋਂ ਇਲਾਵਾ ਜੇ ਤੁਸੀਂ ਨਾਲ ਕੋਈ ਇੰਡਸਟਰੀ ਸ਼ੁਰੂ ਕਰਨੀ ਹੈ, ਫੂਡ ਪ੍ਰੋਸੈਸਿੰਗ ਦਾ ਯੂਨਿਟ ਸ਼ੁਰੂ ਕਰਨਾ ਹੈ, ਛੋਟੇ ਕਿਸਾਨ ਨੂੰ ਛੋਟਾ ਯੂਨਿਟ ਲਾਉਣਾ ਹੈ, ਤਾਂ ਫਿਰ ਤੁਹਾਡੀ ਮਦਦ ਸਰਕਾਰ ਠੋਕ ਵਜਾ ਕੇ ਕਰਦੀ ਹੈ। ਹੋਰ ਬਹੁਤ ਸਾਰੀਆਂ ਗੱਲਾਂ ਸੀ। ਇਸ ਪ੍ਰੋਗਰਾਮ ਨੂੰ ਇਸ ਖੂਬਸੂਰਤ ਧਰਤੀ ਦੇ ਉੱਤੇ ਆ ਕੇ ਕਰਨ ਦਾ ਮਕਸਦ ਕੇਵਲ ਤੇ ਕੇਵਲ ਇੱਕੋ ਕਿ ਇੱਥੋਂ ਦੀਆਂ ਸਰਕਾਰਾਂ ਨੇ ਬਹੁਤ ਕੁਝ ਨਿੱਜੀਕਰਨ ਦੇ ਦਾਇਰੇ ਦੇ ਵਿੱਚ ਰਹਿ ਕੇ ਵੀ ਸੁਧਾਰਨ ਦੀ ਕੋਸ਼ਿਸ਼ ਕਿਵੇਂ ਕੀਤੀ ਹੈ, ਕਿਸਾਨ ਦੇ ਹੱਕ ਦੀ ਗੱਲ ਕਿਵੇਂ ਕੀਤੀ ਹੈ। ਸੋ ਉਮੀਦ ਕਰਦੇ ਹਾਂ ਕਿ ਕਦੇ ਸਾਡਾ ਪੰਜਾਬ ਸੂਬਾ ਘੁੱਗ ਵਸੇ, ਕਦੇ ਕਿਸਾਨ ਕਿਸੇ ਨੂੰ, ਮਜ਼ਦੂਰ ਨੂੰ, ਆੜ੍ਹਤੀਏ ਨੂੰ, ਪੱਲੇਦਾਰ ਨੂੰ, ਕਿਸੇ ਦੁਕਾਨਦਾਰ ਨੂੰ ਜਾ ਕੇ ਰੇਲਵੇ ਟਰੈਕ ਦੇ ਉੱਤੇ ਗਾਡਰ ਤੇ ਸਿਰ ਰੱਖ ਕੇ ਸੌਣ ਦੇ ਲਈ ਮਜਬੂਰ ਨਾ ਹੋਣਾ ਪਵੇ, ਕਿਸੇ 85 ਸਾਲ ਦੀ ਬਜ਼ੁਰਗ ਮਾਤਾ ਤੇਜ ਕੌਰ ਨੂੰ ਰੇਲ ਦੀ ਪਟੜੀ ਦੇ ਉੱਤੇ ਦਮ ਨਾ ਤੋੜਨਾ ਪਵੇ, ਕਿਸੇ ਕਿਸਾਨ ਨੂੰ, ਮਜ਼ਦੂਰ ਨੂੰ ਉਸ ਧਰਨੇ ਦੇ ਵਿੱਚ ਸਲਫਾਸ ਖਾ ਕੇ ਖੁਦਕੁਸ਼ੀ ਨਾ ਕਰਨੀ ਪਵੇ। ਅਸੀਂ ਪੰਜਾਬੀ ਹਮੇਸ਼ਾ ਆਸਵੰਦ ਰਹਿੰਦੇ ਹਾਂ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਟਿੱਪਣੀਆਂ, ਤੁਹਾਡੇ ਸੁਝਾਅ, ਤੁਸੀਂ ਦੁਨੀਆ ਦੇ ਕਿਸੇ ਹੋਰ ਖਿੱਤੇ 'ਚ ਵਸਦੇ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਇੱਥੇ ਦੀ ਕੋਈ ਨੀਤੀ, ਕੋਈ ਪਾਲਿਸੀ ਪੰਜਾਬ ਦੇ ਲਈ ਸਹਾਇਕ ਸਿੱਧ ਹੋ ਸਕਦੀ ਹੈ, ਹਮੇਸ਼ਾ ਇੰਤਜ਼ਾਰ ਰਹੇਗਾ। ਸੋ ਇੱਕ ਵਾਰ ਫੇਰ ਪਰਮਵੀਰ ਸਿੰਘ ਬਾਠ ਨੂੰ ਇੱਥੇ ਹੀ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।